ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਦੋਸਤੋ। ਸਵਾਗਤ ਕਰਦੇ ਹਾਂ ਤੁਹਾਡਾ ਯੂਐਲਓ ਐਜੂਕੇਸ਼ਨ ਦੀ YouTube ਵਰਕਸ਼ਾਪ ਦੇ ਦੂਜੇ ਦਿਨ ਦੇ ਵਿੱਚ। ਅੱਜ ਅਸੀਂ ਰਾਈਟਿੰਗ ਟਾਸਕ 2 ਦੀ ਇੱਕ ਸਟੇਟਮੈਂਟ ਡਿਸਕਸ ਕਰਾਂਗੇ। ਰਾਈਟਿੰਗ ਟਾਸਕ 2 ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਡਾ ਰਾਈਟਿੰਗ ਸਕੋਰ ਡਿਟਰਮਿਨ ਕਰਦਾ ਹੈ। ਰਾਈਟਿੰਗ ਟਾਸਕ 2 ਬਹੁਤ ਸਟੂਡੈਂਟਸ ਨੂੰ ਇਹ ਗੱਲ ਪਤਾ ਹੋਵੇਗੀ ਕਿ ਰਾਈਟਿੰਗ ਟਾਸਕ 2 ਦੀ ਜਿਹੜੀ ਵੇਟੇਜ ਆ ਟਾਸਕ 1 ਨਾਲੋਂ ਡਬਲ ਹੁੰਦੀ ਹੈ। ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਹਾਨੂੰ ਰਾਈਟਿੰਗ ਟਾਸਕ 2 ਨੂੰ ਅਟੈਂਪਟ ਕਰਨਾ ਆਉਣਾ ਹੀ ਚਾਹੀਦਾ ਹੈ। ਸਾਨੂੰ ਸਿੱਖਣਾ ਚਾਹੀਦਾ ਹੈ ਕਿ ਰਾਈਟਿੰਗ ਟਾਸਕ 2 ਨੂੰ IDP ਦੇ ਟਾਸਕ ਡਿਸਕ੍ਰਿਪਟਰਸ ਦੇ ਅਕੋਰਡਿੰਗ ਤੁਸੀਂ ਬੈਸਟ ਵੇ ਦੇ ਨਾਲ ਕਿਵੇਂ ਆਪਦੀ ਲੈਂਗੁਏਜ ਦੇ ਥਰੂ ਅਟੈਂਪਟ ਕਰ ਸਕਦੇ ਹੋ। ਸੋ ਜਿਵੇਂ ਜਿਵੇਂ IELTS ਐਗਜ਼ਾਮ ਜੋ ਪਪੂਲਰ ਹੋ ਰਿਹਾ ਪੰਜਾਬ ਦੇ ਵਿੱਚ, ਤਾਂ IDP ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਰਾਈਟਿੰਗ ਦੇ ਐਗਜ਼ਾਮ ਕੁਐਸਚਨਸ ਨੇ ਉਹਨਾਂ ਦੇ ਵਿੱਚ ਇੱਦਾਂ ਦੇ ਕੁਐਸਚਨ ਸਟੂਡੈਂਟਸ ਨੂੰ ਦੇਖਣ ਦੇ ਲਈ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਕੰਪਲੀਟਲੀ ਡਿਫਰੈਂਟ ਟੌਪਿਕਸ, ਬਿਲਕੁਲ ਡਿਫਰੈਂਟ ਟੌਪਿਕਸ ਨੂੰ ਮਰਜ ਕਰਕੇ ਇੱਕ ਕੁਐਸਚਨ ਬਣਾਇਆ ਜਾ ਰਿਹਾ। ਤੇ ਜਿਨ੍ਹਾਂ ਸਟੂਡੈਂਟਸ ਨੇ ਰੀਸੈਂਟ ਐਗਜ਼ਾਮ ਦਿੱਤਾ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਕਿ ਇਹੋ ਜਿਹੇ ਟੌਪਿਕਸ ਵੀ ਆ ਰਹੇ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਕਦੇ ਸੋਚਿਆ ਨਹੀਂ ਹੋਊਗਾ ਕਿ ਸ਼ਾਇਦ ਇਦਾਂ ਦਾ ਟੌਪਿਕ ਵੀ ਮੇਰੇ ਸਾਹਮਣੇ ਆ ਸਕਦਾ, ਜਾਂ ਫਿਰ ਜਿਹੜੇ ਟੌਪਿਕਸ ਨੂੰ ਉਹਨਾਂ ਨੇ ਕਦੇ ਡਿਸਕਸ ਵੀ ਕੀਤਾ ਹੋਊਗਾ ਜਾਂ ਕਲਾਸ ਦੇ ਵਿੱਚ ਆਪਦੇ ਜਾਂ ਖੁਦ ਰਿਸਰਚ ਕੀਤੀ ਹੋਊਗੀ, ਜੇ ਕਲਾਸ ਦੇ ਵਿੱਚ ਆਪਦੇ ਟ੍ਰੇਨਰਸ ਦੇ ਦੁਆਰਾ ਉਸ ਟੌਪਿਕ ਬਾਰੇ ਫੈਮਿਲੀਅਰ ਹੋਏ ਵੀ ਹੋਣਗੇ, ਤਾਂ ਉਹਨਾਂ ਦੋ ਡਿਫਰੈਂਟ ਟੌਪਿਕਸ ਨੂੰ IDP ਮਰਜ ਕਰ ਰਿਹਾ ਵਾ ਜਿਹਦੇ ਤਾਂ ਕਿ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਥੋੜਾ ਬਹੁਤ ਰਾਈਟਿੰਗ ਨੂੰ ਚੈਲੰਜਿੰਗ ਬਣਾਇਆ ਜਾ ਸਕੇ। ਪਰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ, ਕਿਉਂਕਿ ਜੇ ਤੁਹਾਨੂੰ ਰਾਈਟਿੰਗ ਟਾਸਕ 2 ਦੇ ਪੈਰਾਮੀਟਰਸ ਪਤਾ ਨੇ, ਤੁਹਾਨੂੰ ਪਤਾ ਕਿ ਰਾਈਟਿੰਗ ਦੇ ਵਿੱਚ ਸਕੋਰ ਕਿਸ ਗੱਲੋਂ ਦਿੱਤੇ ਜਾਂਦੇ ਨੇ, ਕਿਸ ਗੱਲੋਂ ਕੱਟੇ ਜਾਂਦੇ ਨੇ, ਤੇ ਮੈਂ ਰਾਈਟਿੰਗ ਟਾਸਕ 2 ਦੇ ਲਈ ਆਪਦੀ ਬੈਸਟ ਪ੍ਰੈਜੈਂਟੇਸ਼ਨ ਨੈਚੁਰਲ ਵੇ ਦੇ ਨਾਲ, ਨੈਚੁਰਲ ਆਈਡੀਆਜ਼ ਦੇ ਨਾਲ, ਓਰੀਜਨਲ ਆਈਡੀਆਜ਼ ਦੇ ਨਾਲ ਮੈਂ ਕਿਵੇਂ ਰਾਈਟਿੰਗ ਟਾਸਕ 2 ਨੂੰ ਐਗਜ਼ਾਮ ਦੇ ਵਿੱਚ ਲੈ ਕੇ ਆ ਸਕਦਾ ਵਾਂ। ਤਾਂ ਤੁਹਾਨੂੰ ਇਸ ਦੇ ਲਈ ਤੁਹਾਡੇ ਲਈ ਇਹ ਬਿਲਕੁਲ ਵੀ ਚਿੰਤਾ ਦੀ ਗੱਲ ਨਹੀਂ ਹੈਗੀ ਕਿ IDP ਕਿੱਦਾਂ ਦੇ ਕੁਐਸਚਨਸ ਬਣਾ ਰਿਹਾ। ਸੋ ਅੱਜ ਇਦਾਂ ਹੀ ਰੀਸੈਂਟ ਐਗਜ਼ਾਮ ਕੁਐਸਚਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਲੈ ਕੇ ਆਏ ਆ, ਤੁਹਾਡੇ ਨਾਲ ਡਿਸਕਸ ਕਰਾਂਗੇ, ਆਪਾਂ ਵਿਚਾਰ ਕਰਾਂਗੇ ਕਿ ਰਾਈਟਿੰਗ ਟਾਸਕ 2 ਦੇ ਜਿਹੜੇ ਹੁਣ ਰੀਸੈਂਟ ਐਗਜ਼ਾਮ ਕੁਐਸਚਨਸ ਆ ਰਹੇ ਅਸੀਂ ਉਹਨਾਂ ਨੂੰ ਕਿਵੇਂ ਟੈਕਲ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਬਹੁਤ ਆਸਾਨ ਤਰੀਕੇ ਨਾਲ ਅਸੀਂ ਅਟੈਂਪਟ ਕਰਕੇ ਰਾਈਟਿੰਗ ਦੇ ਵਿੱਚੋਂ ਬੈਂਡ ਸਕੋਰ ਵੱਧ ਤੋਂ ਵੱਧ ਆਪਦੀ ਮਿਹਨਤ ਦੇ ਨਾਲ, ਆਪਦੀ ਲਗਨ ਦੇ ਨਾਲ ਅਸੀਂ ਸਕੋਰ ਕਰ ਸਕਦੇ ਹਾਂ। ਸੋ ਉਸ ਤੋਂ ਪਹਿਲਾਂ ਦੋਸਤੋ ਤੁਹਾਡੇ ਲਈ ਕੱਲ ਹਰਕੀਰਤ ਸਰ ਨੇ ਨਿਊਜ਼ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਅਸੀਂ ਹਰ ਰੋਜ਼ ਸ਼ਾਮ ਨੂੰ ਤੁਹਾਡੇ ਲਈ ਖਾਸ ਕਰਕੇ YouTube ਤੇ ਵਰਕਸ਼ਾਪ ਲੈ ਕੇ ਆ ਰਹੇ ਹਾਂ। ਹਰ ਰੋਜ਼ ਸਾਡੇ ਐਕਸਪਰਟ ਟੀਚਰਸ ਤੁਹਾਡੇ ਨਾਲ ਜੁੜਨਗੇ, ਅਸੀਂ ਤੁਹਾਡੇ ਨਾਲ ਜੁੜਾਂਗੇ, ਤੁਹਾਡਾ ਸਾਥ ਦੇਵਾਂਗੇ ਇਸ IELTS ਜਰਨੀ ਦੇ ਵਿੱਚ, ਤਾਂ ਕਿ ਕਿਉਂਕਿ ਇਹ ਸਾਡਾ ਕਿਤੇ ਨਾ ਕਿਤੇ ਸਾਡਾ ਮੰਨਣਾ ਵਾ ਕਿ ਜਿਹੜਾ ਬੱਚਾ YouTube ਤੇ ਆ ਕੇ ਸਰਚ ਕਰ ਰਿਹਾ ਵਾ ਉਹ ਆਪਦੀ ਸਟੱਡੀਜ਼ ਨੂੰ ਲੈ ਕੇ ਕੰਸਰਨਡ ਆ, ਉਹ ਆਪਦੀ ਪੜ੍ਹਾਈ ਦੇ ਪ੍ਰਤੀ ਸੀਰੀਅਸ ਆ ਕਿ ਉਹਨੇ IELTS ਦੇ ਵਿੱਚੋਂ ਕਿਵੇਂ ਬੈਂਡ ਸਕੋਰ ਲੈਣੇ ਨੇ। ਸੋ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ। ਸੋ ਇੱਕ ਸਿਨੇਮਰ ਜੀ ਬੇਨਤੀ ਆ ਤੁਹਾਡੇ ਅੱਗੇ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਤੁਸੀਂ ਸਾਡੇ ਟੱਚ ਦੇ ਵਿੱਚ ਰਵਾਂਗੇ, ਆਪਾਂ ਟੱਚ ਦੇ ਵਿੱਚ ਰਵਾਂਗੇ। ਸੋ ਤੁਹਾਡੇ ਸਾਥ ਦੀ ਲੋੜ ਹੈ, ਸੋ ਤਾਂ ਕਿ ਅਸੀਂ ਹੋਰ ਵੀ ਮਿਹਨਤ ਕਰਕੇ ਹੋਰ ਵੀ ਨਵੇਂ ਤਰੀਕਿਆਂ ਦੇ ਨਾਲ IELTS ਦੀ ਜਿਹੜੀ ਇਹ ਜਰਨੀ ਹੈ ਇਹਨੂੰ ਸੌਖੇ ਤਰੀਕੇ ਦੇ ਨਾਲ, ਇਹਨੂੰ ਸਹੀ ਤਰੀਕੇ ਦੇ ਨਾਲ ਅਸੀਂ ਆਪਦੇ ਸਫ਼ਰ ਨੂੰ ਪੂਰਾ ਕਰ ਸਕੀਏ। ਸੋ ਆਓ ਰਾਈਟਿੰਗ ਟਾਸਕ 2 ਬਾਰੇ ਪਹਿਲਾਂ ਥੋੜੀ ਬਹੁਤ ਗੱਲ ਕਰ ਲਈ ਜਾਵੇ। ਰਾਈਟਿੰਗ ਟਾਸਕ 2 ਦੇ ਬੇਸਿਕਲੀ 4 ਔਰ 5 ਟਾਈਪਸ ਆਫ ਕੁਐਸਚਨਸ ਹੁੰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਹੁੰਦਾ ਵਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ। ਇਸ ਟਾਸਕ ਦੇ ਕੁਐਸਚਨ ਦੇ ਵਿੱਚ ਇਹਨੂੰ ਕਿਤੇ ਨਾ ਕਿਤੇ ਸਮਝਾਉਣ ਦੇ ਲਈ ਬੱਚਿਆਂ ਨੂੰ ਡਿਸਕਸ਼ਨ ਟਾਈਪ ਐਸੇ ਵੀ ਕਿਹਾ ਜਾਂਦਾ ਵਾ, ਪਰ ਉਹ ਕੁਐਸਚਨ ਟਾਈਪ ਹੁੰਦਾ ਵਾ, ਨਾ ਕਿ ਆਈ ਵੁੱਡ ਸੇ ਵੀ ਐਸੇ ਟਾਈਪ ਹੁੰਦਾ ਵਾ। ਕੁਐਸਚਨ ਟਾਈਪ ਹੁੰਦਾ ਕਿ ਤੁਸੀਂ ਦੋ ਵਿਊਜ਼ ਲੋਕਾਂ ਦੇ ਡਿਸਕਸ ਕਰਨੇ ਹੁੰਦੇ ਨੇ। ਉਸ ਕੁਐਸਚਨ ਦੇ ਵਿੱਚ, ਉਸ ਸਟੇਟਮੈਂਟ ਦੇ ਵਿੱਚ ਲੋਕਾਂ ਦੀਆਂ ਦੋ ਧਿਰਾਂ ਹੁੰਦੀਆਂ ਨੇ। ਜਿਹੜੀ ਇੱਕ ਧਿਰ ਕਹਿ ਰਹੀ ਹੁੰਦੀ ਹੈ ਵੀ ਇਹ ਚੀਜ਼ ਚੰਗੀ ਆ, ਦੂਜੀ ਧਿਰ ਉਸ ਦਾ ਵਿਰੋਧ ਕਰਦੀ ਹੋਈ ਕਹਿੰਦੀ ਵੀ ਨਹੀਂ ਇਹ ਚੀਜ਼ ਮਾੜੀ ਆ। ਤੁਸੀਂ ਦੋਵੇਂ ਪੁਆਇੰਟਸ ਨੂੰ, ਦੋਵੇਂ ਵਿਊਜ਼ ਨੂੰ ਆਪਦੇ ਅਕੋਰਡਿੰਗ ਡਿਸਕਸ ਕਰਨਾ ਹੁੰਦਾ, ਜਸਟੀਫਾਈ ਕਰਨਾ ਹੁੰਦਾ ਕਿ ਹਾਂ ਦੋਵੇਂ ਹੀ ਜਿਹੜੀਆਂ ਧਿਰਾਂ ਗੱਲ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਗੱਲ ਆ ਉਹ ਸਹੀ ਲੱਗ ਰਹੀ ਆ, ਦੋਵਾਂ ਨੂੰ ਡਿਸਕਸ ਕਰਨਾ। ਤੇ ਥਰਡ ਪਾਰਟ ਆਫ ਦਾ ਕੁਐਸਚਨ ਕੀ ਬਣ ਜਾਂਦਾ ਕਿ ਤੁਸੀਂ ਆਪਦੇ ਓਪੀਨੀਅਨ ਨੂੰ ਵੀ ਡਿਸਕਸ ਕਰਨਾ ਹੁੰਦਾ ਟਾਸਕ ਦੇ ਵਿੱਚ। ਇਹ ਬਹੁਤ ਜ਼ਰੂਰੀ ਗੱਲ ਆ ਕਿ ਤੁਸੀਂ ਟਾਸਕ ਰਿਸਪੌਂਸ ਨੂੰ ਸਮਝੋ ਕਿ ਟਾਸਕ ਰਿਸਪੌਂਸ ਕੀ ਕਹਿੰਦਾ। ਟਾਸਕ ਰਿਸਪੌਂਸ ਬੇਸਿਕਲੀ ਤੁਹਾਡੇ ਤੋਂ ਡਿਮਾਂਡ ਕਰਦਾ ਵਾ। ਟਾਸਕ ਰਿਸਪੌਂਸ ਜੋ ਸਭ ਤੋਂ ਮੇਨ ਡਿਸਕ੍ਰਿਪਟਰ ਆ IELTS ਰਾਈਟਿੰਗ ਦੇ ਵਿੱਚ, ਟਾਸਕ ਰਿਸਪੌਂਸ ਕੀ ਕਹਿੰਦਾ। ਟਾਸਕ ਰਿਸਪੌਂਸ ਤੁਹਾਡੇ ਤੋਂ ਇਹ ਮੰਗ ਕਰਦਾ ਕਿ ਤੁਸੀਂ ਸਾਰੇ ਪਾਰਟਸ ਆਫ ਕੁਐਸਚਨ, ਯੂ ਸ਼ੁੱਡ ਐਡਰੈਸ ਆਲ ਪਾਰਟਸ ਆਫ ਦਾ ਕੁਐਸਚਨ, ਜਿਸ ਦਾ ਮਤਲਬ, ਜਿਸ ਦਾ ਸਿੰਪਲ ਜਿਹਾ ਮੀਨਿੰਗ ਇਹ ਹੈ ਕਿ ਤੁਸੀਂ ਕੁਐਸਚਨ ਦੇ ਸਾਰੇ ਪਾਰਟਸ ਨੂੰ, ਸਾਰੇ ਕੁਐਸਚਨਸ ਨੂੰ ਆਨਸਰ ਕਰੋ। ਜੇ ਮੈਂ ਗੱਲ ਕਰਾਂ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਨ ਓਪੀਨੀਅਨ ਦੀ, ਤਾਂ ਬੇਸਿਕਲੀ ਇੱਕ 3 ਪਾਰਟ ਕੁਐਸਚਨ ਬਣ ਜਾਂਦਾ, ਇਹਦੇ ਵਿੱਚ 3 ਪਾਰਟ ਕੁਐਸਚਨ ਬਣ ਜਾਂਦਾ। 2 ਪਾਰਟ ਤਾਂ ਹੋ ਹੀ ਗਏ ਕਿ ਤੁਸੀਂ ਦੋ ਜਿਹੜੇ ਬੋਥ
ਓਪੀਨੀਅਨਸ ਦਿੱਤੇ ਗਏ ਨੇ, ਸਮ ਪੀਪਲ ਸੇ ਦੈਟ, ਅਦਰ ਪੀਪਲ ਸੇ ਦੈਟ, ਇਹ ਦੋ ਤਾਂ ਤੁਸੀਂ ਡਿਸਕਸ ਕਰਨੇ ਹੀ ਨੇ, ਪਰ ਨਾਲ ਦੀ ਨਾਲ ਥਰਡ ਵੀ ਤੁਸੀਂ ਤੁਹਾਨੂੰ ਆਪਦਾ ਓਪੀਨੀਅਨ ਵੀ ਦੇਣਾ ਪਊਗਾ ਕਿ ਤੁਸੀਂ ਇਸ ਟੌਪਿਕ ਬਾਰੇ ਕੀ ਸੋਚਦੇ ਹੋ। ਸੋ ਚੈਲੰਜਿੰਗ ਪਾਰਟ ਕੀ ਬਣ ਗਿਆ ਦੋਸਤੋ, ਪਹਿਲਾਂ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ ਦੇ ਵਿੱਚ ਜਿਹੜੀ ਸਟੇਟਮੈਂਟ ਆਉਂਦੀ ਸੀ ਉਹ ਇੱਕ ਟੌਪਿਕ ਨੂੰ ਸੈਂਟਰ ਕਰਦੀ ਸੀ, ਇੱਕ ਟੌਪਿਕ ਬਾਰੇ ਤੁਸੀਂ ਡਿਸਕਸ ਕਰਨਾ ਹੁੰਦਾ ਸੀ। ਪਰ ਹੁਣ ਕੀ ਚੈਲੰਜਿੰਗ ਟਾਸਕ ਤੁਹਾਡੇ ਮੂਹਰੇ ਆ, ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਆਇਲਸ IDP ਕਿ ਦੋ ਡਿਫਰੈਂਟ ਟੌਪਿਕਸ ਨੂੰ ਮਰਜ ਕਰਕੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ ਟਾਸਕ ਦੇ ਵਿੱਚ ਪਾਇਆ ਜਾ ਚੁੱਕਿਆ। ਪਰ ਜੇ ਤੁਸੀਂ ਟਾਸਕ ਰਿਸਪੌਂਸ ਨੂੰ ਦੇਖੋ ਤਾਂ ਟਾਸਕ ਰਿਸਪੌਂਸ ਦੇ ਅਕੋਰਡਿੰਗ ਤੁਸੀਂ ਦੋਵੇਂ ਵਿਊਜ਼ ਨੂੰ ਡਿਸਕਸ ਕਰਕੇ ਆਪਦਾ ਓਪੀਨੀਅਨ ਦੇਣਾ। ਸੋ ਕਦੇ ਵੀ ਨਾ ਭੁੱਲੋ ਕਿ ਤੁਸੀਂ ਆਪਦਾ ਓਪੀਨੀਅਨ ਵੀ ਦੇਣਾ ਵਾ ਤੇ ਇਹ ਦੋਵੇਂ ਵਿਊਜ਼ ਡਿਸਕਸ ਵੀ ਕਰਨੇ ਆ। ਆਓ ਦੇਖਦੇ ਆ ਕਿਦਾਂ ਦਾ ਕੁਐਸਚਨ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤਾ ਗਿਆ ਵਾ। ਲੈਟਸ ਸੀ, ਲੈਟਸ ਹੈਵ ਅ ਲੁੱਕ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ। ਸੋ ਦੋਸਤੋ ਸਟੇਟਮੈਂਟ ਸਕਰੀਨ ਤੇ ਤੁਹਾਡੇ ਸਾਹਮਣੇ ਹੈ। ਸਟੇਟਮੈਂਟ ਨੂੰ ਰੀਡ ਕਰਾਂਗੇ, ਚੰਗੀ ਤਰ੍ਹਾਂ ਸਮਝਾਂਗੇ ਕਿ ਸਟੇਟਮੈਂਟ ਦੇ ਕਿੰਨੇ ਪਾਰਟ ਆਪਣੇ ਕੋਲ ਪ੍ਰੈਜ਼ੈਂਟ ਕੀਤੇ ਜਾ ਰਹੇ ਨੇ, ਅਸੀਂ ਕਿਵੇਂ ਇਹਨਾਂ ਨੂੰ ਡਿਸਕਸ ਕਰ ਸਕਦੇ ਹਾਂ ਈਜ਼ੀ ਵੇ ਦੇ ਨਾਲ ਤੇ ਸਹੀ ਵੇ ਦੇ ਨਾਲ। ਬੇਸਿਕਲੀ ਇਹ ਜਿਹੜਾ ਕੁਐਸਚਨ ਐਗਜ਼ਾਮ ਦੇ ਵਿੱਚ ਆਇਆ ਸੀ ਤੇ ਜੋ ਸਟੂਡੈਂਟਸ ਉਸ ਵੇਲੇ ਐਗਜ਼ਾਮ ਦੇ ਵਿੱਚ ਬੈਠੇ ਸਨ ਤਾਂ ਜਦੋਂ ਉਹ ਐਗਜ਼ਾਮ ਦੇ ਕੇ ਆਏ ਤਾਂ ਅਸੀਂ ਉਹਨਾਂ ਤੋਂ ਫੀਡਬੈਕ ਲਿਆ ਤਾਂ ਉਹਨਾਂ ਨੇ ਇੱਕ ਸ਼ਿਕਾਇਤ ਜੀ ਕੀਤੀ ਕਿ ਸਾਨੂੰ ਇਹਨਾਂ ਟੌਪਿਕਸ ਬਾਰੇ ਸਮਝ ਹੀ ਨਹੀਂ ਆਇਆ ਕਿ ਇਹ ਇੱਕ ਦੂਜੇ ਦੇ ਨਾਲ ਜੁੜ ਕਿਵੇਂ ਸਕਦੇ, ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਕਿ ਸਾਨੂੰ ਤਾਂ ਇਹ ਨਹੀਂ ਸਮਝ ਆਇਆ। ਸੋ ਕੋਸ਼ਿਸ਼ ਕਰਾਂਗੇ ਕਿ ਇਹੋ ਜੀ ਕਿਹੜੀ ਟੈਕਟਿਕ ਹੈ, ਇਹੋ ਜੀ ਕਿਹੜੀ ਸਟ੍ਰੈਟਜੀ ਹੈ, ਕਿਹੜਾ ਤਰੀਕਾ ਜਿਹਦੇ ਨਾਲ ਅਸੀਂ ਦੋ ਟੌਪਿਕਸ ਨੂੰ, ਜੇ ਉਹਨਾਂ ਦਾ ਆਪਸ ਦੇ ਵਿੱਚ ਕੋਈ ਸਾਨੂੰ ਨਹੀਂ ਵੀ ਸੰਬੰਧ ਦਿਖ ਰਿਹਾ, ਜੇ ਉਹ ਇਕੱਠੇ ਆ ਵੀ ਜਾਂਦੇ ਨੇ ਤਾਂ ਅਸੀਂ ਉਹਨਾਂ ਦੇ ਬਾਰੇ ਕਿਵੇਂ ਆਈਡੀਆਜ਼ ਜਿਹੜੇ ਨੇ ਪ੍ਰੈਜ਼ੈਂਟ ਕਰ ਸਕਦੇ ਹਾਂ, ਕਿਵੇਂ ਪ੍ਰੈਜ਼ੈਂਟ ਕਰ ਸਕਦੇ ਹਾਂ। ਸੋ ਸਟੇਟਮੈਂਟ ਨੂੰ ਦੋਸਤੋ ਰੀਡ ਕਰਾਂਗੇ। ਸਟੂਡੈਂਟਸ ਸਟੇਟਮੈਂਟ ਦੇਖਦੇ ਹਾਂ। ਸਮ ਪੀਪਲ ਸੇ ਦੈਟ ਕਲਾਈਮੇਟ ਚੇਂਜ could have a negative effect on business। ਸੋ ਤੁਹਾਡੇ ਕੋਲੇ ਦੋ ਟੌਪਿਕਸ ਨੇ। ਸੋ ਪਹਿਲਾ ਵਿਊ ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਕਿ ਦੋ ਟੌਪਿਕਸ ਨੇ, ਇੱਕ ਕਲਾਈਮੇਟ ਚੇਂਜ ਹੈ ਤੇ ਇੱਕ ਕੀ ਆ, ਬਿਜ਼ਨਸ। ਕਲਾਈਮੇਟ ਚੇਂਜ ਤੇ ਬਿਜ਼ਨਸ। ਤੇ ਅਦਰ ਪੀਪਲ ਕੀ ਕਹਿੰਦੇ ਨੇ, ਅਦਰ ਪੀਪਲ ਥਿੰਕ ਦੈਟ ਕਲਾਈਮੇਟ ਚੇਂਜ ਕੁਡ ਕ੍ਰੀਏਟ ਮੋਰ ਬਿਜ਼ਨਸ ਓਪਰਚੁਨਿਟੀਜ਼। ਤਾਂ ਉਹੀ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਡਿਸਕਸ ਬੋਥ ਵਿਊਜ਼ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਦੋ ਧਿਰਾਂ ਹੁੰਦੀਆਂ ਨੇ, ਦੋ ਆਪਾਂ ਕਹਿ ਸਕਦੇ ਧੜੇ ਹੁੰਦੇ ਆ, ਜਿਵੇਂ ਆਪਾਂ ਖਾਸ ਪੰਜਾਬੀ ਦੇ ਵਿੱਚ ਗੱਲ ਕਰਦੇ ਹੀ ਆ ਕਿ ਦੋ ਧਿਰਾਂ ਜਿਹੜੀਆਂ ਨੇ ਉਹ ਉਹਨਾਂ ਦੇ ਵਿਚਾਰ ਜਿਹੜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਸਮ ਪੀਪਲ ਇਹ ਕਹਿ ਰਹੇ ਆ ਕਿ ਕਲਾਈਮੇਟ ਚੇਂਜ ਜਿਹੜਾ ਵਾ ਉਹ ਇੱਕ ਨੈਗੇਟਿਵ ਇਫੈਕਟ ਪਾਊਗਾ, ਇੱਕ ਬੁਰਾ ਪ੍ਰਭਾਵ ਪਾਊਗਾ। ਨੈਗੇਟਿਵ ਇਫੈਕਟ ਮਤਲਬ ਬੁਰਾ ਪ੍ਰਭਾਵ, ਮਤਲਬ ਉਹਦੇ ਕੁਝ ਸਾਨੂੰ ਪ੍ਰੋਬਲਮਸ ਦੇਖਣ ਨੂੰ ਮਿਲਣਗੀਆਂ। ਕਿਹਦੇ ਰਿਗਾਰਡਿੰਗ, ਬਿਜ਼ਨਸ ਦੇ ਰਿਗਾਰਡਿੰਗ, ਬਿਜ਼ਨਸ। ਪਰ ਅਦਰ ਪੀਪਲ ਜਿਹੜੇ ਨੇ ਉਹ ਕਹਿੰਦੇ ਵੀ ਲੈ ਇਹ ਕਿਵੇਂ ਹੋ ਸਕਦਾ, ਅਦਰ ਪੀਪਲ ਉਹਨਾਂ ਦਾ ਵਿਰੋਧ ਕਰਨਗੇ ਨਾ। ਬੇਸਿਕਲੀ ਇਹ ਡਿਸਕਸ਼ਨ ਟਾਈਪ ਜਿਹੜਾ ਵਾ ਇਹਦੇ ਵਿੱਚ ਦੋ ਕਨਫਲਿਕਟਿੰਗ ਵਿਊਜ਼ ਆਉਣਗੇ ਹਮੇਸ਼ਾ, ਦੋ ਕਨਫਲਿਕਟਿੰਗ ਵਿਊਜ਼ ਜਾਂ ਫਿਰ ਅਪੋਜ਼ਿੰਗ ਵਿਊਜ਼ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ। ਕਨਫਲਿਕਟਿੰਗ ਮਤਲਬ ਵਿਰੋਧੀ, ਠੀਕ ਹੈ ਜੀ। ਅਪੋਜ਼ਿੰਗ ਇੱਕ ਦੂਜੇ ਨੂੰ ਅਪੋਜ਼ ਕਰਦੇ ਪਏ ਨੇ, ਇੱਕ ਦੂਜੇ ਦਾ ਵਿਰੋਧ ਕਰਦੇ ਪਏ ਨੇ। ਇਹ ਦੋ ਵਿਊਜ਼ ਜਿਹੜੇ ਨੇ ਇੱਕ ਦੂਜੇ ਦਾ ਵਿਰੋਧ ਕਰਦੇ ਪਏ ਨੇ। ਉਹ ਕਹਿ ਰਹੇ ਆ ਕਿ ਇਹ ਨੈਗੇਟਿਵ ਇਫੈਕਟ ਲੈ ਕੇ ਆਊਗਾ ਬਿਜ਼ਨਸ ਤੇ, ਕੀ, ਕਲਾਈਮੇਟ ਚੇਂਜ। ਤਾਂ ਦੂਜੇ ਲੋਕ ਕੀ ਕਹਿ ਰਹੇ ਆ, ਨਹੀਂ, ਦੂਜੇ ਲੋਕ ਇਹ ਕਹਿ ਰਹੇ ਆ ਕਿ ਕਲਾਈਮੇਟ ਚੇਂਜ ਜਿਹੜਾ ਵਾ ਇਟ ਕੁਡ ਕ੍ਰੀਏਟ ਮੋਰ ਬਿਜ਼ਨਸ ਓਪਰਚੁਨਿਟੀਜ਼, ਮਤਲਬ ਪੈਸਾ ਕਮਾਉਣ ਦੇ ਸਾਡੇ ਕੋਲੇ ਕਲਾਈਮੇਟ ਚੇਂਜ ਹੋਰ ਵੀ ਮੌਕੇ ਲੈ ਕੇ ਆਊਗਾ, ਹੋਰ ਵੀ ਮੌਕੇ ਲੈ ਕੇ ਆਊਗਾ। ਤਾਂ ਬੇਸਿਕਲੀ ਜੇ ਤੁਸੀਂ ਆਇਲਸ ਦੀ ਜਰਨੀ ਦੇ ਵਿੱਚੋਂ, ਆਇਲਸ ਦੇ ਸਫ਼ਰ ਦੇ ਵਿੱਚੋਂ ਤਾਂ ਤੁਸੀਂ ਦੇਖੋਗੇ ਕਿ ਸਮ ਪੀਪਲ ਤੇ ਅਦਰ ਪੀਪਲ ਨਾਲ ਤੁਹਾਡਾ ਜਿਹੜਾ ਵਾਹ ਪੈ ਚੁੱਕਿਆ ਕਦੇ ਵੀ ਨਹੀਂ ਹਟਣਾ। ਇਹ ਸਮ ਪੀਪਲ ਅਦਰ ਪੀਪਲ ਉਦੋਂ ਤੱਕ ਤੁਹਾਡਾ ਖਹਿੜਾ ਨਹੀਂ ਛੱਡਣਗੇ ਜਿੰਨਾ ਤੁਸੀਂ ਐਗਜ਼ਾਮ ਦੇ ਕੇ ਬਾਹਰ ਨਹੀਂ ਆਉਂਦੇ। ਸੋ ਸਮ ਪੀਪਲ ਅਦਰ ਪੀਪਲ ਜਿਹੜੇ ਆ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ, ਕੋਈ ਹੋਈ ਹੋਊਗੀ ਕੋਈ ਪ੍ਰੋਬਲਮ ਹੈ ਨਾ, ਕੋਈ ਘਰ ਦੇ ਵਿੱਚ ਜਿਵੇਂ ਦੋ ਭਾਈ ਰਹਿੰਦੇ ਅਕਸਰ ਅਨਬਣ ਹੋ ਜਾਂਦੀ ਹੈ। ਸੋ ਇਹਨਾਂ ਦੀ ਵੀ ਕੋਈ ਇਹੋ ਜਿਹੀ ਅਨਬਣ ਆ, ਕੋਈ ਇਹੋ ਜਿਹੀ ਇਹਨਾਂ ਨੂੰ ਪ੍ਰੋਬਲਮ ਆ ਕਿ ਇੱਕ ਬੰਦਾ ਕਹਿ ਰਿਹਾ ਇਹ ਨੈਗੇਟਿਵ ਆ, ਇੱਕ ਬੰਦਾ ਕਹਿ ਰਿਹਾ ਨਹੀਂ ਇਹਦੇ ਨਾਲ ਤਾਂ ਬਿਜ਼ਨਸ ਓਪਰਚੁਨਿਟੀਜ਼ ਜਨਰੇਟ ਹੋਣਗੀਆਂ। ਹੁਣ 3 ਪਾਰਟ ਕੁਐਸਚਨ ਇਹ ਕਿਵੇਂ ਬਣਦਾ ਦੋਸਤੋ, ਧਿਆਨ ਨਾਲ ਪੜੋ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ। ਤੁਸੀਂ ਆਪਦਾ ਓਪੀਨੀਅਨ ਵੀ ਦੇਣਾ ਤੇ ਬੋਥ ਵਿਊਜ਼ ਡਿਸਕਸ ਵੀ ਕਰਨੇ ਨੇ। ਜੇ ਤੁਸੀਂ ਇੱਕ ਵੀ ਪਾਰਟ ਜਿਹੜਾ ਵਾ ਟਾਸਕ ਰਿਸਪੌਂਸ ਦਾ ਛੱਡਦੇ ਹੋ, ਆਪਦੇ ਕੁਐਸਚਨ ਦਾ ਛੱਡਦੇ ਹੋ, ਤੁਹਾਡਾ ਬੈਂਡ ਸਕੋਰ ਕੱਟਿਆ ਜਾਊਗਾ, ਬੈਂਡ ਸਕੋਰ ਡਿਡਕਟ ਕੀਤਾ ਜਾਊਗਾ। ਕਿਉਂਕਿ ਟਾਸਕ ਰਿਸਪੌਂਸ ਜਿਹੜਾ 6 ਤੋਂ ਸ਼ੁਰੂ ਹੁੰਦਾ ਵਾ, ਤੁਸੀਂ ਅੱਜ ਵੀ ਜਾ ਕੇ IDP ਦੀ ਵੈਬਸਾਈਟ ਜਾਂ ਬ੍ਰਿਟਿਸ਼ ਕਾਉਂਸਲ ਦੀ ਵੈਬਸਾਈਟ ਤੋਂ ਜਦੋਂ ਤੁਸੀਂ ਆਇਲਸ ਰਾਈਟਿੰਗ ਟਾਸਕ 2 ਦੇ ਡਿਸਕ੍ਰਿਪਟਰਸ ਧਿਆਨ ਨਾਲ ਪੜੋਗੇ, ਸਮਝੋਗੇ ਕਿ ਕਿਸ ਤਰੀਕੇ ਨਾਲ ਸਾਡੇ ਬੈਂਡ ਸਕੋਰ ਜੱਜ ਕੀਤੇ ਜਾਂਦੇ ਨੇ, ਸਾਨੂੰ ਬੈਂਡ ਸਕੋਰ ਸਾਡੇ ਦਿੱਤੇ ਜਾਂਦੇ ਨੇ, ਤਾਂ ਤੁਹਾਡੇ ਭਰਮ ਭੁਲੇਖੇ ਜੋ ਰਹਿ ਜਾਂਦੇ ਨੇ ਕਿਤੇ ਨਾ ਕਿਤੇ ਕਿ ਮੇਰੇ ਬੈਂਡ ਸਕੋਰ ਕਿਉਂ ਕੱਟੇ ਗਏ ਨੇ, ਉਹ ਦੂਰ ਹੋ ਜਾਣਗੇ ਜਦੋਂ ਤੁਸੀਂ ਇਸ ਚੀਜ਼ ਨੂੰ ਸਮਝੋਗੇ ਕਿ ਤੁਹਾਨੂੰ 6 ਬੈਂਡ ਸਕੋਰ ਟਾਸਕ ਰਿਸਪੌਂਸ ਦੇ ਵਿੱਚੋਂ ਤਾਂ ਮਿਲਣਗੇ।
if you would address all parts of the question, मतलब ਤਿੰਨੇ ਪਾਰਟ ਜਿਹੜੇ ਦਿਖ ਰਹੇ ਨੇ ਆਪਾਂ ਨੂੰ ਸਕਰੀਨ ਤੇ ਸਾਡੇ ਕੁਐਸਚਨ ਦੇ ਵਿੱਚ, ਕਿ ਜੇ ਮੈਂ ਬੋਥ ਵਿਊਜ਼ ਵੀ ਡਿਸਕਸ ਕਰੂੰਗਾ ਤੇ ਨਾਲ ਆਪਦਾ ਓਪੀਨੀਅਨ ਵੀ ਦਊਂਗਾ ਵੀ ਮੇਰਾ ਇਸ ਸਾਰੇ ਦੇ ਇਸ ਟੌਪਿਕ ਦੇ ਰਿਗਾਰਡਿੰਗ ਜੋ ਇਹ ਡਿਸਕਸ਼ਨ ਚੱਲਦੀ ਪਈ ਹੈ ਵੀ ਮੇਰਾ ਕੀ ਓਪੀਨੀਅਨ ਆ, ਤਾਂ ਹੀ ਤੁਹਾਨੂੰ 6 ਬੈਂਡ ਸਕੋਰ ਜਾਂ ਇਸ ਤੋਂ ਅਬਵ ਮਾਰਕਸ ਦਿੱਤੇ ਜਾਣਗੇ, ਬੈਂਡ ਸਕੋਰ ਦਿੱਤੇ ਜਾਣਗੇ। ਸੋ ਆਲਵੇਜ਼ ਰਿਮੈਂਬਰ ਕਿ ਕਦੇ ਵੀ ਤੁਸੀਂ ਕੋਈ ਵੀ ਕੁਐਸਚਨ ਅਟੈਂਪਟ ਕਰ ਰਹੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਨੂੰ ਇਸ ਕੁਐਸਚਨ ਦੇ ਕਿੰਨੇ ਪਾਰਟ ਦਿੱਤੇ ਜਾ ਰਹੇ ਨੇ। ਕੁਐਸਚਨ ਦੇ ਵਿੱਚ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ ਦੇ ਵਿੱਚ ਮੈਨੂੰ 3 ਪਾਰਟ ਦਿੱਤੇ ਜਾ ਰਹੇ ਨੇ। ਡੂ ਦਾ ਐਡਵਾਂਟੇजेस ਆਊਟਵੇ ਦਾ ਡਿਸਐਡਵਾਂਟੇजेस, ਇਹਦੇ ਵਿੱਚ ਮੈਨੂੰ 2 ਪਾਰਟ ਦਿੱਤੇ ਜਾ ਰਹੇ ਨੇ, ਮੈਂ ਦੋਵੇਂ ਡਿਸਕਸ ਕਰਨੇ ਨੇ ਤੇ ਮੈਂ ਦੋਵਾਂ ਦੇ ਵਿੱਚੋਂ ਇੱਕ ਵੀ ਛੱਡਣਾ ਨਹੀਂ ਹੈਗਾ। ਜੇ ਤੁਸੀਂ ਛੱਡੋਗੇ, ਇਹ ਕਈ ਸਟੂਡੈਂਟਸ ਦੇ ਨਾਲ ਹੋ ਚੁੱਕਿਆ ਕਿ ਐਗਜ਼ਾਮ ਦੇ ਵਿੱਚ ਉਹ ਐਡਵਾਂਟੇजेस ਲੈ ਕੇ ਆਏ, ਡਿਸਐਡਵਾਂਟੇजेस ਨਹੀਂ ਲੈ ਕੇ ਆਏ। ਰਿਜ਼ਲਟ ਕੀ ਮਿਲਿਆ ਉਹਨਾਂ ਨੂੰ ਕਿ ਉਹਨਾਂ ਦਾ ਬੈਂਡ ਸਕੋਰ 5.5 ਤੇ 5 ਤੇ ਹੀ ਰਹਿ ਗਿਆ। ਸੋ ਇਹ ਗਲਤੀ ਨਾ ਕਰੋ ਦੋਸਤੋ, ਇਹ ਬਿਲਕੁਲ ਹੀ ਆਪਾਂ ਕਹਿ ਸਕਦੇ ਹਾਂ, ਆਪਾਂ IDP ਦੇ ਜਿਹੜੇ ਗਾਈਡਲਾਈਨਸ, ਆਇਲਸ ਦੀਆਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ, ਆਪਾਂ ਉਹਨਾਂ ਦੇ ਕਿਤੇ ਨਾ ਕਿਤੇ ਉਲਟ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਾਂ ਨਹੀਂ ਇਹ ਉਮੀਦ ਲਾ ਸਕਦੇ ਵੀ ਸਾਨੂੰ ਸਾਡਾ ਜੈਨੂਇਨ ਬੈਂਡ ਸਕੋਰ ਦਿੱਤਾ ਜਾਊਗਾ, ਜਾਂ ਫਿਰ ਆਪਾਂ IDP ਤੇ ਦੋਸ਼ ਨਹੀਂ ਲਾ ਸਕਦੇ ਵੀ ਹਾਂ ਮੈਨੂੰ ਬੈਂਡ ਸਕੋਰ ਕਿਉਂ ਨਹੀਂ ਦਿੱਤਾ ਗਿਆ ਜੇ ਮੈਂ ਇੱਕ ਪਾਰਟ ਛੱਡ ਕੇ ਆਉਣਾ ਵਾ। ਨਹੀਂ, ਤੁਹਾਨੂੰ ਸਾਰੇ ਦੇ ਸਾਰੇ ਪਾਰਟਸ ਜਿਹੜੇ ਉਹ ਡਿਸਕਸ ਕਰਨੇ ਹੀ ਪੈਣਗੇ। ਸੋ ਸਮ ਪੀਪਲ, ਅਦਰ ਪੀਪਲ ਦਾ ਤੁਹਾਡਾ ਖੇੜਾ ਨਹੀਂ ਛੱਡਣ ਲੱਗੇ ਜਿਨ੍ਹਾਂ ਨੇ ਤੁਸੀਂ ਐਗਜ਼ਾਮ ਨਹੀਂ ਦਿੰਦੇ, ਪਰ ਆਪਣਾ ਫਰਜ਼ ਇੱਥੇ ਇਹ ਬਣਦਾ ਵਾ ਕਿ ਆਪਾਂ ਆਪਾਂ ਸਾਰੇ ਕੁਐਸਚਨ ਨੂੰ ਡਿਸਕਸ ਕਰੀਏ ਤੇ ਵੇਖਦੇ ਹਾਂ ਕੀ ਆਈਡੀਆਜ਼ ਆਪਣੇ ਕੋਲ ਹੋ ਸਕਦੇ ਨੇ। ਸੋ ਹੁਣ ਬੇਸਿਕਲੀ ਟਾਸਕ ਕੀ ਆ ਜਾਂਦਾ ਵਾ ਕਿ ਕਲਾਈਮੇਟ ਚੇਂਜ ਤੇ ਬਿਜ਼ਨਸ ਦਾ ਆਪਸ ਦੇ ਵਿੱਚ ਕੀ ਸੰਬੰਧ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਮਤਲਬ ਜੇ ਮੈਂ ਇਹਨੂੰ ਨਾਰਮਲੀ ਗੱਲ ਕਰਾਂ ਤਾਂ ਮੈਂ ਇਹਨੂੰ ਇਦਾਂ ਕਹਿ ਸਕਦਾ ਵੀ ਲੈ ਮੈਂ ਤਾਂ ਆਪਦੀ ਦੁਕਾਨ ਦੇ ਵਿੱਚ ਬੈਠਾ, ਮੈਂ ਤਾਂ ਆਪਦੇ ਸ਼ੋਰੂਮ ਦੇ ਵਿੱਚ ਬੈਠਾ ਕਮਾਈ ਕਰ ਰਿਹਾ, ਤੇ ਕਲਾਈਮੇਟ ਚੇਂਜ ਮੇਰਾ ਕੀ ਵਿਗਾੜ ਦੂਗਾ। ਬਾਹਰ ਜੋ ਵੀ ਵੈਦਰ ਚੇਂਜਸ ਹੋ ਰਹੇ ਆ, ਬਾਹਰ ਜੋ ਵੀ ਕਲਾਈਮੇਟ ਭਾਵ ਵਾਤਾਵਰਣ ਬਾਹਰ ਜਿੰਨਾ ਮਰਜ਼ੀ ਚੇਂਜ ਹੋ ਰਿਹਾ, ਉਹਦਾ ਮੇਰੀ ਕਮਾਈ ਦੇ ਸਾਧਨ ਤੇ ਕੀ ਫਰਕ ਪੈ ਰਿਹਾ, ਕੀ ਇਨਫਲੂਐਂਸ ਪੈ ਰਹੀ, ਕਿਉਂ ਨੈਗੇਟਿਵ ਪੈ ਰਿਹਾ। ਮੈਂ ਕਿਉਂ ਇਸ ਚੀਜ਼ ਬਾਰੇ ਸੋਚਾਂ? ਨਹੀਂ, ਸੋਚਣਾ ਪਊਗਾ ਸਾਨੂੰ ਜੇ ਅਸੀਂ ਕੁਐਸਚਨ ਨੂੰ ਆਨਸਰ ਕਰਨਾ ਚਾਹੁੰਦੇ ਆ। ਪਰ ਉਸ ਤੋਂ ਪਹਿਲਾਂ ਕੀ ਕਰਨਾ ਪਊਗਾ, ਸਾਨੂੰ ਕੁਐਸਚਨ ਨੂੰ ਤੋੜਨਾ ਪਊਗਾ। ਦੇਖੋ, ਕੁਐਸਚਨ ਨੂੰ ਤੋੜਨ ਦੇ ਮੇਰੇ ਕੋਲੇ ਬੇਸਿਕਲੀ 2 ਰਿਪਲਾਈ ਨੇ, ਦੋ ਜਵਾਬ ਨੇ ਤੁਹਾਡੇ ਇਸ ਸਵਾਲ ਦੇ ਵੀ ਕਿ ਕੁਐਸਚਨ ਨੂੰ ਤੋੜਨਾ ਕਿਉਂ ਜ਼ਰੂਰੀ ਆ। ਪਹਿਲਾ ਰਿਪਲਾਈ ਤਾਂ ਮੇਰੇ ਕੋਲ ਕਾਮਨ ਜਿਹਾ ਜਿਹੜਾ ਆਪਾਂ ਰੋਜ਼ ਕਰਦੇ ਆ। ਤੁਹਾਡੇ ਮੂਹਰੇ ਤੁਹਾਡੇ ਮਾਤਾ ਜੀ ਨੇ ਪ੍ਰਸ਼ਾਦੇ ਦੀ ਥਾਲੀ ਦੇਤੀ, ਤਾਂ ਤੁਸੀਂ ਪ੍ਰਸ਼ਾਦਾ ਛਕਣਾ ਕਿਵੇਂ ਸ਼ੁਰੂ ਕਰਦੇ ਹੋ? ਤੁਸੀਂ ਬੁਰਕੀ ਤੋੜ ਕੇ ਖਾਣਾ ਸ਼ੁਰੂ ਕਰਦੇ ਹੋ। ਇਹ ਨਹੀਂ ਹੈਗਾ ਵੀ ਤੁਸੀਂ ਇੱਕ ਰੋਟੀ ਨੂੰ ਫੋਲਡ ਕਰਕੇ ਤੇ ਨੰਗਾ ਲੈਂਦੇ ਹੋ। ਜੇ ਇਦਾਂ ਕਰਦੇ ਹੋ ਤਾਂ ਫਿਰ ਮੈਂ ਕੁਝ ਕਹਿ ਨਹੀਂ ਸਕਦਾ ਹੈਗਾ ਕਿ ਕਿਵੇਂ ਤੁਸੀਂ ਪ੍ਰਸ਼ਾਦਾ ਛਕਦੇ ਹੋ। ਪਰ ਨਾਰਮਲ ਕੀ ਪ੍ਰੋਸੀਜਰ ਆ, ਕੋਈ ਵੀ ਚੀਜ਼ ਆ, ਕੋਈ ਵੀ ਚੀਜ਼ ਤੁਸੀਂ ਕੰਜ਼ਿਊਮ ਕਰਦੇ ਹੋ, ਤੁਸੀਂ ਛੋਟੀ ਮਾਤਰਾ ਦੇ ਵਿੱਚ ਕਰਨਾ ਸ਼ੁਰੂ ਕਰਦੇ ਹੋ, ਤੇ ਉਹ ਛੋਟੀ ਮਾਤਰਾ ਦੇ ਨਾਲ ਫਿਰ ਭਾਵੇਂ ਤੁਸੀਂ 10 ਪ੍ਰਸ਼ਾਦੇ ਛਕ ਲਓ, 15 ਛਕ ਲਓ, ਜਿੰਨੀ ਵੀ ਤੁਹਾਨੂੰ ਭੁੱਖ ਹੈ, ਤੇ ਤੁਸੀਂ ਆਖਰ ਦੇ ਵਿੱਚ ਤ੍ਰਿਪਤ ਹੋ ਜਾਂਦੇ ਹੋ। ਤੇ ਫਿਰ ਮਾਤਾ ਜੀ ਨੂੰ ਕਹਿੰਦੇ ਹੋ, ਮਾਤਾ ਜੀ ਬਹੁਤ ਜਿਹੜਾ ਪ੍ਰਸ਼ਾਦਾ ਵਾ ਉਹ ਸਵਾਦ ਬਣਿਆ, ਰਾਈਟ। ਸੋ ਕੋਈ ਵੀ ਚੀਜ਼ ਆ ਜਿਹੜੀ ਉਹਨੂੰ ਤੁਸੀਂ ਤੋੜ ਕੇ ਹੀ ਸ਼ੁਰੂ ਕਰਦੇ ਹੋ, ਉਹਨੂੰ ਉਹਦੇ ਛੋਟੇ ਪਾਰਟਸ ਦੇ ਵਿੱਚ ਕਨਵਰਟ ਕਰਕੇ ਫਿਰ ਕੰਜ਼ਿਊਮ ਕਰਦੇ ਹੋ, ਫਿਰ ਖਾਂਦੇ ਹੋ, ਤੇ ਉਹਦਾ ਰਿਜ਼ਲਟ ਤੁਹਾਨੂੰ ਪੋਜ਼ਿਟਿਵ ਆਊਟਕਮ ਦੇ ਵਿੱਚ ਹੀ ਮਿਲਦਾ। ਦੂਜਾ ਰਿਪਲਾਈ ਮੇਰੇ ਕੋਲ ਇੱਕ ਇੰਟਰਸਟਿੰਗ ਸਟੋਰੀ ਆ। ਇੱਕ ਵਾਰੀ ਮੁੰਡੇ ਤੇ ਲੜਕੀ ਦਾ ਰਿਸ਼ਤਾ ਹੋ ਗਿਆ, ਪੁਰਾਣੇ ਸਮੇਂ ਦੀ ਗੱਲ ਆ। ਮੇਰੇ ਪਿਤਾ ਜੀ ਅਕਸਰ ਮੈਨੂੰ ਗੱਲ ਸੁਣਾਇਆ ਕਰਦੇ ਸੀ ਕਿ ਮੁੰਡੇ ਤੇ ਕੁੜੀ ਦਾ ਰਿਸ਼ਤਾ ਹੋ ਗਿਆ, ਤਾਂ ਕੁੜੀ ਵਾਲਿਆਂ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਮੁੰਡੇ ਜਿਹੜੇ ਬਰਾਤੀ ਆਉਣਗੇ ਇਹਨਾਂ ਦੇ ਵਿੱਚ ਸਾਰੇ ਨੌਜਵਾਨ ਮੁੰਡੇ ਹੋਣਗੇ, ਕੋਈ ਵੀ ਬਜ਼ੁਰਗ ਨਾ ਹੋਵੇ। ਕੁੜੀ ਵਾਲਿਆਂ ਵੱਲੋਂ ਇਹ ਸ਼ਰਤ ਰੱਖੀ ਗਈ ਫੇਰ ਹੀ ਕਿ ਕੁੜੀ ਅਸੀਂ ਤੋਰਾਂਗੇ। ਤਾਂ ਨੌਜਵਾਨ ਮੁੰਡੇ ਜਿਹੜੇ ਸੀ ਉਹ ਘਰੇ ਗਏ, ਤਾਂ ਉਹਨਾਂ ਨੇ ਸਲਾਹ ਕੀਤੀ ਵੀ ਕੀ ਕਰੀਏ, ਵੀ ਕੁੜੀ ਵਾਲਿਆਂ ਦੀ ਸ਼ਰਤ ਹੀ ਇਹ ਕਿ ਬਰਾਤ ਦੇ ਵਿੱਚ ਜਿਹੜੇ ਆ ਨੌਜਵਾਨ ਮੁੰਡੇ ਆਉਣੇ ਚਾਹੀਦੇ ਆ, ਬਜ਼ੁਰਗ ਕੋਈ ਆਉਣਾ ਨਹੀਂ ਚਾਹੀਦਾ। ਜਿਹੜੇ ਮੇਰੇ ਵੀਰ ਜਾਂ ਭੈਣਾਂ ਦੇਖ ਰਹੇ ਹੋਵੋਗੇ ਤਾਂ ਸ਼ਾਇਦ ਜੇ ਤੁਸੀਂ ਤੁਹਾਨੂੰ ਆਪਦੇ ਘਰ ਦੇ ਵਿੱਚ ਘੁੰਮਦੇ ਫਿਰਦੇ ਜਿਹੜੇ ਬਜ਼ੁਰਗ ਸ਼ਾਇਦ ਤੁਹਾਨੂੰ ਤੰਗ ਕਰਦੇ ਹੋਣਗੇ, ਜਦੋਂ ਖੰਗੂਰਾ ਮਾਰਦੇ ਹੋਣਗੇ, ਜਾਂ ਫਿਰ ਜਦੋਂ ਉਹ ਕਿਤੇ ਨਾ ਕਿਤੇ ਥੁੱਕ ਵੀ ਦਿੰਦੇ ਹੋਣਗੇ, ਤਾਂ ਤੁਹਾਨੂੰ ਸ਼ਾਇਦ ਉਹ ਚੀਜ਼ ਬਹੁਤ ਤੰਗ ਕਰਦੀ ਹੋਊਗੀ, ਇਰੀਟੇਟ ਫੀਲ ਹੁੰਦਾ ਵੀ ਯਾਰ ਕੀ ਕਰੀ ਜਾਂਦਾ ਯਾਰ ਬਜ਼ੁਰਗ, ਹਨਾ। ਪਰ ਸ਼ਾਇਦ ਮੇਰੀ ਅੱਜ ਇਹ ਸਟੋਰੀ ਸੁਣ ਕੇ ਸ਼ਾਇਦ ਤੁਹਾਡਾ ਜਿਹੜਾ ਪਰਸੈਪਸ਼ਨ ਆ ਸਾਡੇ ਜੋ ਬਜ਼ੁਰਗ ਨੇ ਉਹਨਾਂ ਦੇ ਪ੍ਰਤੀ ਸ਼ਾਇਦ ਅੱਜ ਬਦਲ ਜਾਵੇ। ਸੋ ਜਿਹੜੇ ਮੁੰਡੇ ਵਾਲੇ ਸੀ ਉਹਨਾਂ ਨੇ ਘਰੇ ਇਦਾਂ ਕਰਨਾ ਸ਼ੁਰੂ ਕਰਤਾ ਵਿਚਾਰ ਵਟਾਂਦਰਾ ਵੀ ਕੀ ਕਰੀਏ ਵੀ ਕੁੜੀ ਵਾਲਿਆਂ ਦੀ ਸ਼ਰਤ ਆ ਵੀ ਬਜ਼ੁਰਗ ਲੈ ਕੇ ਨਹੀਂ ਆਉਣਾ। ਤੇ ਇੰਨੇ ਕੁ ਨੂੰ ਮੁੰਡੇ ਦਾ ਜੋ ਲਾੜਾ ਜੋ ਮੁੰਡਾ ਉਹਦੇ ਦਾਦਾ ਜੀ ਆਏ ਉਹਦੇ ਕੋਲ। ਉਹ ਕਹਿੰਦੇ ਵੀ ਦੇਖ ਪੁੱਤਰਾ, ਤੁਸੀਂ ਇਦਾਂ ਕਰੋ, ਤੁਸੀਂ ਇੱਕ ਸੰਦੂਕ ਬਣਾ ਲਓ ਤੇ ਮੈਨੂੰ ਸੰਦੂਕ 'ਚ ਪਾ ਕੇ ਲੈ ਚਲੋ, ਵੀ ਮੈਂ ਤੁਹਾਡੇ ਕੰਮ ਆਊਂਗਾ। ਤੇ ਲਾੜੇ ਦਾ ਪਿਆਰ ਥੋੜਾ ਜਿਹਾ ਦਾਦਾ ਜੀ ਦੇ ਨਾਲ ਜ਼ਿਆਦਾ ਸੀ। ਉਹ ਕਹਿੰਦਾ ਵੀ ਠੀਕ ਹੈ ਦਾਦਾ ਜੀ, ਤੁਹਾਨੂੰ ਲੈ ਚੱਲਦੇ ਆ, ਪਰ ਮੈਨੂੰ ਸਹੀ ਜਿਹਾ ਤਾਂ ਨਹੀਂ ਲੱਗਦਾ ਪਿਆਗਾ। ਉਹ ਕਹਿੰਦਾ ਕੋਈ ਨਹੀਂ ਪੁੱਤਰਾ, ਬਜ਼ੁਰਗ ਵੈਸੇ ਵੀ ਹੈਗੇ ਆ ਤੇ ਸਿਵਿਆਂ 'ਚ ਤਾਂ ਲੱਤਾਂ ਵੈਸੇ ਹੀ ਨੇ, ਤਾਂ ਤੁਸੀਂ ਇਦਾਂ ਕਰੋ, ਮੈਨੂੰ ਸੰਦੂਕ 'ਚ ਪਾ ਕੇ ਲੈ ਚਲੋ, ਪਰ ਮੈਂ ਤੁਹਾਡੇ ਕੰਮ ਆ ਜਾਊਂਗਾ। ਜੇ ਤੁਹਾਡੇ ਤੇ ਉੱਤੇ ਕੋਈ ਵਿਪਤਾ ਬਣ ਗਈ, ਕੋਈ ਕੁੜੀ ਵਾਲੇ ਵੱਲੋਂ ਕੋਈ ਉਦਾਂ ਦਾ ਸਵਾਲ ਖੜਾ ਕਰ ਦਿੱਤਾ ਗਿਆ, ਤਾਂ ਮੈਂ ਤੁਹਾਡੇ ਕੰਮ ਆ ਜਾਊਂਗਾ, ਪਰ ਕੁੜੀ ਵਾਲਿਆਂ ਨੂੰ ਦੱਸਿਓ ਨਾ ਵੀ ਤੁਸੀਂ ਕੋਈ ਬਜ਼ੁਰਗ ਲੈ ਕੇ ਆਏ। ਤਾਂ ਉਹਨਾਂ ਨੇ ਇਦਾਂ ਹੀ ਕੀਤਾ ਜੀ, ਸੰਦੂਕ ਬਣਵਾਇਆ, ਸੰਦੂਕ ਦੇ ਵਿੱਚ ਬਾਬਾ ਜੀ ਨੂੰ ਫਿੱਟ ਕੀਤਾ ਤੇ ਲੈ ਗਏ।
ਹੋਇਆ ਕਿ ਕੁੜੀ ਵਾਲੇ ਵੀ ਅੱਗੋਂ ਤਿਆਰ ਬੈਠੇ ਸੀ, ਕੁੜੀ ਵਾਲਿਆਂ ਨੇ ਬਰਾਤੀਆਂ ਦੀ ਗਿਣਤੀ ਕੀਤੀ ਤਾਂ ਬਰਾਤੀ ਨਿਕਲੇ 100। ਤਾਂ ਕੁੜੀ ਵਾਲਿਆਂ ਨੇ ਸਵਾਲ ਇਹ ਖੜਾ ਕੀਤਾ ਕਿ 100 ਬਰਾਤੀ ਨੇ ਤਾਂ ਅਸੀਂ 100 ਬੱਕਰਾ ਤਿਆਰ ਕੀਤਾ ਹੋਇਆ ਤੇ ਕੱਲੇ ਕੱਲੇ ਬੰਦੇ ਨੂੰ ਇੱਕ ਇੱਕ ਬੱਕਰਾ ਆਉਂਦਾ। ਜਿਹੜੇ ਬੰਦੇ ਬੱਕਰੇ ਖਾਂਦੇ ਹੋਣਗੇ ਸ਼ਾਇਦ ਉਹਨਾਂ ਨੂੰ ਸੁਣ ਕੇ ਸਵਾਦ ਵੀ ਆ ਰਿਹਾ ਹੋਊਗਾ, ਮੂੰਹ 'ਚ ਪਾਣੀ ਆ ਰਿਹਾ ਹੋਊਗਾ, ਪਰ ਦੇਖੀਏ ਗੱਲ ਨੂੰ ਅੱਗੇ ਤੋਰੀਏ। ਉਹ ਕਹਿੰਦੇ ਵੀ ਇੱਕ ਇੱਕ ਬੱਕਰਾ ਆਉਂਦਾ ਤੇ ਸਾਨੂੰ ਕੁੜੀ ਫੇਰ ਵਿਆਵਾਂਗੇ ਕਿ ਇੱਕ ਇੱਕ ਬੱਕਰਾ ਕੱਲੇ ਕੱਲੇ ਬਰਾਤੀ ਨੂੰ ਖਾਣਾ ਪਊਗਾ। ਦੇਖ ਲਓ ਨਾ ਕੁੜੀ ਵਾਲਿਆਂ ਦੀਆਂ ਕਿੰਨੀਆਂ ਡਿਮਾਂਡਾਂ ਨੇ। ਤੇ ਉਹ ਕਹਿੰਦੇ ਵੀ ਠੀਕ ਹੈ ਜੀ ਦੇਖਦੇ ਆ। ਉਹ ਹੁਣ ਸਾਰੇ ਸੋਚੀ ਪੈ ਗਏ ਵੀ ਇੱਕ ਇੱਕ ਬੱਕਰਾ ਕਿਵੇਂ ਖਾਵਾਂਗੇ। ਚਲੋ ਜਿਹੜੇ ਬੰਦੇ ਦੀ ਭੁੱਖ ਜ਼ਿਆਦਾ ਉਹ ਤਾਂ ਖਾ ਲੂਗਾ, ਜਿਹੜਾ ਬੰਦਾ ਕੋਈ ਨਹੀਂ ਇੰਨਾ ਖਾ ਸਕਦਾ ਹੈਗਾ ਜਾਂ ਉਹਨੂੰ ਜਿਹਦੀ ਖੁਰਾਕ ਹੀ ਥੋੜੀ, ਉਹ ਬੰਦਾ ਕਿਵੇਂ ਖਾਊਗਾ। ਅਸੀਂ ਇੱਕ ਇੱਕ ਬੱਕਰਾ ਕਿਵੇਂ ਖਾਵਾਂਗੇ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਆਪਣਾ ਜੋ ਸੰਦੂਕ ਦੇ ਵਿੱਚ ਬਾਬਾ ਜੀ ਨੂੰ ਪਾ ਕੇ ਲਿਆਏ ਸੀ ਤਾਂ ਉਹਨਾਂ ਨੇ ਸੰਦੂਕ ਖੋਲਿਆ ਤੇ ਬਾਬਾ ਜੀ ਨੂੰ ਆਪਦਾ ਸਵਾਲ ਜਿਹੜਾ ਸੀ ਉਹ ਰੱਖਿਆ ਬਾਬਾ ਜੀ ਦੇ ਅੱਗੇ ਵੀ ਬਾਬਾ ਜੀ ਕੁੜੀ ਵਾਲੇ ਇਦਾਂ ਕਹਿ ਰਹੇ। ਤਾਂ ਉਹ ਕਹਿੰਦੇ ਵੀ ਇਦਾਂ ਕਰੋ, ਤੁਸੀਂ ਸਾਰੇ ਜਾਣੇ ਆਪਦੇ ਮੰਜੇ ਇਕੱਠੇ ਕਰ ਲਓ, ਜਿੱਥੇ ਵੀ ਤੁਸੀਂ ਬਹਿ ਕੇ ਜੋ ਵੀ ਛਕਣਾ ਹੈਗਾ ਤਾਂ ਤੁਸੀਂ ਇੱਕ ਇੱਕ ਕਰਕੇ ਉਹਨਾਂ ਨੂੰ ਕਹੋ ਵੀ ਲਈ ਆਉਣਗੇ। ਤਾਂ ਉਹਨਾਂ ਨੇ ਇਦਾਂ ਹੀ ਕੀਤਾ, 100 ਜਾਣੇ ਇਕੱਠੇ ਹੋ ਕੇ ਬਹਿ ਗਏ। ਉਹ ਕਹਿੰਦੇ ਇੱਕ ਇੱਕ ਬੱਕਰਾ ਲਿਆਓ, ਕਹਿੰਦੇ ਖਾ ਲਾਂਗੇ। ਤਾਂ ਉਹ ਇੱਕ ਇੱਕ ਬੱਕਰਾ ਜਦੋਂ ਲੈ ਕੇ ਆਉਂਦੇ ਸੀ ਤਾਂ ਸਾਰਿਆਂ ਨੂੰ ਥੋੜਾ ਥੋੜਾ ਆਉਂਦਾ ਸੀ ਤੇ ਹਰੇਕ ਬੰਦਾ ਉਹਨਾਂ ਖਾ ਲੈਂਦਾ ਸੀ। ਤਾਂ ਕਰਦੇ 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 ਉਹਨਾਂ ਨੇ 100 ਬੱਕਰਾ ਜਿਹੜਾ ਸੀ ਉਹ ਖਾ ਲਿਆ। ਜਦੋਂ ਕੁੜੀ ਵਾਲਿਆਂ ਨੇ, ਜਦੋਂ ਮੇਰੇ ਖਿਆਲ ਨਾਲ 80-90 ਤੱਕ ਗਿਣਤੀ ਕੋਈ ਪਹੁੰਚੀ ਹੋਊਗੀ ਤਾਂ ਕੁੜੀ ਵਾਲਿਆਂ ਦਾ ਮੱਥਾ ਠਣਕਿਆ ਵੀ ਯਾਰ ਇਹ ਮੁੰਡੇ ਇਹਨਾਂ ਦੇ ਦਿਮਾਗ ਕਿਵੇਂ ਲਾ ਗਏ ਜਾਂ ਕੁਝ ਵੀ। ਠੀਕ ਹੈ ਜੀ, ਇੱਥੋਂ ਪੁਆਇੰਟ ਇਹ ਨਹੀਂ ਸਮਝ ਰਿਹਾ ਵੀ ਸਾਡਾ ਨੌਜਵਾਨਾਂ ਦਾ ਕੁਝ ਵੀ, ਹਾਂ ਨੌਜਵਾਨਾਂ ਦੇ ਕੋਲ ਇੰਨਾ ਤਜਰਬਾ ਨਹੀਂ ਹੈਗਾ, ਬਜ਼ੁਰਗਾਂ ਦੇ ਕੋਲ ਤਜਰਬਾ ਹੁੰਦਾ ਜ਼ਿੰਦਗੀ ਦਾ। ਉਹਨਾਂ ਕੋਲੇ ਵੱਡੇ ਵੱਡੇ ਪ੍ਰਸ਼ਨਾਂ ਦਾ ਇੱਕ ਸਿੰਪਲ ਜਿਹਾ ਉੱਤਰ ਹੁੰਦਾ, ਉਹਨਾਂ ਕੋਲ ਸਧਾਰਨ ਜਿਹਾ ਉੱਤਰ ਹੁੰਦਾ ਵੀ ਲੈ ਕਾਕਾ ਤੂੰ ਐਂ ਕਰਨਾ। ਸੋ ਕੁੜੀ ਵਾਲਿਆਂ ਨੇ ਕਿਹਾ ਵੀ ਨਹੀਂ ਤੁਸੀਂ ਤਾਂ ਚੀਟਿੰਗ ਕਰਦੇ ਪਏ ਆ, ਤੁਸੀਂ ਤਾਂ ਕੋਈ ਬਜ਼ੁਰਗ ਲੈ ਕੇ ਆਏ ਹੋਵੋਗੇ। ਤੇ ਵਾਕਈ ਫਿਰ ਮੁੰਡੇ ਵਾਲਿਆਂ ਨੇ ਦੱਸਤਾ ਵੀ ਹਾਂਜੀ ਸਾਡੇ ਜਿਹੜੇ ਲਾੜਾ ਕਹਿੰਦਾ ਵੀ ਮੇਰੇ ਜੋ ਦਾਦਾ ਜੀ ਨੇ ਉਹ ਆਏ ਨੇ ਤੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ। ਸੋ ਕਹਿਣ ਤੋਂ ਭਾਵ ਕੀ ਆ, ਇੱਥੋਂ ਸਾਨੂੰ ਦੋ ਸਿੱਖਿਆਵਾਂ ਮਿਲਦੀਆਂ ਨੇ। ਪਹਿਲੀ ਸਿੱਖਿਆ ਕਿ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਸਮਾਜ ਦਾ, ਸਾਡੇ ਪਰਿਵਾਰ ਦਾ ਸਰਮਾਇਆ ਨੇ, ਸਾਨੂੰ ਉਹਨਾਂ ਨੂੰ ਸਾਂਭਣ ਦੀ ਲੋੜ ਆ, ਉਹਨਾਂ ਨੂੰ ਆਦਰ ਮਾਣ ਦੇਣ ਦੀ ਲੋੜ ਆ। ਕਿਤੇ ਨਾ ਕਿਤੇ ਠੀਕ ਆ, ਪਰ ਤੁਹਾਡੇ ਰਿਸ਼ਤੇ ਜਿਹੜੇ ਕਿਤੇ ਵੀ ਕਿੰਨੇ ਵੀ ਖਰਵੇ ਕਿਉਂ ਨਾ ਹੋ ਜਾਣ, ਬਜ਼ੁਰਗ ਜਿਹੜੇ ਨੇ ਹਮੇਸ਼ਾ ਸਾਨੂੰ ਪੈਲੀਆਂ ਬਣਾ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡੇ ਵਡੇਰਿਆਂ ਨੇ। ਸਾਡੇ ਬਜ਼ੁਰਗਾਂ ਦੇ ਕਰਕੇ ਅੱਜ ਅਸੀਂ ਇਹ ਕੁਆਲਿਟੀ ਆਫ ਲਾਈਫ ਜਿਹੜੀ ਆ ਅਸੀਂ ਜਿਉਂ ਰਹੇ ਹਾਂ। ਜੇ ਉਹਨਾਂ ਨੇ ਸਟਰਗਲ ਦੇਖਿਆ ਤਾਂ, ਜੇ ਉਹਨਾਂ ਨੇ ਝੋਟਿਆਂ ਦੇ ਨਾਲ ਪੈਲੀਆਂ ਵਾਹੀਆਂ ਨੇ ਤਾਂ ਹੀ ਸ਼ਾਇਦ ਅੱਜ ਅਸੀਂ ਟਰੈਕਟਰਾਂ ਦੇ ਕਾਬਲ ਬਣ ਚੁੱਕੇ ਹਾਂ। ਸੋ ਦੂਜੀ ਸਿੱਖਿਆ ਕੀ ਹੈ ਜੋ ਸਾਡੀ ਟਾਸਕ ਦੇ ਨਾਲ ਸਾਨੂੰ ਟਾਸਕ ਬਾਰੇ ਦੱਸਦੀ ਹੈ, ਤਾਂ ਟਾਸਕ ਬਾਰੇ ਇਹ ਕਿ ਜੇ ਕਿਸੇ ਚੀਜ਼ ਨੂੰ ਤੋੜ ਕੇ ਖਾਧਾ ਜਾਵੇ, ਤੋੜ ਕੇ ਉਹਨੂੰ ਦੇਖਿਆ ਜਾਵੇ ਤਾਂ ਉਹ ਕਿਤੇ ਨਾ ਕਿਤੇ ਸਿੰਪਲ ਹੋ ਜਾਂਦੀ ਹੈ, ਸਧਾਰਨ ਹੋ ਜਾਂਦੀ ਹੈ। ਵੱਡੀ ਲੱਗਣ ਦੀ ਬਜਾਏ ਫਿਰ ਉਹੀ ਜਿਹੜੀ ਇੱਕ ਪਹੇਲੀ ਹੁੰਦੀ ਹੈ ਔਰ ਤੁਹਾਨੂੰ ਉੱਤਰ ਮਿਲ ਜਾਂਦਾ। ਸੋ ਇਦਾਂ ਹੀ ਕੁਐਸਚਨ ਨੂੰ ਤੋੜਾਂਗੇ। ਕੁਐਸਚਨ ਕਿਵੇਂ ਤੋੜਿਆ ਜਾਊਗਾ, ਦੋ ਟੌਪਿਕਸ ਉਹਨਾਂ ਨੇ ਮਰਜ ਕੀਤਾ, ਆਪਾਂ ਇਹਨੂੰ ਤੋੜ ਦਾਂਗੇ। ਕਲਾਈਮੇਟ ਚੇਂਜ ਨੂੰ ਇੱਕ ਪਾਸੇ ਕਰਕੇ ਦੇਖਾਂਗੇ, ਕਲਾਈਮੇਟ ਚੇਂਜ ਕਿਵੇਂ ਸਾਡੇ ਮੂਹਰੇ ਆ ਰਿਹਾ। ਬਿਜ਼ਨਸ ਬਾਰੇ ਸਮਝਾਂਗੇ ਵੀ ਕਿਹੜੇ ਕਿਹੜੇ ਬਿਜ਼ਨਸ ਹੈ ਕਿਵੇਂ ਕਿਵੇਂ ਪ੍ਰਭਾਵਿਤ ਹੋ ਸਕਦੇ ਆ। ਜਦੋਂ ਤੁਸੀਂ ਬ੍ਰੇਨਸਟਾਰਮਿੰਗ ਕਰ ਲੈਂਦੇ ਹੋ, ਅਕਸਰ ਤੁਸੀਂ ਬ੍ਰੇਨਸਟਾਰਮਿੰਗ ਸ਼ਬਦ ਬਹੁਤ ਵਾਰੀ ਸੁਣਿਆ ਹੋਊਗਾ। ਜਿਹੜੇ ਐਕਸਪਰਟ ਆਇਲਸ ਟੀਚਰ ਨੇ ਜੋ ਵੀ ਤੁਹਾਨੂੰ ਸਿਖਾ ਰਹੇ ਨੇ ਇੰਗਲਿਸ਼, ਜੇ ਆਪਾਂ YouTube ਤੇ ਵੀ ਗੱਲ ਕਰੀ ਤਾਂ ਇਹ ਬ੍ਰੇਨਸਟਾਰਮਿੰਗ ਕੀ ਹੁੰਦੀ ਆ। ਬ੍ਰੇਨਸਟਾਰਮਿੰਗ ਦੇ ਵਿੱਚ ਤੁਸੀਂ ਕੁਐਸਚਨ ਨੂੰ ਅੰਡਰਸਟੈਂਡ ਕਰਨ ਦੇ ਲਈ ਉਹਨੂੰ ਤੋੜ ਕੇ ਵੇਖਦੇ ਹੋ ਤੇ ਫਿਰ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਉਹਦੇ ਆਈਡੀਆਜ਼ ਨੇ ਉਹ ਮਿਲ ਜਾਂਦੇ ਨੇ, ਉਹ ਕਿਤੇ ਨਾ ਕਿਤੇ ਹੋਰ ਵੀ ਸਿੰਪਲ ਹੋ ਜਾਂਦਾ। ਜੇ ਹੁਣ ਮੈਨੂੰ ਐਜ਼ ਅ ਹੋਲ ਦੇਖਾਂ ਕਿ ਯਾਰ ਬਿਜ਼ਨਸ ਨੂੰ ਕਲਾਈਮੇਟ ਚੇਂਜ ਨਾਲ ਜੋੜਤਾ ਤੇ ਮੈਂ ਕੀ ਕਰੂੰਗਾ, ਮੈਂ ਕਿਵੇਂ ਕੀ ਲਿਖੂੰਗਾ, ਨਹੀਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ। ਥੋੜੇ ਜਿਹੇ ਟਰਮੇ ਦੇ ਨਾਲ ਜੇ ਆਪਾਂ ਕੰਮ ਲਈਏ ਤਾਂ ਬਜ਼ੁਰਗਾਂ ਦੀ ਉਹ ਕਹਾਣੀ ਤੋਂ ਸਿੱਖਿਆ ਲਈਏ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਜਦੋਂ ਤੁਸੀਂ ਰਾਈਟਿੰਗ ਟਾਸਕ 2 ਤਾਂ ਇਹ ਕਹਾਣੀ ਤੁਸੀਂ ਜ਼ਰੂਰ ਚੇਤੇ ਕਰ ਲਿਓ ਕਿ ਮਨਜੋਤ ਸਰ ਨੇ ਸੁਣਾਈ ਸੀ। ਕਿ ਮਨਜੋਤ ਸਰ ਕਹਿੰਦੇ ਸੀਗੇ ਵੀ ਕਿਸੇ ਵੀ ਚੀਜ਼ ਨੂੰ ਜੇ ਤੋੜ ਕੇ ਦੇਖਿਆ ਜਾਵੇ ਤਾਂ ਸ਼ਾਇਦ ਉਹ ਜਿਹੜੀ ਚੀਜ਼ ਆ ਉਹਦਾ ਹੱਲ ਨਿਕਲ ਆਵੇ। ਜੇ ਗੱਲ ਕਰੀਏ ਅੰਗਰੇਜ਼ਾਂ ਦੇ ਵੇਲੇ ਦੀ ਤਾਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ। ਜਦੋਂ ਅਸੀਂ ਇਕੱਠੇ ਸੀ ਸਾਡੇ ਤੇ ਰਾਜ ਨਹੀਂ ਸੀ ਕਰ ਸਕੇ, ਸਾਨੂੰ ਤੋੜਿਆ ਗਿਆ ਤੇ ਫਿਰ ਸਾਡੇ ਤੇ ਰਾਜ ਵੀ ਹੋ ਗਿਆ। ਸੋ ਕੁਐਸਚਨ ਨੂੰ ਅਟੈਂਪਟ ਕਰਨ ਦੇ ਲਈ ਕਿਤੇ ਨਾ ਕਿਤੇ ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ। ਸੋ ਲੈਟਸ ਬ੍ਰੇਕ ਡਾਊਨ ਦਾ ਕੁਐਸਚਨ, ਦੇਖਦੇ ਹਾਂ ਕੁਐਸਚਨ ਦੇ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਅਸੀਂ ਕਿਵੇਂ ਤੋੜ ਸਕਦੇ ਹਾਂ ਜੀ। ਆਈ ਵੁੱਡ ਸੇ ਕਿ ਪਹਿਲਾਂ ਕਲਾਈਮੇਟ ਚੇਂਜ ਨੂੰ ਸਮਝਣਾ ਜ਼ਰੂਰੀ ਹੈ ਕਿ ਕਲਾਈਮੇਟ ਚੇਂਜ ਕੀ ਆ, ਕਿਵੇਂ ਸਾਡੇ ਕਿਹੜੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਹੈਗਾ। ਤੇ ਫਿਰ ਦੇਖਾਂਗੇ ਕਿ ਕਿਹੜੇ ਕਿਹੜੇ ਬਿਜ਼ਨਸ ਨੇ ਜਿਨ੍ਹਾਂ ਨੂੰ ਅਸੀਂ ਕੰਸੀਡਰ ਕਰ ਸਕਦੇ ਹਾਂ, ਜਿਨ੍ਹਾਂ ਦੇ ਬਾਰੇ ਅਸੀਂ ਆਪਦੇ ਆਈਡੀਆਜ਼ ਬਣਾ ਸਕਦੇ ਹਾਂ ਕਿ ਇਹ ਪ੍ਰਭਾਵਿਤ ਹੋ ਰਹੇ ਨੇ। ਕਲਾਈਮੇਟ ਚੇਂਜ ਦੀ ਮੈਂ ਗੱਲ ਕਰਾਂ ਤਾਂ ਕਲਾਈਮੇਟ ਚੇਂਜ ਨੂੰ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਜਲਵਾਯੂ ਤਬਦੀਲੀ ਕਿਹਾ ਗਿਆ ਜੀ। ਇਹ ਵਰਡ ਜਿਹੜੇ ਸਟੂਡੈਂਟਸ ਪੰਜਾਬੀ ਜਿਨ੍ਹਾਂ ਦਾ ਮੀਡੀਅਮ ਰਿਹਾ ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਆਸਾਨੀ ਹੋਊਗੀ ਜਦੋਂ ਜਲਵਾਯੂ ਤਬਦੀਲੀ ਨੂੰ ਦੇਖਣਗੇ, ਜਾਂ ਫਿਰ ਵਾਤਾਵਰਣ ਤਬਦੀਲੀ ਵੀ ਤੁਸੀਂ ਕਹਿ ਸਕਦੇ ਹੋ।
ਵਾਤਾਵਰਨ ਜਿਹੜਾ ਸਾਡਾ ਆਸ-ਪਾਸ ਆ ਜਿਹੜਾ ਸਾਡਾ ਉਹ ਤਬਦੀਲ ਹੋ ਰਿਹਾ, ਉਹ ਚੇਂਜ ਹੋ ਰਿਹਾ, ਤਾਂ ਉਹਦਾ ਇੱਕ ਨਾ ਇੱਕ ਕਾਰਨ ਇਹੀ ਹੈ ਕਿ ਪੋਲਿਊਸ਼ਨ। ਜਿਵੇਂ ਜਿਵੇਂ ਕਾਰਬਨ ਐਮਿਸ਼ਨਸ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ, ਤਾਂ ਉਹਨਾਂ ਦੇ ਕਰਕੇ ਸਾਡਾ ਜਿਹੜਾ ਇਨਵਾਇਰਨਮੈਂਟ ਉਹ ਚੇਂਜ ਹੋ ਰਿਹਾ ਵਾ, ਉਹਦੇ ਵਿੱਚ ਬਦਲਾਵ ਇਹੋ ਜਿਹੇ ਆ ਰਹੇ ਨੇ ਕਿ ਜਿਹੜੇ ਸਾਡੀ ਹਿਊਮੈਨਿਟੀ ਵਾਸਤੇ, ਇਨਸਾਨਾਂ ਵਾਸਤੇ ਜਿਹੜੇ ਸਹੀ ਨਹੀਂ ਹੈਗੇ। ਕਾਰਬਨ ਐਮਿਸ਼ਨਸ ਦਾ ਕਰਕੇ ਕੀ ਹੋ ਰਹੇ ਨੇ, ਜਲਵਾਯੂ ਜਿਹੜਾ ਉਹ ਤਬਦੀਲ ਹੋ ਰਿਹਾ, ਸਾਡਾ ਵਾਤਾਵਰਨ ਤਬਦੀਲ ਹੋ ਰਿਹਾ। ਸੋ ਇੱਥੇ ਤੱਕ ਹੁਣ ਆਪਾਂ ਨੂੰ ਮੈਂ ਆਸ ਕਰਦਾ ਕਿ ਤੁਹਾਨੂੰ ਕਲਾਈਮੇਟ ਚੇਂਜ ਬਾਰੇ ਸਮਝ ਲੱਗ ਗਈ ਹੋਊਗੀ ਕਿ ਕਲਾਈਮੇਟ ਚੇਂਜ ਹੈ ਕੀ, ਬਸ ਇੰਨਾ ਕੁ ਕਲਾਈਮੇਟ ਚੇਂਜ ਆ। ਪਰ ਸਾਡੇ ਸਾਹਮਣੇ ਕਿਵੇਂ ਆ ਰਿਹਾ ਹੈ, ਤੁਸੀਂ ਦੇਖਿਆ ਹੋਊਗਾ ਅਕਸਰ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਹਰ ਸਾਲ ਸਰਦੀ ਵੱਧ ਜਾਂਦੀ ਹੈ, ਤੇ ਗਰਮੀ ਦੇ ਵਿੱਚ ਕਹਿਣਗੇ ਲੈ ਐਤਕੀ ਗਰਮੀ ਜ਼ਿਆਦਾ ਪਈ ਜਾਂਦੀ ਹੈ। ਅਕਸਰ ਇਹ ਕਿਤੇ ਨਾ ਕਿਤੇ ਇੱਕ ਕੰਪਲੇਂਟ ਹੈ, ਇੱਕ ਸ਼ਿਕਾਇਤ ਹੈ ਸਾਡੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਹਰ ਸਾਲ ਹੀ। ਮੈਂ ਤਾਂ ਬੜਾ ਸੋਚਦਾ ਹੁੰਦਾ ਵੀ ਇਹ ਹਰ ਸਾਲ ਲੋਕ ਇਦਾਂ ਕਿਉਂ ਕਹਿੰਦੇ ਨੇ, ਪਰ ਕਿਤੇ ਨਾ ਕਿਤੇ ਇਹ ਚੀਜ਼ ਸੱਚ ਆ। ਟੈਂਪਰੇਚਰ ਜਿਹੜਾ ਵਾ ਉਹ ਇਨਕਰੀਜ਼ ਹੋ ਰਿਹਾ, ਦਿਨੋਂ ਦਿਨ ਗਲੋਬਲ ਵਾਰਮਿੰਗ ਜਿਹੜੀ ਉਹ ਵੱਧਦੀ ਜਾ ਰਹੀ ਆ। ਉਹਦੇ ਨਾਲ ਜਿਹੜਾ ਵਾਤਾਵਰਨ ਆ ਉਹ ਪਹਿਲਾਂ ਜਿੰਨਾ ਜਿਹੜਾ ਵਾ ਫੇਵਰੇਬਲ ਨਹੀਂ ਰਿਹਾ, ਪਹਿਲਾਂ ਜਿੰਨਾ ਸਹੀ ਨਹੀਂ ਰਿਹਾ। ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਦੇਖੇ ਤਾਂ ਪੋਲਿਊਸ਼ਨ ਬਹੁਤ ਘੱਟ ਸੀ ਤੇ ਸਾਡਾ ਵਾਤਾਵਰਨ ਵੀ ਸਹੀ ਸੀ, ਕਾਰਬਨ ਐਮਿਸ਼ਨਸ ਹੈ ਨਹੀਂ ਸੀ, ਕਾਰਬਨ ਐਮਿਸ਼ਨਸ ਘੱਟ ਸੀਗੀਆਂ ਜਾਂ ਇਦਾਂ ਕਹਿ ਲਓ। ਪਰ ਹੁਣ ਕੀ ਹੋ ਰਿਹਾ, ਹੁਣ ਕਾਰਬਨ ਐਮਿਸ਼ਨਸ ਵੱਧ ਰਹੀਆਂ, ਜਿਹਦੇ ਕਰਕੇ देयर इज इंक्रीज इन ਟੈਂਪਰੇਚਰ। ਉਹਦੇ ਕਰਕੇ ਕੀ ਹੋ ਰਿਹਾ ਵਾ, ਫਲੱਡਸ ਆ ਰਹੇ ਨੇ, ਸੀ ਲੈਵਲ ਰਾਈਜ਼ ਹੋ ਰਿਹਾ। ਠੀਕ ਹੈ, ਤੁਸੀਂ ਇਹਦੇ ਬਾਰੇ ਹੋਰ ਵੀ ਰਿਸਰਚ ਕਰ ਸਕਦੇ ਹੋ। ਜੇ ਆਪਾਂ ਦੇਖੀਏ ਇੰਡੀਆ ਦੇ ਵਿੱਚ ਵੀ ਕਈ ਪਿੰਡ ਇਹੋ ਜਿਹੇ ਨੇ, ਰਾਜਸਥਾਨ ਜਾਂ ਇੱਧਰਲੀ ਸਾਈਡ ਤੁਸੀਂ ਜਾਓ ਤਾਂ ਉੱਥੇ ਸੋਕਾ ਪੈ ਰਿਹਾ, ਪਾਣੀ ਦੀ ਕਿੱਲਤ ਹੋ ਰਹੀ ਹੈ ਕਿਉਂਕਿ ਗਰਮੀ ਵੱਧ ਪੈ ਰਹੀ ਆ। ਹੋਰ ਤੁਸੀਂ ਇਹਨੂੰ ਕਿਵੇਂ ਦੇਖ ਸਕਦੇ ਹੋ, ਅਨਸੀਜ਼ਨਲ ਰੇਨਸ, ਬੇਮੌਸਮੀ ਬਾਰਿਸ਼ ਪੈ ਜਾਂਦੀ ਹੈ ਜੀ। ਠੀਕ ਹੈ ਜੀ, ਹਰ ਸਾਲ ਜਿਹੜੀ ਆਪਣੀ ਫਸਲ ਆ, ਠੀਕ ਹੈ, ਜਿਹੜੇ ਜ਼ਿਮੀਂਦਾਰ ਭਰਾ ਨੇ ਤਾਂ ਉਹਨਾਂ ਨੂੰ ਪਤਾ ਹੋਊਗਾ ਅਨਸੀਜ਼ਨਲ ਰੇਨਸ ਦਾ ਕਰਕੇ ਹਰ ਸਾਲ ਸਾਡਾ ਝੋਨਾ ਜਾਂ ਕਣਕ ਜਿਹੜੀ ਆ, ਮੀਂਹ ਦੀ ਲੋੜ ਨਹੀਂ ਹੁੰਦੀ, ਮੀਂਹ ਦਾ ਮੌਸਮ ਵੀ ਨਹੀਂ ਸਾਨੂੰ ਕਿਤੇ ਨਾ ਕਿਤੇ। ਚਲੋ ਕੁਦਰਤ ਜਿਹੜੀ ਆ ਉਹ ਕਾਦਰ ਦੇ ਹੱਥ ਆ, ਪਰਮਾਤਮਾ ਦੇ ਹੱਥ ਆ, ਪਰ ਜੇ ਗੱਲ ਕਰੀਏ ਕਿਤੇ ਨਾ ਕਿਤੇ ਉਹ ਸਾਡਾ ਨੁਕਸਾਨ ਫਸਲਾਂ ਦਾ ਹੁੰਦਾ ਹੀ ਹੁੰਦਾ। ਕਿਹਦੇ ਕਰਕੇ, ਅਨਸੀਜ਼ਨਲ ਰੇਨਸ, ਬੇਮੌਸਮੀ ਬਾਰਿਸ਼ ਦਾ ਕਰਕੇ। ਠੀਕ ਹੈ ਜੀ, ਹੁਣ ਗੱਲ ਕਰਦੇ ਹਾਂ ਬਿਜ਼ਨਸ ਦੀ ਕਿ ਬਿਜ਼ਨਸ ਹੈ ਕੀ, ਬਿਜ਼ਨਸ ਹੁੰਦਾ ਕੀ ਆ। ਬਿਜ਼ਨਸ ਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਸੀਂ ਕੋਈ ਪ੍ਰੋਡਕਟ ਜਾਂ ਸਰਵਿਸ ਦਿੰਦੇ ਹੋ, ਉਸ ਪ੍ਰੋਡਕਟ ਜਾਂ ਸਰਵਿਸ ਦੇ ਬਦਲੇ ਤੁਸੀਂ ਕੀ ਲੈਂਦੇ ਹੋ, ਫॉर ਐਕਸਚੇਂਜ ਆਫ, ਕੀ ਲੈਂਦੇ ਹੋ ਤੁਸੀਂ ਉਹਦੇ ਬਦਲੇ, ਉਹਦੇ ਬਦਲੇ ਤੁਸੀਂ ਲੈਂਦੇ ਹੋ ਜੀ ਪੈਸਾ, ਫॉर ਐਕਸਚੇਂਜ ਆਫ ਮਨੀ। ਕੋਈ ਵੀ ਪ੍ਰੋਡਕਟ, ਕੋਈ ਵੀ ਸਰਵਿਸ ਤੁਸੀਂ ਦਿੰਦੇ ਹੋ, ਉਹਦੇ ਬਦਲੇ ਤੁਸੀਂ ਕੀ ਲੈਂਦੇ ਹੋ, ਮਨੀ ਲੈਂਦੇ ਹੋ, ਪੈਸਾ ਜਿਹੜਾ ਵਾ ਉਹ ਚਾਰਜ ਕਰਦੇ ਹੋ। ਐਵੇਂ ਰਾਈਟ, ਇਦਾਂ ਹੀ ਕਰਦੇ ਆ। ਕਿਤੇ ਵੀ ਚਲੇ ਜਾਓ, ਜੀਓ ਦਾ ਰੀਚਾਰਜ ਕਰਾਉਂਦੇ ਆ, ਠੀਕ ਹੈ, ਏਅਰਟੈਲ ਦਾ ਮੋਬਾਈਲ ਰੀਚਾਰਜ, ਜੀਓ ਦੀ ਕਿਉਂ ਪ੍ਰਮੋਸ਼ਨ ਕਰੀਏ। ਠੀਕ ਹੈ ਜੀ, ਤੇ ਕੋਈ ਨਾ ਜਿਸ ਵੇਲੇ ਪਰਮਾਤਮਾ ਨੇ ਚਾਹਿਆ ਪ੍ਰਮੋਸ਼ਨ ਕਰ ਵੀ ਦੇਵਾਂਗੇ, ਕੋਈ ਏਡੀ ਗੱਲ ਨਹੀਂ ਹੈ। ਸੋ ਜੇ ਗੱਲ ਕਰੀਏ ਮੋਬਾਈਲ ਰੀਚਾਰਜ ਦੀ, ਤਾਂ ਤੁਸੀਂ ਸਰਵਿਸ ਲੈ ਰਹੇ ਹੋ, ਟੈਲੀ ਸਰਵਿਸ ਲੈ ਰਹੇ ਹੋ, ਇੰਟਰਨੈਟ ਦੀ ਸਰਵਿਸ ਲੈ ਰਹੇ ਹੋ, ਤੁਸੀਂ ਪੇ ਕਰਦੇ ਹੋ ਮਨੀ। ਜੇ ਅੰਬਾਨੀ ਜੀ ਸਾਨੂੰ ਦੇ ਰਹੇ ਨੇ ਜੀਓ 4G ਸਰਵਿਸ, ਉਹਦੇ ਬਦਲੇ ਉਹ ਕੀ ਚਾਰਜ ਕਰਦੇ ਪਏ, ਪੈਸਾ, ਮਨੀ ਚਾਰਜ ਕਰਦੇ ਪਏ। ਮਾਰਕੀਟ ਦੇ ਵਿੱਚ ਕਿਤੇ ਵੀ ਜਾਓ, ਇੱਕ ਸਬਜ਼ੀ ਵਾਲੇ ਦੀ ਐਗਜ਼ਾਮਪਲ, ਸਬਜ਼ੀ ਵਾਲਾ ਕੀ ਕਰ ਰਿਹਾ, ਰੇਹੜੀ ਵਾਲਾ ਕੀ ਕਰ ਰਿਹਾ, ਇੱਕ ਬਿਜ਼ਨਸ ਕਰ ਰਿਹਾ, ਤੁਹਾਨੂੰ ਸਬਜ਼ੀ ਦੇ ਰਿਹਾ, ਪੈਸਾ ਲੈ ਰਿਹਾ। ਸੋ ਦੈਟ ਇਜ਼ ਦਾ ਕਨਸੈਪਟ ਆਫ ਬਿਜ਼ਨਸ। ਹੋਰ ਇਹਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ। ਪਰ ਕਿਹੜੇ ਕਿਹੜੇ ਬਿਜ਼ਨਸ ਹੋ ਸਕਦੇ ਆ ਜਿਹੜੇ এনवायरमेंट ਤੋਂ ਸਿੱਧੇ ਤਰ੍ਹਾਂ ਪ੍ਰਭਾਵਿਤ ਹੋ ਰਹੇ ਆ। ਮੈਂ ਫਸਲਾਂ ਦੀ ਗੱਲ ਕੀਤੀ, ਫਸਲਾਂ ਕਿਉਂ ਬਰਬਾਦ ਹੋ ਰਹੀਆਂ, ਅਨਸੀਜ਼ਨਲ ਰੇਨਸ ਕਰਕੇ। ਅਨਸੀਜ਼ਨਲ ਰੇਨਸ ਕਿੱਥੋਂ ਆ ਰਹੀਆਂ, ਕਲਾਈਮੇਟ ਚੇਂਜ ਕਰਕੇ। ਤੇ ਕੀ ਹੁਣ ਜੇ ਮੈਂ ਇੱਕ ਕਿਸਾਨ ਆ ਤਾਂ ਮੈਂ ਵੀ ਪੈਸਾ ਹੀ ਕਮਾ ਰਿਹਾ, ਮੈਂ ਵੀ ਤੇ ਇਹਦਾ ਮਤਲਬ ਇੱਕ ਬਿਜ਼ਨਸਮੈਨ ਹੀ ਹੈ, ਮੈਂ ਵੀ ਇੱਕ ਬਿਜ਼ਨਸਮੈਨ ਆ, ਮੇਰੀ ਵੀ ਇੱਕ ਆਕਿਊਪੇਸ਼ਨ ਆ, ਮੇਰਾ ਕੋਈ ਕਿੱਤਾ ਹੈ ਜਿਹਦੇ ਨਾਲ ਮੈਂ ਪੈਸਾ ਕਮਾ ਰਿਹਾ, ਮੈਂ ਆਪਦਾ ਪਰਿਵਾਰ ਪਾਲ ਰਿਹਾ। ਜੇ ਮੈਂ ਇੱਕ ਫਾਰਮਰ ਆ, ਮੈਂ ਇੱਕ ਕਿਸਾਨ ਆ, ਪਰ ਜਦੋਂ ਮੇਰੀ ਫਸਲ ਅਨਸੀਜ਼ਨਲ ਰੇਨਸ ਦੇ ਥਰੂ ਜਿਹੜੀ ਉਹ ਖਰਾਬ ਹੋ ਰਹੀ ਆ, ਤਾਂ ਇਹਦਾ ਮਤਲਬ ਫਿਰ ਮੇਰਾ ਬਿਜ਼ਨਸ ਇਫੈਕਟ ਨਹੀਂ ਹੋ ਰਿਹਾ, ਹੋ ਰਿਹਾ, ਬਿਲਕੁਲ ਹੋ ਰਿਹਾ। ਸੋ ਇਹੀ ਕਰਨ ਦੀ ਲੋੜ ਸੀ, ਇਹੀ ਕਰਨ ਦੀ ਲੋੜ ਸੀ। ਜਿਹੜੇ ਸਟੂਡੈਂਟਸ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋਏ ਸੀ, ਉਹਨਾਂ ਨੂੰ ਪਤਾ ਵੀ ਹੋਊਗਾ, ਸ਼ਾਇਦ ਜੇ ਹੁਣ ਦੇਖ ਰਹੇ ਨੇ ਤਾਂ ਉਹਨਾਂ ਨੂੰ ਹੁਣ ਵੀ ਕਲੀਅਰ ਹੋ ਜਾਊਗਾ ਕਿ ਸਾਨੂੰ ਕੀ ਕਰਨ ਦੀ ਲੋੜ ਸੀ। ਸਾਨੂੰ ਆਨਲਾਈਨ ਜਾ ਕੇ ਸਰਚ ਕਰਨ ਦੀ ਲੋੜ ਨਹੀਂ ਸੀ, ਸਾਨੂੰ ਸਿਰਫ ਜਿਹੜੀਆਂ ਗੱਲਾਂ ਸਾਡੇ ਆਲੇ ਦੁਆਲੇ ਵਾਪਰ ਰਹੀਆਂ, ਸਾਨੂੰ ਉਹਨਾਂ ਨੂੰ ਚੱਕਣ ਦੀ ਲੋੜ ਸੀ ਤੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਲੋੜ ਸੀ, ਜਿਵੇਂ ਹੁਣ ਆਪਾਂ ਕਰਨਾ ਸਿੱਖ ਰਹੇ ਹਾਂ। ਠੀਕ ਹੈ ਜੀ, ਤਾਂ ਉਹ ਅਨਸੀਜ਼ਨਲ ਰੇਨਸ ਜਿਹੜੀਆਂ ਨੇ, ਠੀਕ ਹੈ, ਉਹਨਾਂ ਨਾਲ ਮੇਰੀ ਫਸਲ ਦਾ ਨੁਕਸਾਨ ਹੋ ਜਾਂਦਾ ਵਾ। ਅਨਸੀਜ਼ਨਲ ਰੇਨ, ਕਲਾਈਮੇਟ ਚੇਂਜ ਆ, ਵੈਦਰ ਚੇਂਜ ਆ, ਪੈਟਰਨਸ ਜਿਹੜੇ ਆ ਉਹ ਚੇਂਜ ਹੋ ਰਹੇ ਆ ਮੌਸਮ ਦੇ। ਠੀਕ ਹੈ, ਤਾਂ ਉਹਦੇ ਕਰਕੇ ਮੈਨੂੰ ਜਿਹੜਾ ਮੇਰਾ ਬਿਜ਼ਨਸ, ਐਗਰੀਕਲਚਰ ਜਿਹੜਾ ਮੇਰਾ ਬਿਜ਼ਨਸ ਆ, ਠੀਕ ਹੈ, ਫਾਰਮਿੰਗ ਜਿਹੜਾ ਮੇਰਾ ਬਿਜ਼ਨਸ ਆ, ਉਹ ਕੀ ਹੋ ਰਿਹਾ, ਅਫੈਕਟ ਹੋ ਰਿਹਾ। ਏਦਾਂ ਹੀ ਤੁਸੀਂ ਹੋਰ 2-3 ਬਿਜ਼ਨਸ ਸੋਚ ਸਕਦੇ ਹੋ। ਜਿਵੇਂ ਫਿਸ਼ਿੰਗ ਦੀ ਮੈਂ ਗੱਲ ਕਰ ਲਾਂ, ਮੱਛੀ ਦਾ ਵਪਾਰ ਹੁੰਦਾ ਵਾ, ਤਾਂ ਮੱਛੀ ਦਾ ਵਪਾਰ ਜਦੋਂ ਹੁਣ ਫਲੱਡਸ ਆ ਰਹੇ ਆ, ਕਿੱਥੇ ਆ ਰਹੇ ਸੀ ਦੇ ਵਿੱਚ, ਮੱਛੀ ਕਿੱਥੋਂ ਆਉਂਦੀ ਹੈ, ਸਮੁੰਦਰ ਚੋਂ ਆ ਰਹੀ ਆ। ਠੀਕ ਹੈ,
ਉਹ ਵੀ ਇੱਕ ਬਿਜ਼ਨਸ ਆ। ਆਪਣਾ ਹੁਣ ਵਿੰਟਰ ਸੀਜ਼ਨ ਚੱਲ ਰਿਹਾ, ਜਿਹੜੇ ਬੰਦੇ ਨਾਨ ਵੈਜੀਟੇਰੀਅਨਸ ਨੇ, ਦੇਖੋ ਮੈਂ ਨਾਨ ਵੈਜੀਟੇਰੀਅਨ ਨਹੀਂ ਹੈਗਾ, ਠੀਕ ਹੈ, ਆਈ ਐਮ ਪਿਓਰ ਵੈਜੀਟੇਰੀਅਨ। ਪਰ ਜੇ ਗੱਲ ਕਰਾਂ ਉਹਨਾਂ ਦੀ, ਠੀਕ ਹੈ, ਜਿਹੜੇ ਖਾ ਰਹੇ ਨੇ ਇਸ ਚੀਜ਼ ਨੂੰ, ਕੰਜ਼ਿਊਮ ਕਰ ਰਹੇ ਨੇ, ਜਿਨ੍ਹਾਂ ਦਾ ਇਸ ਚੀਜ਼ ਦੇ ਨਾਲ ਰੋਜ਼ਗਾਰ ਜੁੜਿਆ, ਠੀਕ ਹੈ, ਤਾਂ ਉਹ ਤਾਂ ਇਸ ਚੀਜ਼ ਤੇ ਡਿਪੈਂਡ ਨੇ, ਨੇਚਰ ਤੇ ਡਿਪੈਂਡ ਨੇ, ਵੀ ਮੱਛੀ ਫੜ ਕੇ ਲਿਆਵਾਂਗੇ ਓਸ਼ੀਅਨ ਦੇ ਵਿੱਚੋਂ, ਉੱਥੋਂ ਪ੍ਰੋਸੈਸ ਹੋ ਕੇ ਆ ਰਹੀ ਹੈ ਬੰਬੇ, ਇਦਾਂ ਦੀਆਂ ਵੱਡੇ ਵੱਡੇ ਸ਼ਹਿਰਾਂ 'ਚੋਂ ਪ੍ਰੋਸੈਸ ਹੋ ਕੇ ਆ ਰਹੀ ਆ। ਤੇ ਜੇ ਹੁਣ ਉੱਥੇ ਹੜ੍ਹ ਆ ਰਹੇ ਨੇ, ਜੇ ਉੱਥੇ ਹੁਣ ਪਾਣੀ ਦਾ ਜਿਹੜਾ ਲੈਵਲ ਆ ਉਹ ਵੱਧਦਾ ਜਾ ਰਿਹਾ, ਉੱਥੇ ਜਿਹੜਾ ਸਮੁੰਦਰ ਦਾ ਜਿਹੜਾ ਵੈਦਰ ਸੀ, ਸਮੁੰਦਰ ਦਾ ਜਿਹੜਾ এনवायरमेंट ਸੀ, ਉਹ ਪਹਿਲਾਂ ਜਿੰਨਾ ਫੇਵਰੇਬਲ ਨਹੀਂ ਰਿਹਾ, ਤਾਂ ਉਹ ਜਿਹੜਾ ਮੱਛੀ ਦਾ ਰੁਜ਼ਗਾਰ ਆ, ਮੱਛੀ ਦਾ ਇੱਕ ਬਿਜ਼ਨਸ ਆ, ਉਹ ਤਾਂ ਫਿਰ ਕਿਤੇ ਨਾ ਕਿਤੇ ਇਫੈਕਟ ਹੋ ਹੀ ਰਿਹਾ। ਉਹਨਾਂ ਲੋਕਾਂ ਨੂੰ ਤਾਂ ਲਾਸ ਫੇਸ ਕਰਨਾ ਹੀ ਪੈ ਰਿਹਾ, ਜਿਵੇਂ ਫਾਰਮਰ ਨੂੰ ਕਰਨਾ ਪੈ ਰਿਹਾ। ਫਾਰਮਰ ਦੀ ਫਸਲ, ਕਿਸਾਨ ਦੀ ਫਸਲ ਖਰਾਬ ਹੋ ਰਹੀ ਆ ਅਨਸੀਜ਼ਨਲ ਰੇਂਜ ਕਰਕੇ। ਤੇ ਅਨਸੀਜ਼ਨਲ ਰੇਂਜ ਕਿੱਥੋਂ ਆ ਰਹੇ ਆ? ਕਲਾਈਮੇਟ ਚੇਂਜ। ਸੋ ਇਦਾਂ ਜਿਹੜਾ ਆਪਾਂ ਵਾ ਲਿੰਕ ਜਿਹੜਾ ਮੇਨਟੇਨ ਕਰ ਸਕਦੇ ਆ ਦੋ ਡਿਫਰੈਂਟ ਟੌਪਿਕਸ ਦੇ ਵਿੱਚ, ਜੇ ਅਸੀਂ ਉਸ ਚੀਜ਼ ਨੂੰ ਧਿਆਨ ਦੇ ਨਾਲ ਸਮਝੀਏ, ਅਸੀਂ ਉਸ ਚੀਜ਼ ਨੂੰ ਲੌਜੀਕਲੀ ਸੋਚੀਏ, ਤਾਂ ਸਾਨੂੰ ਇਹ ਜਿਹੜੇ ਦੋ ਟੌਪਿਕਸ ਹੈ ਡਿਫਰੈਂਟ ਲੱਗਣਗੇ ਹੀ ਨਹੀਂ। ਸਾਨੂੰ ਲੱਗੂਗਾ ਦੋਵੇਂ ਤਾਂ ਇੰਟਰਕਨੈਕਟਡ ਆ। ਕੀ ਸੋਚਣ ਦੀ ਲੋੜ ਸੀ? ਇਹੋ ਜਿਹੇ ਬਿਜ਼ਨਸ ਜਿਹੜੇ ਕੁਦਰਤ ਦੇ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦੇ ਆ, ਕੁਦਰਤ ਤੇ ਸਿੱਧੇ ਤੌਰ ਤੇ ਡਿਪੈਂਡ ਕਰਦੇ ਆ। ਫਾਰਮਿੰਗ ਦਾ ਖਿੱਤਾ ਸਿੱਧੇ ਤੌਰ ਤੇ ਕੁਦਰਤ ਤੇ ਡਿਪੈਂਡ ਕਰਦਾ। ਜੇ ਕੁਦਰਤ ਹੀ ਨਹੀਂ ਸਹੀ ਹੈਗੀ, ਕੁਦਰਤ ਸਾਥ ਨਹੀਂ ਦੇ ਰਹੀ ਕਿਸਾਨ ਦਾ, ਕਿਸਾਨ ਕਿਵੇਂ ਫਸਲ ਬੋਲੂਗਾ, ਕਿਵੇਂ ਫਸਲ ਉਗਾ ਲੂਗਾ, ਤੇ ਕਿਵੇਂ ਮਾਰਕੀਟ ਦੇ ਵਿੱਚ ਮੰਡੀ 'ਚ ਲਿਜਾ ਕੇ ਵੇਚ ਲੂਗਾ, ਤੇ ਕਿਵੇਂ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ? ਨਹੀਂ ਕਰ ਸਕਦਾ। ਇਦਾਂ ਹੀ ਜਿਹੜਾ ਇੱਕ ਮੱਛੀ ਪਾਲਕ ਆ, ਮੱਛੀ ਪਾਲ ਰਿਹਾ, ਤੇ ਉਹ ਉੱਥੇ ਜੇ ਕੁਝ ਇਦਾਂ ਦਾ ਵੈਦਰ ਪੈਟਰਨਸ ਚੇਂਜ ਹੋ ਰਹੇ ਆ, ਠੀਕ ਹੈ, ਤਾਂ ਉਹਨੂੰ ਨਹੀਂ ਉਹ ਪ੍ਰੋਡਕਸ਼ਨ ਮਿਲਦੀ ਪਈ, ਐਨੂਅਲ ਕੈਸ਼ ਨਹੀਂ ਮਿਲਦੀ ਪਈ, ਮੱਛੀ ਉਹਨੀ ਨਹੀਂ ਫੜ ਪਾ ਰਿਹਾ ਸਮੁੰਦਰ ਦੇ ਵਿੱਚੋਂ, ਤਾਂ ਕਿਵੇਂ ਆਪਦੇ ਪਰਿਵਾਰ ਦਾ ਰੋਜ਼ਗਾਰ ਜਿਹੜਾ ਉਹ ਕਿਵੇਂ ਨਾ ਕਿਵੇਂ ਜੋੜ ਸਕਦਾ? ਨਹੀਂ ਜੋੜ ਸਕਦਾ। ਸੋ ਕਿਤੇ ਨਾ ਕਿਤੇ ਆਪਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੁਦਰਤ ਦੇ ਨਾਲ ਹੀ ਜੁੜੇ ਹੋਏ ਆ, ਸਾਡਾ ਵਜੂਦ ਹੀ ਕੁਦਰਤ ਆ। ਸੋ ਇਹਨਾਂ ਦੋ ਡਿਫਰੈਂਟ ਟੌਪਿਕਸ ਨੂੰ ਹੁਣ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਹਾਂਜੀ ਮਨਜੋਤ ਸਰ, ਹੁਣ ਸਾਨੂੰ ਇਹ ਜਿਹੜੇ ਦੋ ਡਿਫਰੈਂਟ ਟੌਪਿਕਸ ਨੇ, ਇਹਨਾਂ ਦੇ ਵਿੱਚ ਇੱਕ ਲਿੰਕ ਦਿਸ ਰਿਹਾ। ਗੱਲ ਕਰਾਂ ਉਹਨਾਂ ਬਿਜ਼ਨਸਿਸ ਦੀ ਜਿਨ੍ਹਾਂ ਦਾ ਤੁਹਾਨੂੰ ਸਿੱਧੇ ਤੌਰ ਤੇ ਬਿਜ਼ਨਸ ਨਹੀਂ ਦਿਖ ਰਿਹਾ, ਉਹਨਾਂ ਬਾਰੇ ਵੀ ਗੱਲ ਕਰਦੇ ਆ। ਉਹ ਬਿਜ਼ਨਸ ਬੇਸਿਕਲੀ ਹੁਣ ਆਪਾਂ ਇੱਥੇ ਕਰ ਕੀ ਰਹੇ ਆ? ਹੁਣ ਆਪਾਂ ਇੱਥੇ ਇਹ ਕਰ ਰਹੇ ਆ ਕਿ ਕਿਵੇਂ ਜਿਹੜੇ ਆ ਦੋ ਟੌਪਿਕਸ ਜਿਹੜੇ ਸੀ, ਉਹਨਾਂ ਦੇ ਵਿੱਚ ਕਿਵੇਂ ਅਸੀਂ ਇੱਕ ਲਿੰਕ ਬਣਾਇਆ। ਕਲਾਈਮੇਟ ਚੇਂਜ, ਬਿਜ਼ਨਸ ਦੇ ਨਾਲ ਇਹਦਾ ਲਿੰਕ ਕੀ ਆ? ਤਾਂ ਜਿਹੜਾ ਆਹ ਵਿਚਾਲੀ ਚੀਜ਼ ਆ, ਇਹਨੂੰ ਆਪਾਂ ਇੱਕ ਡਾਇਰੈਕਟ ਇਨਫਲੂਐਂਸ ਦੇ ਤੌਰ ਤੇ ਫਾਈਂਡ ਆਊਟ ਕੀਤਾ, ਡਾਇਰੈਕਟ ਇਨਫਲੂਐਂਸ ਦੇ ਤੌਰ ਤੇ ਸਮਝਿਆ। ਐਗਰੀਕਲਚਰ ਬਿਜ਼ਨਸ ਆਪਾਂ ਚੱਕਿਆ, ਠੀਕ ਹੈ ਜੀ, ਐਗਰੀਕਲਚਰ ਤੇ ਫਿਸ਼ਿੰਗ ਇੰਡਸਟਰੀ, ਇਹ ਦੋ ਬਿਜ਼ਨਸ ਆਪਾਂ ਚੱਕੇ। ਜੇ ਹੁਣ ਗੱਲ ਕਰਾਂ ਹਿਮਾਚਲ ਦੇ ਵਿੱਚੋਂ ਸੇਬ ਆ ਰਿਹਾ, ਤਾਂ ਉਹ ਵੀ ਕਿੱਥੇ ਡਿਪੈਂਡ ਆ ਬਈ? ਕੁਦਰਤ ਤੇ ਡਿਪੈਂਡ ਆ, ਤੇ ਬਿਜ਼ਨਸ ਹੀ ਕਰ ਰਿਹਾ। ਜਿਹੜਾ ਵੀ ਕੋਈ ਬਿਜ਼ਨਸਮੈਨ, ਕੋਈ ਫਾਰਮਰ ਜਿਹਦੇ ਵੱਡੇ ਵੱਡੇ ਫਾਰਮ ਨੇ, ਡਰਾਈ ਫਰੂਟ ਆਪਣਾ ਕਿੰਨਾ ਇੱਧਰਲੇ ਸ਼੍ਰੀਨਗਰ ਵਾਲੇ ਏਰੀਆਜ਼ ਦੇ ਵਿੱਚੋਂ ਆ ਰਿਹਾ ਵਾ, ਮੈਨੂੰ ਪੱਕਾ ਤਾਂ ਨਹੀਂ ਪਤਾ, ਪਰ ਆਉਂਦਾ ਤਾਂ ਇੱਧਰਲੀ ਸਾਈਡ ਤੋਂ ਆ। ਤੇ ਜੇ ਹੁਣ ਉੱਥੇ ਪਹਾੜਾਂ ਦੇ ਵਿੱਚ ਕੁਝ ਇਦਾਂ ਦੀ ਹਲਚਲ ਹੋਣ ਲੱਗ ਜੇ, ਕਲਾਈਮੇਟ ਚੇਂਜ ਹੋਣ ਲੱਗ ਜੇ, ਵਾਤਾਵਰਨ ਬਦਲ ਹੋਣ ਲੱਗ ਜੇ, ਤਾਂ ਫਸਲ ਤਾਂ ਖਰਾਬ ਹੋਊਗੀ, ਫਸਲ ਦਾ ਨੁਕਸਾਨ ਹੋਊਗਾ। ਤੇ ਅਲਟੀਮੇਟ ਫਸਲ ਤੋਂ ਤਾਂ ਪੈਸਾ ਕਮਾ ਰਿਹਾ ਉਹ ਬੰਦਾ, ਤਾਂ ਉਹਦੀ ਫਸਲ ਖਰਾਬ ਹੋ ਗਈ ਤਾਂ ਪੈਸਾ ਕਿੱਥੋਂ ਕਮਾਊਗਾ? ਨਹੀਂ ਕਮਾਊਗਾ। ਸੋ ਇਹੀ ਆਪਾਂ ਨੂੰ ਸੋਚਣ ਦੀ ਲੋੜ ਸੀ, ਸਮਝਣ ਦੀ ਲੋੜ ਸੀ ਵੀ ਅਸੀਂ ਕਿਵੇਂ ਇੱਕ ਲਿੰਕ ਜਿਹੜਾ ਉਹ ਐਸਟੈਬਲਿਸ਼ ਕਰ ਸਕਦੇ। ਠੀਕ ਹੈ ਜੀ, ਇਹਨੂੰ ਕ੍ਰਿਟੀਕਲ ਥਿੰਕਿੰਗ ਕਹਿ ਲਓ, ਜੋ ਵੀ ਤੁਹਾਨੂੰ ਸਮਝਣ ਦੇ ਵਿੱਚ ਈਜ਼ ਹੋ ਰਹੀ ਆ, ਜੋ ਵੀ ਕਹਿਣਾ ਤੁਸੀਂ ਕਹਿ ਲਓ, ਠੀਕ ਹੈ ਜੀ। ਬਸ ਆਪਾਂ ਨੂੰ ਜਿਹੜਾ ਟੌਪਿਕ ਆ ਉਹ ਕਲੀਅਰ ਹੋਣਾ ਚਾਹੀਦਾ। ਹੁਣ ਗੱਲ ਕਰਾਂ ਉਹਨਾਂ ਬਿਜ਼ਨਸਿਸ ਦੀ, ਉਹਨਾਂ ਕੰਪਨੀਆਂ ਦੀ ਜਿਹੜੇ ਕੁਦਰਤ ਤੇ ਕਿਤੇ ਨਾ ਕਿਤੇ ਡਿਪੈਂਡ ਨਹੀਂ ਕਰਦੇ, ਉਹਨਾਂ ਤੇ ਕਿਵੇਂ ਪ੍ਰਭਾਵ ਪੈ ਸਕਦਾ? ਉਹਨਾਂ ਦੇ ਲਈ ਆਪਾਂ ਕਿਤੇ ਨਾ ਕਿਤੇ ਚੂਜ਼ ਕਰ ਸਕਦੇ ਹਾਂ ਇਨਡਾਇਰੈਕਟ ਇਨਫਲੂਐਂਸ, ਇਨਡਾਇਰੈਕਟ ਇੰਪੈਕਟ ਕਹਿ ਸਕਦੇ ਹੋ, ਇਨਫਲੂਐਂਸ ਕਹਿ ਸਕਦੇ ਹੋ, ਠੀਕ ਹੈ ਜੀ। ਇਨਫਲੂਐਂਸ, ਠੀਕ ਹੈ ਜੀ, ਇੰਪੈਕਟ, ਓਕੇ ਜੀ। ਐਗਜ਼ਰਟ ਵਰਡ ਇੰਪੈਕਟ ਦੇ ਨਾਲ ਯੂਜ਼ ਹੋ ਜਾਂਦਾ। ਐਗਜ਼ਰਟ ਮਤਲਬ ਕਾਜ਼ ਜਾਂ ਫਿਰ ਪੁੱਟ, ਠੀਕ ਹੈ ਜੀ, ਕਾਜ਼ ਜਾਂ ਐਗਜ਼ਰਟ, EXERT, ਪ੍ਰਭਾਵ ਪਾ ਰਿਹਾ, ਪ੍ਰਭਾਵ ਲੈ ਕੇ ਆ ਰਿਹਾ, ਐਗਜ਼ਰਟ, ਇੰਪੈਕਟ, ਇਨਫਲੂਐਂਸ, ਠੀਕ ਹੈ ਜੀ। ਸੋ ਇਹ ਹੁਣ ਇਨਡਾਇਰੈਕਟ ਇੰਪੈਕਟ ਕੀ ਹੋਊਗਾ? ਮੰਨ ਲਓ ਵੀ ਤੁਸੀਂ ਕੁਝ ਆਰਡਰ ਕੀਤਾ ਜ਼ੋਮੈਟੋ ਤੋਂ ਘਰੇ ਬੈਠੇ। ਜ਼ੋਮੈਟੋ ਇੱਕ ਬਿਜ਼ਨਸ ਹੈ, ਇੱਕ ਕੰਪਨੀ ਆ ਜਿਹੜੀ ਪੈਸਾ ਕਮਾ ਰਹੀ ਆ, ਤੁਹਾਡੇ ਘਰ ਤੱਕ ਤੁਹਾਡਾ ਖਾਣਾ ਪਹੁੰਚਾ ਕੇ, ਕਿੱਥੋਂ? ਰੈਸਟੋਰੈਂਟ ਤੋਂ ਤੁਹਾਡੇ ਘਰ ਤੱਕ ਖਾਣਾ ਪਹੁੰਚਾ ਰਹੀ ਆ ਵਿਦ ਹੈਲਪ ਆਫ ਡਿਲੀਵਰੀ ਮੈਨ। ਅਨਸੀਜ਼ਨਲ ਰੇਂਜ ਦੀ ਐਗਜ਼ਾਮਪਲ ਲੈ ਲਓ ਤੁਸੀਂ। ਮੰਨ ਲਓ ਤੁਸੀਂ ਜ਼ੋਮੈਟੋ ਤੋਂ ਆਰਡਰ ਕਰਤਾ,
ਤੇ ਤੁਹਾਡੇ ਸ਼ਹਿਰ ਦੇ ਵਿੱਚ ਅਨਸੀਜ਼ਨਲ ਰੇਨਸ ਇੰਨੀ ਕਿ ਜ਼ਿਆਦਾ ਪੈ ਰਹੀ ਆ ਕਿ ਉਹ ਜ਼ੋਮੈਟੋ ਵਾਲੇ ਨੂੰ ਦਿੱਕਤ ਆ ਰਹੀ ਹੈ, ਤਾਂ ਕਿਤੇ ਨਾ ਕਿਤੇ ਜਿਹੜੀ ਸਪਲਾਈ ਚੇਨ ਉਹ ਤਾਂ ਫਿਰ ਇਫੈਕਟ ਹੋਊਗੀ। ਜ਼ੋਮੈਟੋ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਐਮਾਜ਼ੋਨ ਦੀ ਐਗਜ਼ਾਮਪਲ ਲੈ ਲਓ ਤੁਸੀਂ। ਜੇ ਕਲਾਈਮੇਟ, ਜੇ এনवायरमेंट ਸਹੀ ਰਹੂਗਾ ਤੇ ਫੇਰ ਹੀ ਉਹ ਬੰਦਾ ਮੇਰੇ ਘਰ ਤੱਕ ਡਿਲੀਵਰੀ ਕਰਨ ਆਊਗਾ। ਜੇ ਮੌਸਮ ਹੀ ਨਹੀਂ ਸਹੀ ਹੋਊਗਾ, ਹੁਣ ਅੱਜ ਕੱਲ ਧੁੰਦਾਂ ਪੈ ਰਹੀਆਂ ਨੇ, ਠੀਕ ਹੈ ਜੀ, ਤੇ ਜੇ ਮੈਂ ਇਹਨਾਂ ਧੁੰਦਾਂ ਨੂੰ ਵੀ ਕੰਸੀਡਰ ਕਰਾਂ, ਹੈ ਤਾਂ ਇਹ ਕੁਦਰਤੀ ਚੇਂਜ ਹੈ, ਇੱਕ ਕੁਦਰਤ ਦਾ ਇੱਕ ਬਦਲਾਵ ਆ, ਪਰ ਜੇ ਇਹਨੂੰ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਸਪਲਾਈ ਚੇਨ ਜਿਹੜੀ ਆ ਉਹ ਇਫੈਕਟ ਹੁੰਦੀ ਆ, ਉਹਦੇ ਵਿੱਚ ਡਿਲੇ ਆਉਂਦਾ। ਫੇਰ ਗੱਲ ਕਰੀਏ ਅਨਫੇਵਰੇਬਲ ਕਲਾਈਮੇਟ ਦੀ, ਜਦੋਂ ਮੌਸਮ ਬਦਲਦਾ ਸਭ ਤੋਂ ਵੱਧ ਪ੍ਰਭਾਵ ਸਾਡੀ ਸਿਹਤ ਹੁੰਦੀ ਆ ਤੇ ਜੇ ਮੌਸਮ ਬਦਲਣ ਦੇ ਨਾਲ ਮੇਰੀ ਸਿਹਤ ਖਰਾਬ ਹੋ ਰਹੀ ਹੈ ਤਾਂ ਮੈਂ ਕੰਮ ਤੇ ਕਿਵੇਂ ਜਾਊਂਗਾ? ਮਨਜੋਤ ਸਰ ਯੂਐਲਓ ਐਜੂਕੇਸ਼ਨ ਪੜਾਉਣ ਕਿਵੇਂ ਆਉਣਗੇ ਜੇ ਮਨਜੋਤ ਸਰ ਵਾਤਾਵਰਣ ਦੇ ਬਦਲਾਵ ਕਰਕੇ ਘਰੇ ਬਿਮਾਰ ਪਏ ਨੇ? ਨਹੀਂ ਆ ਸਕਦੇ ਮਨਜੋਤ ਸਰ। ਤਾਂ ਬਿਜ਼ਨਸ ਕਿਹਦਾ ਇਫੈਕਟ ਹੋ ਰਿਹਾ? ਯੂਐਲਓ ਐਜੂਕੇਸ਼ਨ ਦਾ ਬਿਜ਼ਨਸ ਇਫੈਕਟ ਹੋ ਰਿਹਾ, ਕਿਉਂਕਿ ਇਹਨਾਂ ਦਾ ਜਿਹੜਾ EMPLOYE ਆ ਉਹ ਨਹੀਂ ਆ ਰਿਹਾ, ਕਿਉਂਕਿ ਉਹ ਬਿਮਾਰ ਆ ਕਲਾਈਮੇਟ ਚੇਂਜ ਦਾ ਕਰਕੇ। ਕਲਾਈਮੇਟ ਚੇਂਜ ਨੇ ਉਹਦੀ ਸਿਹਤ ਦੇ ਨਾਲ ਖਿਲਵਾੜ ਕੀਤਾ। ਖਿਲਵਾੜ ਤਾਂ ਕੁਝ ਚਲੋ ਸੀਰੀਅਸ ਸ਼ਬਦ ਹੋ ਗਿਆ, ਠੀਕ ਹੈ ਜੀ, ਫਲੋ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਆਪਾਂ ਯੂਜ਼ ਕਰ ਲੈਂਦੇ ਆ। ਸਿਹਤ ਦੇ ਨਾਲ, ਸਿਹਤ ਤੇ ਪ੍ਰਭਾਵ ਪੈ ਰਿਹਾ। ਤਾਂ ਇਹੀ ਸੋਚੋ, ਜੇ ਇੱਕ ਫੈਕਟਰੀ ਹੋਵੇ ਤੇ 100 ਵਰਕਰ ਜਿਹੜਾ ਉਹ ਘਰੇ ਬਿਮਾਰ ਪਿਆ ਹੋਵੇ, ਕਿਉਂਕਿ ਲਗਾਤਾਰ ਪਿਛਲੇ 12 ਦਿਨਾਂ ਤੋਂ ਮੀਂਹ ਪੈ ਰਿਹਾ, ਕਲਾਈਮੇਟ ਚੇਂਜ ਦਾ ਉਹ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਕਲਾਈਮੇਟ ਚੇਂਜ, ਤਾਂ ਕਿਵੇਂ ਉਹ ਕੰਮ ਤੇ ਆਉਣਗੇ? ਪ੍ਰੋਡਕਸ਼ਨ ਸੈਕਟਰ ਵੀ ਇਫੈਕਟ ਹੋ ਸਕਦਾ। ਸੋ ਇਹ ਜਿਹੜੇ ਸ਼ਬਦ ਨੇ ਹੁਣ ਆਪਾਂ ਲਿਖਤੀ ਰੂਪ ਦੇ ਵਿੱਚ ਪੜਾਂਗੇ ਵੀ ਇਹ ਕਿਵੇਂ ਲਿਖੇ ਜਾ ਸਕਦੇ ਸੀ। ਸੋ ਲੈਟਸ ਮੂਵ ਟੂ ਦਾ ਇੰਟਰੋ ਐਂਡ ਥੀਸਿਸ। ਲਿਖਣਾ ਸ਼ੁਰੂ ਕਰਾਂਗੇ ਟਾਸਕ ਨੂੰ, ਕਿਵੇਂ ਇਹ ਲਿਖਿਆ ਜਾ ਸਕਦਾ ਸੀਗਾ ਈਜ਼ੀ ਵੇ ਦੇ ਨਾਲ। ਇੰਟਰੋਡਕਸ਼ਨ ਇਜ਼ ਇਕੁਅਲ ਟੂ ਪੈਰਾਫਰੇਜ਼ ਪਲੱਸ ਥੀਸਿਸ। ਸਾਰਿਆਂ ਨੂੰ ਇਹ ਚੀਜ਼ ਪਤਾ ਹੋਊਗੀ। ਬੇਸਿਕਲੀ ਮੈਂ ਇਹ ਬਿਲੀਵ ਕਰਦਾ ਕਿ ਜਦੋਂ ਇੰਟਰੋਡਕਸ਼ਨ ਦੀ ਗੱਲ ਆਉਂਦੀ ਕਿਤੇ ਨਾ ਕਿਤੇ ਇੱਕ ਰਿਜਿਡ ਜਿਹਾ ਓਪੀਨੀਅਨ ਲੈ ਕੇ ਚੱਲਦੇ ਆ ਕਿ ਪੈਰਾਫਰੇਜ਼ ਤੇ ਥੀਸਿਸ ਕਰਨੀ ਆ, ਪਰ ਕਿਉਂ ਕਰਨੀ ਹੈ ਬੱਚੇ ਨੂੰ ਕਦੇ ਦੱਸਿਆ ਨਹੀਂ ਜਾਂਦਾ। ਪੈਰਾਫਰੇਜ਼ ਦਾ ਮੀਨਿੰਗ ਕੀ ਆ? ਪੈਰਾਫਰੇਜ਼ ਦਾ ਮੀਨਿੰਗ ਆ that you write the question prompt ਦਾ ਮਤਲਬ ਜੋ ਵੀ ਕੁਐਸਚਨ ਦੀ ਸਟੇਟਮੈਂਟ ਆ ਉਹਨੂੰ ਤੁਸੀਂ ਆਪਦੇ ਸ਼ਬਦਾਂ ਦੇ ਵਿੱਚ ਲਿਖਣਾ in your own words। ਇਹਦੇ ਨਾਲ ਕੀ ਹੁੰਦਾ ਜੀ? ਇਹਦਾ ਬੈਨੀਫਿਟ ਕੀ ਆ? ਕਿਉਂ ਕਰਦੇ ਆ in your own words? ਲਿਖਣ ਦੀ ਲੋੜ ਕੀ ਆ? ਉਦਾਂ ਹੀ ਕਿਉਂ ਨਹੀਂ ਲਿਖ ਸਕਦੇ? ਉਹ ਤਾਂ ਨਹੀਂ ਲਿਖ ਸਕਦੇ ਜਾਂ ਫਿਰ ਤਾਂ ਆਪਾਂ ਨੂੰ ਇਹ ਪੈਰਾਫਰੇਜ਼ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਲੈਕਸੀਕਲ ਰਿਸੋਰਸ ਆ ਉਹ ਪਤਾ ਲੱਗਦਾ ਐਗਜ਼ਾਮੀਨਰ ਨੂੰ। ਲੈਕਸੀਕਲ ਰਿਸੋਰਸ ਮੈਨੇ ਵੋਕੈਬਲਰੀ ਦੀ ਜਿਵੇਂ ਮੈਂ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਗਲਤ ਪਰਸੈਪਸ਼ਨਸ ਸਾਡੇ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਨੇ, ਪੜ੍ਹਾਈਆਂ ਜਾਂਦੀਆਂ ਨੇ ਕਿ ਵੋਕੈਬ ਪੀਪਲ ਨੂੰ ਫੋਕਸ ਲਿਖ ਦਿਓ, ਪੀਪਲ ਨੂੰ ਮਾਸਿਸ ਲਿਖ ਦਿਓ। ਪਰ ਜੇ ਤੁਸੀਂ ਡੈਪਥ ਦੇ ਵਿੱਚ ਜਾ ਕੇ ਦੇਖੋ ਤਾਂ ਕੀ ਵਾਕਈ ਇਹ ਸ਼ਬਦ ਪੀਪਲ ਦੇ ਲਈ ਸੂਟੇਬਲ ਨੇ? ਨਹੀਂ ਸੂਟੇਬਲ ਹੈਗੇ। ਮੋਸਟ ਆਫ ਦਾ ਟਾਈਮ ਤੁਸੀਂ ਦੇਖੋਗੇ ਇਹ ਵਰਡ ਤੁਹਾਡੀ ਰਾਈਟਿੰਗ ਤੇ ਬੁਰਾ ਪ੍ਰਭਾਵ ਪਾ ਰਹੇ ਹੋਣਗੇ, ਤਾਂ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਵੀ ਮੇਰੇ ਬੈਂਡ ਸਕੋਰ ਜਾ ਕਿੱਥੋਂ ਰਹੇ ਆ। ਮੈਂ 3 ਵਾਰੀ ਐਗਜ਼ਾਮ ਦਿੱਤਾ, ਮੈਂ ਪੀਪਲ ਨੂੰ ਮਾਰਕਸਿਸ ਲੈ ਕੇ ਆਇਆ ਸੀ, ਪੀਪਲ ਨੂੰ ਫੋਕਸ ਲੈ ਕੇ ਆਇਆ ਸੀ, ਤੇ ਮੇਰੇ ਬੈਂਡ ਸਕੋਰ ਕਿਉਂ ਨਹੀਂ ਵਧਦੇ ਪਏ? ਬੈਂਡ ਸਕੋਰ ਨਹੀਂ ਵਧਣੇ ਕਿਉਂਕਿ ਉਹ ਇਨਫੋਰਮਲ ਵੋਕੈਬਲਰੀ ਆ। ਉਹ ਇਨਫੋਰਮਲ ਵੋਕੈਬਲਰੀ ਤੁਹਾਡੀ ਰਾਈਟਿੰਗ ਤੇ ਚੰਗਾ ਪ੍ਰਭਾਵ ਪਾਉਣ ਦੀ ਬਜਾਏ ਬੁਰਾ ਪ੍ਰਭਾਵ ਪਾ ਰਹੀ। ਤੁਹਾਡਾ ਬੈਂਡ ਸਕੋਰ ਜਿਹੜਾ ਕਿਤੇ ਨਾ ਕਿਤੇ ਉਹ ਘਟ ਰਿਹਾ। ਸੋ ਇਦਾਂ ਦੀ ਹਮੇਸ਼ਾ ਚੂਜ਼ ਐਪਰੋਪ੍ਰੀਏਟ ਵਰਡਸ। ਬਸ ਲੈਕਸੀਕਲ ਰਿਸੋਰਸ ਦਾ ਇੱਕੋ ਇੱਕ ਮੀਨਿੰਗ ਆ ਕਿ ਚੂਜ਼ ਐਪਰੋਪ੍ਰੀਏਟ ਵਰਡਸ। ਇਹਦੇ ਬਾਰੇ ਵੀ ਅਸੀਂ ਜਿਹੜੀ ਹੈ ਇੱਕ ਇੰਟਾਇਰ ਵੀਡੀਓ ਸੈਸ਼ਨ ਕਰਾਂਗੇ ਲੈਕਸੀਕਲ ਰਿਸੋਰਸਿਸ ਤੇ। ਜੋ ਮੇਰਾ ਐਕਸਪੀਰੀਅੰਸ ਰਿਹਾ ਜਦੋਂ ਮੈਂ ਲਰਨ ਕਰ ਰਿਹਾ ਸੀ, ਜਦੋਂ ਮੈਂ ਪੜ੍ਹ ਰਿਹਾ ਸੀ, ਹਮੇਸ਼ਾ ਚੂਜ਼ ਐਪਰੋਪ੍ਰੀਏਟ ਵਰਡ। ਪ੍ਰੀਸੀਜ਼ਨ ਇਜ਼ ਦ ਕੀ। ਜਿੰਨੇ ਤੁਹਾਡੇ ਢੁਕਵੇਂ ਸ਼ਬਦ ਹੋਣਗੇ ਤੁਹਾਡੀ ਲੈਕਸੀਕਲ ਰਿਸੋਰਸਿਸ ਨੂੰ ਐਗਜ਼ਾਮੀਨਰ ਉਨਾ ਹੀ ਪੋਜ਼ਿਟਿਵ ਕੰਸੀਡਰ ਕਰੂਗਾ। ਜੇ ਤੁਸੀਂ ਇਦਾਂ ਦੇ ਇਨਫੋਰਮਲ ਵੋਕੈਬਲਰੀ ਜਿਹੜੀ ਯੂਜ਼ ਕਰ ਰਹੇ ਹੋ, ਫੋਕਸ, ਹਾਂ ਤੁਹਾਨੂੰ ਲੱਗਦਾ ਵਾ ਡੋਨੇਜ਼ਨਸ ਲਿਖਣਾ, ਪੀਪਲ ਨੂੰ ਡੋਨੇਜ਼ਨਸ ਲਿਖਣਾ, ਤੁਹਾਨੂੰ ਲੱਗਦਾ ਸ਼ਾਇਦ ਮੈਂ ਕੋਈ ਐਫਰਟ ਕਰ ਰਿਹਾ, ਪਰ ਉਹ ਐਫਰਟ ਸਹੀ ਦਿਸ਼ਾ ਦੇ ਵਿੱਚ ਨਹੀਂ ਕਰ ਰਹੇ। ਤੁਹਾਨੂੰ ਕਿਤੇ ਨਾ ਕਿਤੇ ਇਹ ਚੀਜ਼ ਰਿਅਲਾਈਜ਼ ਕਰਨੀ ਪਊਗੀ ਕਿ ਵੋਕੈਬਲਰੀ ਦਾ ਮਤਲਬ ਸਿਰਫ ਰੇਂਜ ਨਹੀਂ ਹੈਗਾ। ਰੇਂਜ ਤਾਂ ਇਹਦਾ ਇੱਕ ਪਾਰਟ ਆ, ਤੁਹਾਨੂੰ ਕਿੰਨੇ ਸ਼ਬਦ ਪਤਾ ਇਹ ਇੱਕ ਪਾਰਟ ਆ, ਪਰ ਉਹਨਾਂ ਸ਼ਬਦਾਂ ਨੂੰ ਢੁਕਵੇਂ ਥਾਂ ਤੇ ਕਿਵੇਂ ਯੂਜ਼ ਕਰਨਾ ਉਹ ਜ਼ਿਆਦਾ ਜ਼ਰੂਰੀ ਆ ਲੈਕਸੀਕਲ ਰਿਸੋਰਸਿਸ ਦੇ ਵਿੱਚ ਹਾਇਰ ਬੈਂਡ ਸਕੋਰ ਕਰਨ ਦੇ ਲਈ। ਸੋ ਆਲਵੇਜ਼ ਰਿਮੈਂਬਰ, ਅੱਜ ਇਹ ਮੇਰੀ ਗੱਲ ਯਾਦ ਰੱਖੋ, ਮੇਰਾ ਖੁਦ ਦਾ ਐਕਸਪੀਰੀਅੰਸ ਆ, ਮੈਨੂੰ ਹਜੇ ਤੱਕ ਵੀ ਯਾਦ ਆ ਮੈਂ ਇਦਾਂ ਦੇ ਨੈਟ ਤੋਂ ਲੱਭ ਕੇ ਬਹੁਤ ਵਰਡਸ ਪਾਉਂਦਾ ਹੁੰਦਾ ਸੀ, ਪਰ ਮੇਰੀ ਰਾਈਟਿੰਗ 5.5-6 ਤੱਕ ਹੀ ਰੁਕੀ ਹੋਈ ਸੀ। ਤੇ ਮੈਂ ਇਹ ਸੋਚਦਾ ਹੁੰਦਾ ਸੀਗਾ ਵੀ ਸ਼ਾਇਦ ਪਤਾ ਨਹੀਂ ਕਿਉਂ ਮੇਰੇ ਬੈਂਡ ਸਕੋਰ ਕੱਟੇ ਜਾ ਰਹੇ ਆ, ਪਤਾ ਨਹੀਂ ਕਿਉਂ ਕਿੱਦਾਂ ਹੋ ਰਿਹਾ। ਫਿਰ ਜਦੋਂ ਮੈਨੂੰ ਰਾਈਟ ਗਾਈਡੈਂਸ ਮਿਲੀ, ਮੈਂ ਖੁਦ ਦੀ ਰਿਸਰਚ ਕੀਤੀ, ਰਾਈਟ ਗਾਈਡੈਂਸ ਮੈਨੂੰ ਟੀਚਰਸ ਵੱਲੋਂ ਦਿੱਤੀ ਗਈ, ਉਹਨਾਂ ਨੇ ਸਮਝਾਇਆ, ਉਹਨਾਂ ਨੇ ਮੈਨੂੰ ਇਹ ਖੁਲਾਸਾ ਕੀਤਾ ਇਸ ਚੀਜ਼ ਦਾ ਕਿ ਮਨਜੋਤ
ਯੂ ਡੋਂਟ ਹੈਵ ਟੂ ਰਾਈਟ ਹਾਈ ਪ੍ਰੋਫਾਈਲ ਵਰਡਸ। ਇਹ ਤੇਰੀ ਰਾਈਟਿੰਗ ਦਾ ਫਲੋ ਖਰਾਬ ਕਰਦੇ ਨੇ, ਤੇਰੀ ਗੱਲ ਨਹੀਂ ਸਮਝ ਆਉਂਦੀ। ਜਿਸ ਤਰ੍ਹਾਂ ਜਦੋਂ ਵੀ ਕੋਈ ਨਵਾਂ ਸਟੂਡੈਂਟ ਆਉਂਦਾ ਤਾਂ ਮੇਰਾ ਉਹਨੂੰ ਇੱਕ ਕੁਐਸਚਨ ਹੁੰਦਾ ਕਿ ਤੁਸੀਂ ਕੰਪਲੈਕਸ ਲੈਂਗੁਏਜ ਕਿਹਨੂੰ ਮੰਨਦੇ ਆ, ਤਾਂ ਅਕਸਰ ਉਹ ਬੱਚੇ, ਮੈਂ ਜਵਾਬ ਸੁਣ ਕੇ ਮੇਰਾ ਦਿਲ ਜਿਹੜਾ ਉਹ ਦੁਖਦਾ ਵੀ ਆ, ਠੀਕ ਹੈ, ਕਿਤੇ ਨਾ ਕਿਤੇ ਪਰੇਸ਼ਾਨ ਜਿਹਾ ਹੋ ਜਾਂਦਾ ਦਿਮਾਗ ਕਿ ਕਿੱਥੋਂ ਬੱਚੇ ਸਿੱਖ ਕੇ ਆ ਰਹੇ ਨੇ, ਇਹੋ ਜਿਹੀਆਂ ਚੀਜ਼ਾਂ ਕਿਉਂ, ਜਿਹੜੇ ਦੋ ਹੋਰ ਆਇਲਸ ਸੈਂਟਰਸ ਨੇ ਉਹ ਕਿਉਂ ਇਦਾਂ ਪੜ੍ਹਾ ਰਹੇ ਨੇ। ਮੈਂ ਕਿਸੇ ਦੀ ਨਿੰਦਾ ਨਹੀਂ ਕਰ ਰਿਹਾ, ਪਰ ਜੋ ਚੀਜ਼ ਗਲਤ ਹੈ ਉਹਨੂੰ ਗਲਤ ਕਹਿਣਾ ਸਹੀ ਆ। ਸੋ ਉਹ ਮੈਨੂੰ ਜਵਾਬ ਦਿੰਦੇ ਨੇ ਕਿ ਸਰ ਕੰਪਲੈਕਸ ਲੈਂਗੁਏਜ ਦਾ ਮਤਲਬ ਇਹ ਹੁੰਦਾ ਕਿ ਅਸੀਂ ਜੇ ਡਿਫੀਕਲਟ ਵਰਡਸ ਜਿਹੜੇ ਉਹ ਐਡ ਕਰ ਦਾਂਗੇ ਸਾਡੀ ਲੈਂਗੁਏਜ ਕੰਪਲੈਕਸ ਬਣ ਜੂਗੀ। ਨਹੀਂ, ਆਈਡੀ ਇਹ ਜਿਹੜੇ ਆਇਲਸ ਡਿਸਕ੍ਰਿਪਟਰਸ ਨੇ ਤੁਸੀਂ ਕਿਤੇ ਵੀ ਪੜ੍ਹ ਕੇ ਦੇਖ ਲਓ, 9 ਬੈਂਡ ਡਿਸਕ੍ਰਿਪਟਰ ਦੇ ਵਿੱਚੋਂ ਪੜ੍ਹ ਕੇ ਦੇਖ ਲਓ, ਜਿੱਥੇ ਉਹਨਾਂ ਨੇ ਲਿਖਿਆ ਵੀ ਜੇ ਤੂੰ ਡਿਫੀਕਲਟ ਵਰਡ ਮਨਜੋਤ ਸਿੰਘ ਤੂੰ ਐਡ ਕਰ ਦੇਂਗਾ ਤਾਂ ਤੈਨੂੰ ਅਸੀਂ 9 ਬੈਂਡ ਸਕੋਰ ਦੇ ਦਾਂਗੇ ਤੇਰੇ ਲੈਕਸੀਕਲ ਪਾਰਟ ਦੇ ਵਿੱਚੋਂ। ਨਹੀਂ, ਇਹ ਪਰਸੈਪਸ਼ਨ ਸਰਾਸਰ ਮਿਸਗਾਈਡਡ ਆ, ਸਰਾਸਰ ਇਹ ਪਰਸੈਪਸ਼ਨ ਗਲਤ ਆ। ਸੋ ਹਮੇਸ਼ਾ ਐਪਰੋਪ੍ਰੀਏਟ ਵਰਡਸ, ਢੁਕਵੇਂ ਸ਼ਬਦਾਂ ਦਾ ਇਸਤੇਮਾਲ ਕਰੋ ਜਿਹੜੇ ਢੁਕਦੇ ਹੋਣ, ਜਿਹੜੇ ਉਸ ਗੱਲ ਨੂੰ ਸਪਸ਼ਟ ਕਰਦੇ ਹੋਣ, ਠੀਕ ਹੈ ਜੀ। ਤਾਂ ਪੀਪਲ ਨੂੰ ਤੁਸੀਂ ਇੰਡੀਵਿਜੂਅਲਸ ਲਿਖ ਲਓ, ਪੀਪਲ ਨੂੰ ਪਬਲਿਕ ਲਿਖ ਲਓ, ਠੀਕ ਹੈ ਜੀ। ਇਹ 3 ਸ਼ਬਦ ਬਹੁਤ ਨੇ ਤੁਹਾਡੀ ਰੇਂਜ ਸ਼ੋ ਕਰਨ ਵਾਸਤੇ, ਬਹੁਤ ਨੇ। ਸੋ ਆਲਵੇਜ਼ ਰਿਮੈਂਬਰ ਕਿ ਪੈਰਾਫ੍ਰੇਜ਼ ਤੁਸੀਂ ਕਿਉਂ ਕਰਦੇ ਹੋ, ਤੁਹਾਡਾ ਲੈਕਸੀਕਲ ਸੋਰਸ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ। ਕਈ ਸਟੂਡੈਂਟਸ ਜਿਹੜੇ ਨੇ ਉਹ ਇਦਾਂ ਦੇ ਸਟਰਕਚਰਸ ਵੀ ਯੂਜ਼ ਕਰਦੇ ਨੇ ਜਿਨ੍ਹਾਂ ਨਾਲ ਉਹਨਾਂ ਦੀ ਗ੍ਰਾਮੈਟੀਕਲ ਰੇਂਜ ਵੀ ਸ਼ੋ ਹੋ ਜਾਂਦੀ ਹੈ। ਰੇਂਜ, ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਕੀ ਹੁੰਦੇ ਨੇ, ਇਹਨੂੰ ਵੀ ਬਹੁਤ ਵਿਸਥਾਰ ਦੇ ਨਾਲ, ਬਹੁਤ ਹੀ ਡੀਪ ਇਹਦੀ ਡਿਸਕਸ਼ਨ ਦੇ ਵਿੱਚ ਜਾਣ ਦੀ ਲੋੜ ਹੈ ਕਿ ਰੇਂਜ ਤੇ ਆਪਣਾ ਐਕੂਰੇਸੀ ਹੁੰਦੇ ਕੀ ਨੇ, ਤੇ ਇਹਨਾਂ ਦੋਵਾਂ ਦੇ ਵਿੱਚੋਂ ਗ੍ਰਾਮੈਟੀਕਲ ਰੇਂਜ ਜਾਂ ਗ੍ਰਾਮੈਟੀਕਲ ਐਕੂਰੇਸੀ ਦੇ ਵਿੱਚੋਂ ਇੰਪੋਰਟੈਂਟ ਕੀ ਚੀਜ਼ ਆ, ਤੇ ਇਹਦੇ ਬਾਰੇ ਵੀ ਅਸੀਂ ਕੋਸ਼ਿਸ਼ ਕਰਾਂਗੇ। ਆਪਾਂ ਹਰ ਰੋਜ਼ ਲਾਈਵ ਹੋਵਾਂਗੇ, ਸੋ ਕੋਸ਼ਿਸ਼ ਕਰੋ ਜੁੜੇ ਰਹੀਏ ਹਰ ਰੋਜ਼, ਕਿਉਂਕਿ ਇਹ ਕਿਤੇ ਨਾ ਕਿਤੇ ਹੁਣ ਇਹ ਮੁੱਦਾ ਬਣਦਾ ਵਾ ਕਿ ਹਰੇਕ ਚੀਜ਼ ਨੂੰ ਡੀਪ ਕਿਵੇਂ ਟੱਚ ਕਰ ਸਕਦੇ ਆ। ਬੱਚਿਆਂ ਦੇ ਸਾਹਮਣੇ ਇਦਾਂ ਦੀਆਂ ਵੀਡੀਓਜ਼ ਰੱਖੀਏ, ਯੂਐਲਓ ਐਜੂਕੇਸ਼ਨ ਦਾ ਇੱਕ ਮਿਸ਼ਨ ਹੋ ਗਿਆ ਵਾ ਕਿ ਬੱਚੇ ਨੂੰ ਆਪ ਪਤਾ ਹੋਵੇ ਕਿ ਹਾਂ ਮੈਂ ਇੱਥੇ ਗਲਤੀ ਕੀਤੀ ਸੀ, ਮੇਰਾ ਤਾਂ ਬੈਂਡ ਸਕੋਰ ਡਿਡਕਟ ਕੀਤਾ ਗਿਆ, ਨਾ ਕਿ ਉਹ ਟੀਚਰ ਤੇ ਰਿਲਾਈ ਕਰੇ, ਨਾ ਕਿ ਉਹ ਟੀਚਰ ਤੇ ਇੰਨਾ ਜ਼ਿਆਦਾ ਡਿਪੈਂਡੈਂਟ ਹੋਵੇਗੀ ਕਿ ਸ਼ੀਟ ਲੈ ਕੇ ਟੀਚਰ ਕੋਲ ਭੱਜੇ, ਸਰ ਮੇਰੇ ਬੈਂਡ ਸਕੋਰ ਕਿਉਂ ਘੱਟ ਰਹਿ ਗਏ। ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਮੈਂ ਪੀਪਲ ਨੂੰ ਫੋਕਸ ਲਿਖਿਆ ਸੀਗਾ, ਉੱਥੇ ਸਰ ਨੇ ਅੰਡਰਲਾਈਨ ਕੀਤਾ ਹੋਇਆ, ਮੈਡਮ ਨੇ ਅੰਡਰਲਾਈਨ ਕੀਤਾ ਹੋਇਆ, ਤੇ ਜੇ ਨਹੀਂ ਕੀਤਾ ਹੋਇਆ ਕਿਉਂ ਨਹੀਂ ਕੀਤਾ, ਵੀ ਇਹ ਤਾਂ ਇਨਫਾਰਮਲ ਵੋਕੈਬਲਰੀ ਹੈ। ਸੋ ਇਹ ਤੁਹਾਨੂੰ ਖੁਦ ਨੂੰ, ਤੁਸੀਂ ਬੀ ਯੋਰ ਓਨ ਜੱਜ, ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਰਾਈਟਿੰਗ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੀ ਹੈ। ਸੋ ਤਾਂ ਹੀ ਤੁਸੀਂ ਰਾਈਟਿੰਗ ਦੇ ਵਿੱਚ, ਆਇਲਸ ਰਾਈਟਿੰਗ ਦੇ ਵਿੱਚ ਹਾਇਰ ਬੈਂਡ ਸਕੋਰ ਕਰ ਸਕੋਗੇ। ਤੇ ਇਹ ਮੇਰਾ ਵਾਅਦਾ, ਇਹ ਯੂਐਲਓ ਐਜੂਕੇਸ਼ਨ ਦਾ ਵਾਅਦਾ ਤੁਹਾਡੇ ਨਾਲ ਕਿ ਤੁਹਾਨੂੰ ਰਾਈਟਿੰਗ ਦੇ ਵਿੱਚ ਤੁਸੀਂ ਖੁਦ ਇੰਪਰੂਵਮੈਂਟ ਕਰੋਗੇ, ਤਾਂ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਪੋਜ਼ਿਟਿਵ ਫੀਡਬੈਕ ਮਿਲੂਗਾ ਹੀ ਮਿਲੂਗਾ। ਸੋ ਥੀਸਿਸ ਦੇ ਜੇ ਗੱਲ ਕਰੀਏ, ਥੀਸਿਸ ਨੂੰ ਵੀ ਕਿਤੇ ਨਾ ਕਿਤੇ ਬਹੁਤ ਅੰਡਰਰੇਟ ਕਰਦੇ ਨੇ, ਥੀਸਿਸ ਨੂੰ ਇੰਪੋਰਟੈਂਟ ਨਹੀਂ ਸਮਝਦੇ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ ਦੇ ਵਿੱਚ ਮੈਂ ਅਕਸਰ ਦੇਖਦਾ ਇੱਕ ਸੈਂਟੈਂਸ ਲਿਖਿਆ ਜਾਂਦਾ ਵਾ, ਆਈ ਸ਼ੈਲ ਡਿਸਕਸ ਬੋਥ ਵਿਊਜ਼ ਐਂਡ ਗਿਵ ਮਾਈ ਓਪੀਨੀਅਨ। ਸੋ ਇਦਾਂ ਦੀ ਇੱਕ ਚੀਜ਼ ਲਿਖੀ ਜਾਂਦੀ ਹੈ, I shall discuss both views and my opinion in further paragraphs। ਕੁਝ ਇਦਾਂ ਦਾ ਇੱਕ ਸੈਂਟੈਂਸ ਰਟਿਆ ਰਟਾਇਆ ਬੱਚਿਆਂ ਨੂੰ ਦੇ ਦਿੱਤਾ ਜਾਂਦਾ, ਪਰ ਕੀ ਇਹ ਵਾਕਈ ਇਹਦੀ ਲੋੜ ਹੈ? ਜੇ ਤੁਸੀਂ ਰਿਸਰਚ ਕਰੋਗੇ ਕਿ ਵਾਕਈ ਇਹਦੀ ਲੋੜ ਹੈ, ਇਹ ਤਾਂ ਮੈਂ ਕਰਨੀ ਆ, ਮੈਂ ਬੋਥ ਵਿਊਜ਼ ਵੀ ਅੱਗੇ ਡਿਸਕਸ ਕਰੂੰਗਾ, ਬੋਥ ਵਿਊਜ਼ ਤਾਂ ਕਰਨੇ ਆ, ਬੋਥ ਵਿਊਜ਼ ਤੇ ਤਾਂ ਮੇਰੇ 2 ਬੋਡੀ ਪੈਰਾਗ੍ਰਾਫਸ ਬਣਨੇ ਨੇ, ਪਰ ਮੈਂ ਫਿਰ ਇਹ ਸੈਂਟੈਂਸ ਕਿਉਂ ਲਿਖਾਂ? ਇਹ ਜਿਹੜੀ ਚੀਜ਼ ਆ, ਇਹ ਜਿਹੜਾ ਸੈਂਟੈਂਸ ਆ, ਇਹ ਪੂਰੀ ਤਰ੍ਹਾਂ ਨਾਲ ਤੁਸੀਂ ਆਪਦਾ ਸਮਾਂ ਤੇ ਆਪਦੇ ਵਰਡਸ ਨੂੰ ਵੇਸਟ ਕਰਦੇ ਪਏ, ਇਹਦੀ ਕੋਈ ਲੋੜ ਨਹੀਂ ਹੈਗੀ। ਬੋਥ ਵਿਊਜ਼ ਤੋਂ ਆਪਾਂ ਕਰਾਉਣਾ ਵੀ ਕੀ ਆ, ਇਹ ਇੱਥੇ ਲਿਖਣ ਦੀ ਲੋੜ ਵੀ ਕੀ ਆਪਾਂ ਨੂੰ? ਬੋਥ ਵਿਊਜ਼ ਆਪਾਂ ਡਿਸਕਸ ਕਰਦੇ ਪਏ, ਐਗਜ਼ਾਮੀਨਰ ਨੂੰ ਵੀ ਪਤਾ। ਉਹਦੀ ਬਜਾਏ ਜੇ ਤੁਸੀਂ ਆਪਦੀ ਰਾਈਟਿੰਗ ਨੂੰ ਵਾਕਈ ਇੰਪਰੂਵ ਕਰਨਾ ਚਾਹੁੰਦੇ ਹੋ, ਵਾਕਈ ਦੇਖਣਾ ਚਾਹੁੰਦੇ ਵੀ ਓਰੀਜਨਲ ਰਾਈਟਿੰਗ ਕੀ ਹੋ ਸਕਦੀ ਆ, ਤਾਂ ਉਹ ਕੀ ਡਿਮਾਂਡ ਕਰਦੇ ਨੇ ਕਿ ਤੁਸੀਂ ਆਪਦਾ ਓਪੀਨੀਅਨ ਥੀਸਿਸ ਦੇ ਵਿੱਚ ਲਿਖੋ, ਆਪਦਾ ਓਪੀਨੀਅਨ ਦਿਓ ਹਮੇਸ਼ਾ ਥੀਸਿਸ ਦੇ ਵਿੱਚ, ਬਜਾਏ ਇਸ ਦੇ ਇਹ ਸੈਂਟੈਂਸ ਲਿਖਣ ਦੇ। ਇਹ ਸੈਂਟੈਂਸ ਲਿਖਣ ਦਾ ਤਾਂ ਕੋਈ ਮਤਲਬ ਨਹੀਂ। ਜੇ ਐਗਜ਼ਾਮੀਨਰ ਨੇ ਇੱਥੋਂ ਹੀ ਪੜ੍ਹ ਲਿਆ ਤਾਂ ਉਹਨੇ ਆ ਚੀਜ਼ ਦੇਖਣੀ ਨਹੀਂ ਹੈਗੀ, ਉਹ ਸਿੱਧਾ ਤੁਹਾਡੇ ਬਿਲਕੁਲ ਇੰਟਰੋਡਕਸ਼ਨ ਦੇ ਪੈਰਾਗ੍ਰਾਫ ਤੇ ਜਾਊਗਾ ਵੀ ਹਾਂ ਅੱਗੇ ਸਟੂਡੈਂਟ ਅਗਲੇ ਬੋਡੀ ਪੈਰਾਗ੍ਰਾਫ ਤੇ ਚਲੇ ਜਾਊਗਾ, ਸੌਰੀ, ਕਿ ਉੱਥੇ ਉਹਨੇ ਕੀ ਲਿਖਿਆ। ਸੋ ਬਜਾਏ ਇਸ ਦੇ ਕਿ ਤੁਸੀਂ ਸ਼ਬਦ ਜਿਹੜੇ ਆ ਉਹਨਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਕਰੋ, ਆਪਦਾ ਹਮੇਸ਼ਾ ਥੀਸਿਸ ਦੇ ਵਿੱਚ ਆਪਦਾ ਹਮੇਸ਼ਾ ਓਪੀਨੀਅਨ ਕਲੀਅਰ ਕਰਕੇ ਜਾਓ। ਜਿੱਦਾਂ ਕਈ ਵਾਰੀ ਰਾਈਟਿੰਗ ਕਰਦੇ ਕਰਦੇ ਜਦੋਂ ਬੋਥ ਵਿਊਜ਼ ਵਾਲਾ ਟਾਸਕ ਚੱਲ ਜਾਂਦਾ ਜਾਂ ਅਗਰੀ ਡਿਸਐਗਰੀ ਚੱਲ ਰਿਹਾ ਹੁੰਦਾ, ਤੁਸੀਂ ਆਪਦਾ ਓਪੀਨੀਅਨ ਕੰਕਲੂਜਨ ਦੇ ਵਿੱਚ ਸੋਚ ਕੇ ਬੈਠੇ ਹੋ ਵੀ ਮੈਂ ਕੰਕਲੂਜਨ ਦੇ ਵਿੱਚ ਆਪਦਾ ਓਪੀਨੀਅਨ ਦਊਂਗਾ, ਥੀਸਿਸ ਦੇ ਵਿੱਚ ਮੈਂ ਆਹ ਸੈਂਟੈਂਸ ਲਿਖ ਚੁੱਕਿਆ ਵਾਂ, ਟਾਈਮ ਹੀ ਇੰਨਾ ਹੋ ਜਾਂਦਾ ਕਿ ਤੁਹਾਡੇ ਕੋਲ ਕੰਕਲੂਜਨ ਲਿਖਣ ਦਾ ਟਾਈਮ ਨਹੀਂ ਬਚਦਾ, ਸਮਾਂ ਨਹੀਂ ਬਚਦਾ। ਉੱਥੇ ਕੀ ਕਰਦੇ ਤੁਸੀਂ? ਇੱਕ ਪਾਰਟ ਆਫ ਦਾ ਕੁਐਸਚਨ ਮਿਸ ਕਰ ਦਿੰਦੇ ਹੋ, ਜਿਸ ਤੋਂ ਮੈਂ ਆਪਦੀ ਗੱਲ ਸ਼ੁਰੂ ਕੀਤੀ ਹੈ।
ਸੋ ਬਜਾਏ ਇਸ ਦੇ ਕਿ ਤੁਸੀਂ ਆਪਦੇ ਵਰਡਸ ਇਦਾਂ ਵੇਸਟ ਕਰੋ। ਕਿੰਨੇ ਵਰਡਸ ਹੋ ਗਏ ਜੇ ਵੈਸੇ ਵੀ ਆਪਾਂ ਗਿਣ ਲਈਏ 1 2 3 4 5 6 7 8 9 10 11 11 ਵਰਡਸ, ਇੱਕ ਪੂਰਾ ਸੈਂਟੈਂਸ, ਇੱਕ ਪੂਰੀ ਲਾਈਨ ਤੁਸੀਂ ਖਰਾਬ ਕਰ ਰਹੇ ਹੋ। ਬਜਾਏ ਇਸ ਦੇ ਇਹਨੂੰ ਲਿਖਣ ਦੀ ਬਜਾਏ ਆਪਦਾ ਓਪੀਨੀਅਨ ਕਲੀਅਰ ਕਰੋ। ਉਹ ਵੀ ਸਿੱਖਾਂਗੇ ਕਿ ਕਿਵੇਂ ਲਿਖ ਸਕਦੇ, ਓਪੀਨੀਅਨ ਲਿਖਣਾ ਕਿਉਂ ਜ਼ਰੂਰੀ। ਤੇ ਫਿਰ ਕੰਕਲੂਜਨ ਦੇ ਵਿੱਚ ਕੀ ਕਰਾਂਗੇ, ਕੰਕਲੂਜਨ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਤੁਸੀਂ ਕੰਕਲੂਜਨ ਦੇ ਵਿੱਚ ਕੀ ਕਰ ਸਕਦੇ ਹੋ। ਮੈਂ ਆਪਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਟਾਸਕ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ। ਜੋ ਵੀ ਤੁਹਾਡੀਆਂ ਕੁਐਰੀਜ਼ ਹੋਣਗੀਆਂ ਤੁਸੀਂ YouTube ਕਮੈਂਟ ਸੈਕਸ਼ਨ ਦੇ ਵਿੱਚ ਟਾਈਪ ਕਰਕੇ ਪੁੱਛ ਸਕਦੇ ਹੋ। ਵੀ ਵਿਲ ਰਿਸਪੌਂਸ ਟੂ ਦੋਜ਼ ਕੁਐਸਚਨਸ ਐਜ਼ ਸੂਨ ਐਜ਼ ਪੋਸੀਬਲ। ਸੋ ਜੁੜੇ ਰਹੋ। ਦੇਖੀਏ ਆਪਾਂ ਕਿ ਕਿਵੇਂ ਇਹਨੂੰ ਕਿਵੇਂ ਪੈਰਾਫਰੇਜ਼ ਕਰਕੇ ਕਿਵੇਂ ਆਪਦਾ ਜਿਹੜਾ ਓਪੀਨੀਅਨ ਆ ਉਹ ਥੀਸਿਸ ਦੇ ਵਿੱਚ ਦਿੱਤਾ ਜਾ ਸਕਦਾ ਸੀ। ਸੋ ਲੈਟਸ ਮੂਵ ਟੂ ਦਾ ਇੰਟਰੋਡਕਸ਼ਨ ਪੈਰਾਗ੍ਰਾਫ। ਦੇਖੋ ਜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਆਈ ਵਿਲ ਰੀਡ, ਮੈਂ ਖੁਦ ਪੜੂੰਗਾ, ਠੀਕ ਹੈ, ਕਿ ਕਿਵੇਂ ਗਲੋਬਲ ਕਲਾਈਮੇਟ, ਕਿ ਇਹਨੂੰ ਆਪਾਂ ਕਿਵੇਂ ਕੀ ਕਹਿ ਸਕਦੇ ਸੀਗੇ, ਠੀਕ ਹੈ ਜੀ। ਸੋ ਇਦਾਂ ਦਾ ਪੈਰਾਫਰੇਜ਼, ਇਦਾਂ ਦਾ ਇੱਕ ਰੀਫਰੇਜ਼ ਤੁਸੀਂ ਦੇਖ ਸਕਦੇ ਹੋ। Global climate has been changing very rapidly and it is now a topic of debate. Global climate, ਇਹ ਮੇਰੀ ਇੱਕ ਜਰਨਲ ਲਾਈਨ ਹੋਗੀ। ਜਰਨਲ ਲਾਈਨ ਤੁਸੀਂ ਲਿਖ ਵੀ ਸਕਦੇ ਹੋ ਤੇ ਨਹੀਂ ਵੀ ਲਿਖ ਸਕਦੇ, ਤੁਹਾਡੇ ਕੋਲ ਪੂਰੀ ਫਰੀडम ਆ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਦੇ ਵੀ ਵਹਿਮ ਦੇ ਵਿੱਚ ਨਹੀਂ ਪੈਣਾ ਕਿ ਮੈਂ ਜਰਨਲ ਲਾਈਨ ਲਿਖਾਂ ਜਾਂ ਨਾ ਲਿਖਾਂ। ਹਮੇਸ਼ਾ ਇਹ ਕਿਤੇ ਨਾ ਕਿਤੇ ਮੰਨਿਆ ਜਾਂਦਾ ਵਾ ਬਹੁਤ ਸਾਰੇ ਟ੍ਰੇਨਰਸ ਵੱਲੋਂ ਕਿ ਜਰਨਲ ਲਾਈਨ ਦੀ ਲੋੜ ਆ, ਉਹ ਕਹਿੰਦੇ ਨਹੀਂ ਲੋੜ। ਸੋ ਇਹ ਤੁਹਾਡਾ ਮੁੱਦਾ ਹੈ ਹੀ ਨਹੀਂ, ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਵੀ ਸਕਦੇ ਹੋ। ਬਸ ਜਰਨਲ ਲਾਈਨ ਉਹ ਢੁਕਵੀਂ ਹੋਣੀ ਚਾਹੀਦੀ ਹੈ, ਤੁਹਾਡੇ ਟੌਪਿਕ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਨਾ ਕਿ ਆਫ ਟੌਪਿਕ ਹੋਣੀ ਚਾਹੀਦੀ ਹੈ। ਸੋ ਜਰਨਲ ਲਾਈਨ ਤੁਸੀਂ ਲਿਖ ਵੀ ਸਕਦੇ ਹੋ, ਨਹੀਂ ਵੀ ਲਿਖ ਸਕਦੇ, ਤੁਹਾਡੇ ਕੋਲ ਪੂਰਾ ਹੱਕ ਆ। ਤੁਹਾਡੇ ਕੋਲ, ਤੁਹਾਨੂੰ ਕੋਈ ਵੀ ਨਹੀਂ ਛੇੜੂਗਾ, ਤੁਹਾਨੂੰ ਕੋਈ ਇਹਦਾ ਕਸੂਰ ਨਹੀਂ ਗਿਣੂਗਾ। ਮੋਸਟ ਆਫ ਦੇ ਜਿਹੜੇ ਆਇਲਸ ਐਗਜ਼ਾਮੀਨਰਸ ਨੇ ਉਹ ਮੰਨਦੇ ਵੀ ਆ ਕਿ ਜਰਨਲ ਲਾਈਨ ਲਿਖਣੀ ਜ਼ਰੂਰੀ ਆ, ਪਰ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ। ਸੋ ਮੈਂ ਆਪਦੇ ਪੈਰਾਫਰੇਜ਼ ਇੱਥੋਂ ਕਰ ਰਿਹਾ ਹਾਂ ਕਿ ਗਲੋਬਲ ਕਲਾਈਮੇਟ ਹੈਜ਼ ਬੀਨ ਚੇਂਜਿੰਗ ਵੈਰੀ ਰੈਪਿਡਲੀ। ਰੈਪਿਡਲੀ ਦਾ ਮੀਨਿੰਗ ਤੁਸੀਂ ਅਕਸਰ ਟਾਸਕ 1 ਦੇ ਵਿੱਚ ਸੁਣਿਆ ਹੋਊਗਾ ਕਿ ਰੈਪਿਡਲੀ ਦਾ ਮਤਲਬ ਬਹੁਤ ਛੇਤੀ ਬਦਲ ਰਿਹਾ। ਗਲੋਬਲ ਕਲਾਈਮੇਟ ਬਹੁਤ ਛੇਤੀ ਇਹਦੇ ਵਿੱਚ ਬਦਲਾਅ ਆ ਰਿਹਾ ਵਾ। ਤੇ ਹੁਣ ਕੀ ਬਣ ਚੁੱਕਿਆ, ਇਟ ਇਜ਼ ਨਾਓ ਅ ਟੌਪਿਕ ਆਫ ਡਿਬੇਟ। ਡਿਬੇਟ ਕੀ ਹੁੰਦੀ ਹੈ ਜੀ? ਡਿਬੇਟ ਕੀ ਹੁੰਦੀ ਹੈ? ਡਿਬੇਟ ਦੇ ਵਿੱਚ ਚੱਲਦਾ ਕੀ ਹੁੰਦਾ ਵਾ? ਡਿਬੇਟ ਤੁਸੀਂ ਅਕਸਰ ਪੰਜਾਬ ਦੇ ਪਾਰਲੀਮੈਂਟ ਵਿੱਚ ਦੇਖੀ ਹੋਊਗੀ। ਸਾਡੇ ਲੀਡਰ ਜਿਹੜੇ ਨੇ ਉਹ ਕਹਿੰਦੇ ਨਹੀਂ ਅਸੀਂ ਬਹੁਤ ਵਿਕਾਸ ਕੀਤਾ। ਓਪੋਜੀਸ਼ਨ ਗੱਲ ਹੈ, ਕੀ ਵਿਕਾਸ ਕੀਤਾ ਤੁਸੀਂ? ਮੋਦੀ ਸਾਹਿਬ ਕਹਿ ਰਹੇ ਹੁੰਦੇ ਆ ਅਸੀਂ ਹਮਨੇ ਦੇਸ਼ ਦਾ ਵਿਕਾਸ ਕੀਤਾ। ਮੋਰੋ ਕੋਈ ਕਾਂग्रेस ਦਾ ओपोजिंग लीडर ਜਿਹੜੀ ओपोजिशन ਬੈਠੀ ਹੁੰਦੀ ਉਹਦੇ ਵਿੱਚੋਂ ਕੋਈ ਬੰਦਾ ਕੱਢ ਕੇ ਲੈ ਆਪਨੇ ਤਾਂ ਦੇਸ਼ ਕੋ ਵੇਚ ਕੇ ਖਾ ਗਏ। ਅਕਸਰ ਤੁਸੀਂ ਸਾਡੇ ਜਿਹੜੇ ਹੁਣ ਚੀਫ ਮਿਨਿਸਟਰ ਭਗਵੰਤ ਮਾਨ ਨੇ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਊਗਾ ਕਿ ਕਿਵੇਂ ਸਰਕਾਰ ਨੂੰ ਇਹ ਕਰੜੇ ਹੱਥੀ ਲੈਂਦੇ ਹੁੰਦੇ ਆ ਕਿ ਅਸੀਂ ਕਿ ਮੋਦੀ ਸਰਕਾਰ ਨੇ ਇਹ ਕਰ ਦਿਆ। ਇਹਨਾਂ ਦੀ ਸ਼ੇਰੋ ਸ਼ਾਇਰੀ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ। ਸੋ ਬੈਕ ਟੂ ਦ ਕੁਐਸਚਨ, ਡਿਬੇਟ ਕੀ ਹੁੰਦੀ ਹੈ? ਜਿੱਥੇ ਇੱਕ ਚੀਜ਼ ਨੂੰ ਲੈ ਕੇ ਦੋ ਧਿਰਾਂ ਵਿਚਾਰ ਕਰਦੀਆਂ ਹੁੰਦੀਆਂ ਨੇ। ਹਾਂ ਪਾਰਲੀਮੈਂਟ ਜੋ ਸਾਡੀ ਵਿਧਾਨ ਸਭਾ ਇੱਥੇ ਤਾਂ ਚੱਲਦੀਆਂ ਤਾਂ ਕੁਰਸੀਆਂ ਨੇ, ਪਰ ਉਹਦਾ ਜਿਹੜਾ ਵਜੂਦ ਆ ਉਹ ਤਾਂ ਬੇਸਿਕਲੀ ਡਿਸਕਸ਼ਨ ਹੀ ਹੁੰਦਾ। ਡਿਬੇਟ ਦੇ ਵਿੱਚ ਤੁਸੀਂ ਹੁਣ ਆਪਾਂ ਡਿਬੇਟ ਹੀ ਚੱਲ ਰਹੀ ਆ, ਉਹ ਕਹਿੰਦੇ ਆ ਵੀ ਕਲਾਈਮੇਟ ਚੇਂਜ ਜਿਹੜਾ ਵਾ ਉਹ ਫਾਇਦੇਮੰਦ ਆ, ਤਾਂ ਦੂਜੇ ਕਹਿ ਰਹੇ ਨਹੀਂ ਇਟ ਵੁੱਡ ਐਗਜ਼ਰਟ ਅ ਨੈਗੇਟਿਵ ਇੰਪੈਕਟ ਔਨ ਬਿਜ਼ਨਸ। ਸੋ ਇਦਾਂ ਹੋ ਸਕਦਾ। ਇਟ ਇਜ਼ ਅ ਟੌਪਿਕ ਆਫ ਡਿਬੇਟ ਵੈਦਰ, ਇਟ ਇਜ਼ ਅ ਟੌਪਿਕ ਆਫ ਡਿਬੇਟ whether climate change would pose challenges for businesses, और मैं वैदर ला के एक ओपिनियन डिस्कस कर लिया कि इस चीज का डिबेट चलता कि ਜਾਂ ਤਾਂ ਕਲਾਈਮੇਟ ਚੇਂਜ ਜਿਹੜਾ ਵਾ ਕਿ ਕਲਾਈਮੇਟ ਚੇਂਜ ਜਾਂ ਤਾਂ would pose challenges for business। suppose ਦਾ ਮੀਨਿੰਗ ਕੀ ਹੋ ਸਕਦਾ? ਦੇਖੋ ਇੱਥੇ ਵਰਬ ਬਣ ਚੁੱਕਿਆ, ਹੈਲਪਿੰਗ ਵਰਬ ਪਲੱਸ ਵਰਬ ਹੋ ਚੁੱਕਿਆ। ਕੀ ਲੈ ਕੇ ਆਊਗਾ? ਚੈਲੰਜਸ ਲੈ ਕੇ ਆਊਗਾ, ਚੈਲੰਜਸ ਕ੍ਰੀਏਟ ਕਰੂਗਾ। pose a threat ਦੇ ਨਾਲ ਤੇ challenges ਦੇ ਨਾਲ ਇਹ ਵਰਡ ਯੂਜ਼ ਹੋ ਸਕਦਾ ਐਜ਼ ਅ ਵਰਬ। would pose challenges for businesses ਦੇ ਲਈ ਕੀ ਲੈ ਕੇ ਆਊਗਾ? ਚੈਲੰਜਸ ਲੈ ਕੇ ਆਊਗਾ। ਔਰ ਜਾਂ ਫਿਰ ਕੀ ਹੋਰ ਕਾਦੇ ਬਾਰੇ ਡਿਬੇਟ ਚੱਲਦੀ ਪਈ ਹੈ, ਕਾਦੇ ਬਾਰੇ ਚਰਚਾ ਚੱਲਦੀ ਪਈ ਆ? create new opportunities to make money। ਸੋ ਇਹ ਮੇਰਾ ਇੱਕ ਸਿੰਪਲ ਜਿਹਾ ਪੈਰਾਫਰੇਜ਼ ਹੋ ਗਿਆ ਕਿ ਜਾਂ ਫਿਰ ਇਸ ਚੀਜ਼ ਤੇ ਚਰਚਾ ਚੱਲਦੀ ਪਈ ਆ, ਇਸ ਚੀਜ਼ ਨੂੰ ਲੈ ਕੇ ਡਿਬੇਟ ਚੱਲਦੀ ਪਈ ਹੈ ਕਿ ਜਾਂ ਫਿਰ ਇਟ ਵੁੱਡ, ਇਟ ਦੀ ਰੈਫਰੈਂਸ ਕਿਹਨੂੰ ਜਾ ਰਹੀ ਹੈ ਜੀ? ਇਟ ਦੀ ਰੈਫਰੈਂਸ ਜਾ ਰਹੀ ਹੈ ਸਾਡੇ ਕਲਾਈਮੇਟ ਚੇਂਜ ਭਾਈ ਸਾਹਿਬ ਨੂੰ, ਠੀਕ ਹੈ। ਔਰ ਕ੍ਰੀਏਟ ਨਿਊ ਓਪਰਚੁਨਿਟੀਜ਼ ਟੂ ਮੇਕ ਮਨੀ, ਪੈਸਾ ਬਣਾਉਣ ਦੇ ਸਾਡੇ ਕੋਲੇ ਹੋਰ ਵੀ ਮੌਕੇ ਪੈਦਾ ਹੋਣਗੇ। ਸੋ ਇਹ ਦੋ ਤਰ੍ਹਾਂ ਦੀ ਜਿਹੜੀ ਲੜਾਈ ਆ ਉਹ ਚੱਲ ਰਹੀ ਹੈ। ਤੁਸੀਂ ਇਹਨੂੰ ਇਦਾਂ ਪੈਰਾਫਰੇਜ਼ ਕਰ ਸਕਦੇ ਹੋ। ਵੈਦਰ ਔਰ ਲਾਉਣ ਦੇ ਨਾਲ ਕੀ ਹੈ? ਵੈਦਰ ਔਰ ਲਾਉਣ ਦੇ ਨਾਲ ਜਿਹੜੀ ਮੇਰੀ
ਗ੍ਰਾਮਰ ਰੇਂਜ ਆ ਉਹ ਕਿਤੇ ਨਾ ਕਿਤੇ ਰਿਫਲੈਕਟ ਹੋ ਰਹੀ ਆ ਕਿ ਮੈਨੂੰ ਜਿਹੜੀਆਂ ਨੇ ਕੰਜੰਕਸ਼ਨਸ ਯੂਜ਼ ਕਰਨੀਆਂ ਆਉਂਦੀਆਂ ਨੇ, ਮੇਰੀ ਗ੍ਰਾਮਰ ਰੇਂਜ ਸ਼ੋ ਹੋ ਰਹੀ ਹੈ ਵੀ ਹਾਂ ਮੈਂ ਇੱਦਾਂ ਵੀ ਇਹਨੂੰ ਪੈਰਾਫਰੇਜ਼ ਕਰ ਸਕਦਾ। ਤੇ ਜਿਹੜਾ ਮੈਂ ਵਰਡਸ ਯੂਜ਼ ਕਰ ਰਿਹਾ ਗਲੋਬਲ ਕਲਾਈਮੇਟ, ਠੀਕ ਹੈ ਜੀ, ਕਲਾਈਮੇਟ ਚੇਂਜ ਵੁੱਡ ਪੋਜ਼ ਚੈਲੰਜਸ, ਇਹ ਮੇਰੀ ਟਾਸਕ ਰਿਲੇਟਡ ਵੋਕੈਬਲਰੀ ਹੋ ਰਹੀ। ਤੁਸੀਂ ਦੇਖੋਗੇ ਕੋਈ ਇਹੋ ਜਿਹਾ ਵਰਡ ਨਹੀਂ ਮੈਂ ਲਿਖਿਆ ਹੈਗਾ ਜਿਹੜਾ ਤੁਹਾਨੂੰ ਸਮਝ ਨਾ ਆਉਂਦਾ ਹੋਵੇ। ਸੋ ਰਾਈਟਿੰਗ ਦੀ ਖੂਬਸੂਰਤੀ ਇਹ ਆ ਕਿ ਤੁਸੀਂ ਸਿੰਪਲ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕੀ ਕਰੋ, ਤੁਸੀਂ ਉਸ ਟੌਪਿਕ ਨੂੰ ਐਕਸਪਲੇਨ ਕਰੋ, ਨਾ ਕਿ ਉਸ ਟੌਪਿਕ ਨੂੰ ਗੁੰਝਲਦਾਰ ਬਣਾਓ। ਠੀਕ ਹੈ ਜੀ, ਮੇਰੀ ਗੱਲ ਸਮਝਦੇ ਪਏ ਹੋ। ਜੇ ਆਪਾਂ ਗੱਲ ਕਰੀਏ ਰੈਸਿਪੀ ਦੀ, ਤਾਂ ਕੋਈ ਵੀ ਸਬਜ਼ੀ ਤੁਸੀਂ ਬਣਾਉਂਦੇ ਹੋ ਤਾਂ ਤੁਹਾਡੀ ਇੱਕ ਰੈਸਿਪੀ ਹੁੰਦੀ ਹੈ ਵੀ ਆਹ ਚੀਜ਼ ਇੰਨੀ ਮਾਤਰਾ ਦੇ ਵਿੱਚ ਪਊਗੀ ਤੇ ਤਾਂ ਹੀ ਸਬਜ਼ੀ ਸਵਾਦ ਬਣੂਗੀ। ਪਰ ਜੇ ਹੁਣ ਤੁਸੀਂ ਸਬਜ਼ੀਆਂ ਦੇ ਵਿੱਚ ਹੀ ਗੜਬੜ ਕਰੀ ਜਾਓਗੇ, ਮਸਾਲਿਆਂ ਦੇ ਵਿੱਚ ਹੀ ਗੜਬੜ ਕਰੀ ਜਾਓਗੇ ਤਾਂ ਤੁਹਾਡਾ ਟਾਸਕ ਜਿਹੜਾ ਉਹ ਬਿਲਕੁਲ ਸਹੀ ਨਹੀਂ ਆਊਗਾ। ਸੋ ਐਦਾਂ ਦੀ ਵੋਕੈਬ ਨਾ ਯੂਜ਼ ਕਰੋ ਜਿਹੜੀ ਸਮਝਣ ਦੇ ਵਿੱਚ ਔਖੀ ਹੋਵੇ। ਕੋਸ਼ਿਸ਼ ਕਰੋ ਆਪਦੀ ਰਾਈਟਿੰਗ ਨੂੰ ਸਿੰਪਲ ਵਰਡਸ ਦੇ ਵਿੱਚ ਲਿਖਣ ਦੀ, ਸਿੰਪਲ ਵਰਡਸ ਦੇ ਵਿੱਚ, ਪਰ ਉਹਨਾਂ ਦਾ ਮੀਨਿੰਗ ਕਲੀਅਰ ਹੋਵੇ। ਠੀਕ ਹੈ ਜੀ, ਤਾਂ ਮੈਂ ਇਹ ਦੇਖ ਚੁੱਕੇ ਹੋ ਕੋਈ ਵੀ ਇਹੋ ਜਿਹਾ ਵਰਡ ਨਹੀਂ ਲੱਗਾ ਹੈਗਾ ਜਿਹੜਾ ਤੁਹਾਨੂੰ ਸਮਝ ਨਾ ਲੱਗਦਾ ਹੋਵੇ। ਹੁਣ ਥੀਸਿਸ ਨੂੰ ਕਿੱਦਾਂ ਲਿਖ ਸਕਦੇ ਸੀ? ਥੀਸਿਸ ਦੇ ਵਿੱਚ ਮੈਂ ਆਪਦਾ ਓਪੀਨੀਅਨ ਦਿੱਤਾ, ਮੈਂ ਕੀ ਕਹਿ ਰਿਹਾ ਵਾਂ ਕਿ ਮੈਂ ਕੀ ਬਲੀਵ ਕਰਦਾ ਵਾਂ। I tend to believe that the urgency to tackle climate crisis would invite the prospects of generating business despite a certain degree of negative impact। ਮੈਂ ਇਹ ਮੰਨ ਰਿਹਾ ਵਾਂ ਕਿ ਕਲਾਈਮੇਟ ਚੇਂਜ ਜਿਹੜਾ ਵਾ, ਕਲਾਈਮੇਟ ਚੇਂਜ ਨੂੰ ਫਾਈਟ ਕਰਨਾ, ਦੇਖੋ ਹੁਣ ਜੇ ਵਾਤਾਵਰਨ ਤਬਦੀਲ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਜਿਹੜੇ ਕੁਦਰਤ ਪ੍ਰੇਮੀ ਨੇ, ਜਿਵੇਂ ਸਾਡੇ ULO ਦੇ ਡਾਇਰੈਕਟਰ ਨੇ, ਫਾਊਂਡਰ ਤੇ ਡਾਇਰੈਕਟਰ ਨੇ ਮਿਸਟਰ ਹਰਕੀਰਤ ਸਿੰਘ, ਤਾਂ ਉਹਨਾਂ ਨੇ ਆਪਦੀ ਜਿਹੜੀ ਪੈਲੀ ਸੀ ਉਹ ਕੁਦਰਤ ਦੇ ਲੇਖੇ ਲਾਈ ਆ। ਕੁਦਰਤ ਦੇ ਲਈ ਉਹਨਾਂ ਨੇ ਇਸ ਚੀਜ਼ ਦਾ ਯੋਗਦਾਨ ਕੀਤਾ ਕਿ ਉਹਨਾਂ ਨੇ ULO ਪਾਰਕ ਦੀ ਨੀਂਹ ਰੱਖੀ, ਉੱਥੇ ਪੌਦੇ ਲਾਏ ਉਹਨਾਂ ਨੇ, ਕਿਸ ਚੀਜ਼ ਨੂੰ, ਵਾਤਾਵਰਨ ਨੂੰ ਬਚਾਉਣ ਦੇ ਲਈ। ਤਾਂ ਜਿਹੜੀ ਇਹ ਅਰਜੈਂਸੀ ਆ, ਜਿਹੜਾ ਮਤਲਬ ਕਿ ਇਹ ਆਪਾਂ ਕਹਿ ਸਕਦੇ ਹਾਂ ਵੀ ਸਾਡੀ ਇੱਕ ਲੋੜ ਬਣ ਚੁੱਕੀ ਹੈ ਸਮੇਂ ਦੀ, ਅਰਜੈਂਟ ਨੀਡ ਬਣ ਚੁੱਕੀ ਹੈ। ਅਰਜੈਂਸੀ ਦਾ ਬੇਸਿਕਲੀ ਅਰਜੈਂਟ ਨੀਡ, ਠੀਕ ਹੈ, ਸਮੇਂ ਦੀ ਲੋੜ ਬਣ ਚੁੱਕੀ ਹੈ ਕਿ ਅਸੀਂ ਕਲਾਈਮੇਟ ਚੇਂਜ ਨੂੰ ਕੀ ਕਰਨਾ ਵਾ, ਕਲਾਈਮੇਟ ਕ੍ਰਾਈਸਿਸ ਨੂੰ, ਚੇਂਜ ਨੂੰ ਤੁਸੀਂ ਕ੍ਰਾਈਸਿਸ ਲਿਖ ਸਕਦੇ ਹੋ। ਕ੍ਰਾਈਸਿਸ ਬੇਸਿਕਲੀ ਉਹ ਹਾਲਾਤ ਹੁੰਦੇ ਨੇ ਜਿਹੜੇ ਅਨਫੇਵਰੇਬਲ ਹੋ ਗਏ, ਜਦੋਂ ਕਿਸੇ ਚੀਜ਼ ਦੇ ਵਿੱਚ ਹਲਚਲ ਮਚੀ ਵੀ ਹੋਵੇ, ਜਿਹੜੀ ਚੀਜ਼ ਸਹੀ ਨਾ ਹੋਵੇ ਸੋਸਾਇਟੀ ਦੇ ਲਈ, ਬੰਦਿਆਂ ਦੇ ਲਈ, ਤਾਂ ਇਹ ਕਿਹਨੂੰ ਸੱਦਾ ਦਊਗੀ? ਇਹ ਸੱਦਾ ਦਊਗੀ ਪ੍ਰੋਸਪੈਕਟਸ ਆਫ ਜਨਰੇਟਿੰਗ ਬਿਜ਼ਨਸ। ਪ੍ਰੋਸਪੈਕਟ ਦਾ ਮਤਲਬ ਚਾਂਸਿਸ ਲੈ ਕੇ ਆਊਗੀ ਕਿ ਅਸੀਂ ਹੋਰ ਬਿਜ਼ਨਸ ਨੂੰ ਜਨਰੇਟ ਕਰ ਸਕਦੇ ਹਾਂ, ਹੋਰ ਬਿਜ਼ਨਸ ਨੂੰ ਪੈਦਾ ਕਰ ਸਕਦੇ ਹਾਂ। ਕਿਸ ਦੇ ਬਾਵਜੂਦ, ਡਿਸਪਾਈਟ ਮੀਨੇ, ਬਾਵਜੂਦ, ਕਿਸ ਦੇ ਬਾਵਜੂਦ, ਮੈਂ ਇਸ ਚੀਜ਼ ਨੂੰ ਵੀ ਡਿਨਾਈ ਨਹੀਂ ਕਰ ਰਿਹਾ, ਇਸ ਚੀਜ਼ ਨੂੰ ਵੀ ਮੈਂ ਇਗਨੋਰ ਨਹੀਂ ਕਰ ਰਿਹਾ ਕਿ देयर वुड बी अ सर्टेन डिग्री ऑफ नेगेटिव इंपैक्ट। हाँ, कुछ हद तक सानू नेगेटिव इंपैक्ट जिहड़ा वा वो देखने नूं मिलूगा, सानू एक हद तक जिहड़ा नेगेटिव इंपैक्ट देखने नूं मिलूगा। सो मैं आपदा ओपीनियन इस तरह इस एक पैराग्राफ ਦੇ ਵਿੱਚ ਮੈਂ ਸਾਰਾ ਲਿਖ ਚੁੱਕਿਆ ਕਿ ਪੈਰਾਫਰੇਜ਼ ਪਲੱਸ ਥੀਸਿਸ। ਤਾਂ ਹੁਣ ਮੇਰਾ ਇੱਕ ਪਾਰਟ ਆਫ ਕੁਐਸਚਨ ਕਲੀਅਰ ਹੋ ਗਿਆ। ਤੁਸੀਂ ਦੇਖੋਗੇ ਇਹਦਾ ਬੈਨੀਫਿਟ ਮੈਨੂੰ ਕੀ ਮਿਲਿਆ, ਇਹਦਾ ਤੁਹਾਨੂੰ ਕੀ ਬੈਨੀਫਿਟ ਮਿਲੂਗਾ। ਦੇਖੋ ਮੈਂ ਆਪਦੇ ਦੋਵੇਂ ਡਿਸਕ੍ਰਿਪਟਰਸ, ਤਿੰਨੇ ਡਿਸਕ੍ਰਿਪਟਰਸ, TR ਟਾਸਕ ਰਿਸਪੌਂਸ ਪਲੱਸ LR, ਮੈਂ ਆਪਦੀ ਵੋਕੈਬ ਵੀ ਸ਼ੋ ਕਰ ਰਿਹਾ ਤੇ ਨਾਲ ਦੇ ਨਾਲ ਮੈਂ ਕੀ ਕਰ ਰਿਹਾ ਵਾਂ, ਆਪਦੀ ਗ੍ਰਾਮੈਟੀਕਲ ਰੇਂਜ ਵੀ ਸ਼ੋ ਕਰ ਰਿਹਾ। ਠੀਕ ਹੈ ਜੀ, ਇਹ ਤਿੰਨੇ ਡਿਸਕ੍ਰਿਪਟਰਸ ਮੈਂ ਆਪਤੇ ਇੱਥੇ ਬਾਖੂਬੀ ਸ਼ੋ ਕਰ ਰਿਹਾ ਤੇ ਨਾਲ ਦੀ ਨਾਲ ਜਿਹੜਾ CC ਦਾ ਪਾਰਟ ਹੈ ਕਿ ਮੈਂ ਪੈਰਾਗ੍ਰਾਫ ਕਿਵੇਂ ਬਣਾ ਰਿਹਾ, ਤਾਂ ਮੈਂ ਇੱਕ ਪੈਰਾਗ੍ਰਾਫ ਦੇ ਵਿੱਚ ਦੋ ਚੀਜ਼ਾਂ ਨੂੰ ਆਨਸਰ ਕਰ ਰਿਹਾ। ਕੋਹੇਜ਼ਨ ਜਿਹੜੀ ਹੈ ਉਹਨੂੰ ਮੈਂ ਫੁੱਲਫਿਲ ਕਰ ਰਿਹਾ ਵਾਂ। ਸੋ ਬੇਸਿਕਲੀ ਇਦਾਂ ਤੁਸੀਂ ਜੇ ਪੈਰਾਫਰੇਜ਼ ਕਰਦੇ ਹੋ, ਸੋ ਇੱਕ ਵਾਰੀ ਤੁਸੀਂ ਜਿਹੜਾ ਵਾ ਉਹ ਫੇਰ ਪੜ੍ਹ ਸਕਦੇ ਹੋ ਕਿ ਕੀ ਲਿਖਿਆ ਹੋਇਆ ਵਾ। So global climate has been changing very rapidly and it is now a topic of debate whether climate change would pose challenges for businesses or create new opportunities to make money। ਪੈਸਾ ਬਣਾਉਣ, ਬਿਜ਼ਨਸ ਕੀ ਆ, ਪੈਸਾ ਬਣਾਉਣਾ, ਪੈਸਾ ਕਮਾਉਣਾ। ਸੋ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ, opportunities to make money। ਤਾਂ ਅੱਗੇ ਫਿਰ ਮੈਂ ਆਪਦਾ ਇੱਕ ਪਾਰਟ ਆਫ ਕੁਐਸਚਨ ਜਿਹੜਾ ਮੈਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ, ਤੁਹਾਨੂੰ ਯਾਦ ਹੋਊਗਾ, ਗਿਵ ਯੂਰ ਓਨ ਓਪੀਨੀਅਨ, ਤਾਂ ਮੈਂ ਆਪਦਾ ਓਪੀਨੀਅਨ ਵੀ ਥੀਸਿਸ ਦੇ ਵਿੱਚ ਕਲੀਅਰ ਕਰਤਾ। ਆਈ ਟੈਂਡ ਟੂ ਬਿਲੀਵ, ਮੈਂ ਇਸ ਚੀਜ਼ ਨੂੰ ਮੰਨਦਾ ਵਾਂ ਕਿ ਜਿਹੜੀ ਇਹ ਅਰਜੈਂਸੀ ਪੈਦਾ ਹੋ ਰਹੀ ਹੈ ਕਿ ਅਸੀਂ ਕਲਾਈਮੇਟ ਚੇਂਜ ਨੂੰ ਟੈਕਲ ਕਰਨਾ, ਟੈਕਲ ਮਤਲਬ ਉਸ ਚੀਜ਼ ਨੂੰ ਸੋਲਵ ਕਰਨਾ, ਉਸ ਚੀਜ਼ ਨੂੰ ਅਸੀਂ ਉਸ ਚੀਜ਼ ਦਾ ਹੱਲ ਕਰਨਾ ਵਾ, ਤਾਂ ਉਹਦੇ ਨਾਲ ਕੀ ਹੋਊਗਾ, ਇਟ ਵੁੱਡ ਇਨਵਾਈਟ ਦਾ ਪ੍ਰੋਸਪੈਕਟਸ ਆਫ ਜਨਰੇਟਿੰਗ ਬਿਜ਼ਨਸ ਐਂਡ ਡਿਸਪਾਈਟ ਅ ਸਰਟਨ ਡਿਗਰੀ ਆਫ ਨੈਗੇਟਿਵ ਇੰਪੈਕਟ। ਹਾਂ, ਕੁਛ ਹੱਦ ਤੱਕ, ਇੱਕ ਹੱਦ ਤੱਕ ਸਾਨੂੰ ਜਿਹੜਾ ਨੈਗੇਟਿਵ ਇੰਪੈਕਟ ਆ ਉਸ ਹੱਦ ਤੱਕ ਸਾਨੂੰ ਦੇਖਣ ਨੂੰ ਮਿਲੂਗਾ ਹੀ ਮਿਲੂਗਾ। ਸੋ ਇਦਾਂ ਕਰਕੇ ਤੁਸੀਂ ਆਪਦਾ ਇੰਟਰੋ ਤੇ ਆਪਦੀ ਥੀਸਿਸ ਨੂੰ ਕੰਪਲੀਟ ਕਰ ਸਕਦੇ ਹੋ, ਪੈਰਾਫਰੇਜ਼ ਨੂੰ ਕੰਪਲੀਟ ਕਰ ਸਕਦੇ ਹੋ। Let's move on to the first body paragraph। So first body paragraph ਕੀ ਹੈ ਜੀ? So first body paragraph ਦੇ ਵਿੱਚ ਜਿਵੇਂ ਆਪਾਂ ਡਿਸਕਸ ਕਰਕੇ ਆਏ ਆ ਕਿ ਕਲਾਈਮੇਟ ਚੇਂਜ ਕਿਹੜੇ-ਕਿਹੜੇ ਬਿਜ਼ਨੈਸਿਸ ਨੂੰ ਪ੍ਰਭਾਵਿਤ ਕਰੂਗਾ। ਸੋ ਆਪਾਂ
ਇਦਾਂ ਹੀ ਆਪਦੇ ਇੱਕ ਟੌਪਿਕ ਸੈਂਟੈਂਸ ਤੋਂ ਸ਼ੁਰੂ ਕਰ ਸਕਦੇ ਹਾਂ। ਕਲਾਈਮੇਟ ਚੇਂਜ ਇਜ਼ ਲਾਈਕਲੀ ਟੂ ਐਗਜ਼ਰਟ ਸ਼ਬਦ ਦਾ ਮੈਂ ਇਸਤੇਮਾਲ ਕੀਤਾ ਸੀ, ਇਹਨੂੰ ਤੁਸੀਂ ਕਾਜ਼ ਦੇ ਨਾਲ ਯੂਜ਼ ਕਰ ਸਕਦੇ ਹੋ। ਇੰਪੈਕਟ ਦੇ ਨਾਲ ਬੇਸਿਕਲੀ ਤੁਹਾਨੂੰ ਇੱਕ ਵਰਬ ਦੀ ਲੋੜ ਹੁੰਦੀ ਆ, ਤਾਂ ਉਹਦੀ ਜਗ੍ਹਾ ਤੇ ਕਾਜ਼ ਜਾਂ ਐਗਜ਼ਰਟ ਵੀ ਤੁਸੀਂ ਯੂਜ਼ ਕਰ ਸਕਦੇ ਹੋ। climate change is likely to exert a negative impact on the functionality of several industry। functionality ਮਤਲਬ ਉਹ ਜਿਵੇਂ ਵੀ ਚੱਲ ਰਹੇ ਆ, ਜੋ ਵੀ ਉਹਨਾਂ ਦਾ ਸਿਸਟਮ ਚੱਲ ਰਿਹਾ, ਫੰਕਸ਼ਨ ਕਰ ਰਿਹਾ, ਜਿਵੇਂ ਵੀ ਉਹ ਕੰਮ ਕਰ ਰਿਹਾ, ਤਾਂ ਉਹਦੇ ਤੇ ਇੱਕ ਬੁਰਾ ਪ੍ਰਭਾਵ ਪਾ ਸਕਦੀ ਆ। is likely can ਦੀ ਜਗ੍ਹਾ ਤੇ likely ਹੋ ਸਕਦਾ ਕਿ ਇਹ ਜਿਹੜਾ ਗਲੋਬਲ ਕਲਾਈਮੇਟ ਚੇਂਜ ਆ, ਇਹ ਉਹਨਾਂ ਦੀ ਫੰਕਸ਼ਨੈਲਿਟੀ ਤੇ, ਉਹਨਾਂ ਦੇ ਕੰਮ ਕਰਨ ਤੇ, ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਗਤੀਵਿਧੀਆਂ ਤੇ ਜਿਹੜਾ ਵਾ ਬੁਰਾ ਪ੍ਰਭਾਵ ਪਾ ਸਕਦੇ ਆ। ਸੋ ਬਿਜ਼ਨਸਿਸ ਇਨ ਦਾ ਐਗਰੀਕਲਚਰ, ਜਿਵੇਂ ਐਗਰੀਕਲਚਰ ਮੈਂ ਤੁਹਾਡੇ ਨਾਲ ਡਿਸਕਸ ਕਰਕੇ ਆ, ਫੋਰੈਸਟਰੀ ਦੀ ਐਗਜ਼ਾਮਪਲ ਲਈ ਸੀ ਤੁਹਾਡੇ ਮੂਹਰੇ, ਜੋ ਦਰਖਤਾਂ ਤੋਂ ਪ੍ਰੋਡਿਊਸ ਆ ਰਹੀ ਆ, ਸੇਬ ਆ ਰਿਹਾ ਵਾ, ਮੇਵੇ ਆ ਰਹੇ ਨੇ ਸੁੱਕੇ, ਠੀਕ ਹੈ, ਸਿਆਲਾਂ ਦੇ ਵਿੱਚ ਤੁਸੀਂ ਆਰਾਮ ਨਾਲ ਰਜਾਈਆਂ ਦੇ ਵਿੱਚ ਬੈਠ ਕੇ ਖਾਂਦੇ ਹੋ, ਕਿੱਥੋਂ ਆ ਰਿਹਾ ਵਾ, ਉਹ ਨੇਚਰ ਤੋਂ ਹੀ ਆ ਰਿਹਾ। ਐਗਰੀਕਲਚਰ, ਫੋਰੈਸਟਰੀ ਐਂਡ ਫਿਸ਼ਿੰਗ ਸੈਕਟਰਸ are more at risk of unfavorable climate patterns। ਤਾਂ ਮੈਂ ਉਹ ਬਿਜ਼ਨਸਿਸ ਚੱਕ ਲਏ ਜਿਨ੍ਹਾਂ ਤੇ ਕੁਦਰਤ ਦਾ ਜਿਹੜਾ ਬਦਲਾਵ ਆਊਗਾ, ਵਾਤਾਵਰਣ ਤਬਦੀਲੀ ਆਊਗੀ, ਉਹਨਾਂ ਤੇ ਸਿੱਧੇ ਤੌਰ ਤੇ ਉਹਨਾਂ ਨੂੰ ਪ੍ਰਭਾਵਿਤ ਕਰੂਗੀ। ਸੋ ਉਹ ਹੈਗੇ ਆ ਐਗਰੀਕਲਚਰ, ਫੋਰੈਸਟਰੀ ਐਂਡ ਫਿਸ਼ਿੰਗ ਸੈਕਟਰਸ। ਠੀਕ ਹੈ ਜੀ, ਆਪਾਂ ਡਿਸਕਸ ਕਰਕੇ ਆ ਚੁੱਕੇ ਹਾਂ ਪਹਿਲਾਂ। ਸੋ ਸੌਰੀ, ਰੀਅਲੀ ਸੌਰੀ। ਤਾਂ ਉਹਦੇ ਨਾਲ ਕੀ ਹੋਊਗਾ, ਉਹਨਾਂ ਤੇ ਕਿਹਦਾ ਪ੍ਰਭਾਵ ਪਾਊਗਾ, ਅਨਫੇਵਰੇਬਲ ਕਲਾਈਮੇਟ ਪੈਟਰਨਸ। ਅਨਫੇਵਰੇਬਲ ਮਤਲਬ ਨੈਗੇਟਿਵ, ਠੀਕ ਹੈ ਜੀ। ਮੂਹਰੇ ਤੁਸੀਂ ਪ੍ਰੀਫਿਕਸ ਲਾ ਰਹੇ, ਜਿਵੇਂ ਪੰਜਾਬੀ ਦੇ ਵਿੱਚ ਆਪਾਂ ਅਗੇਤਰ ਪਿਛੇਤਰ ਕਰਦੇ ਹੁੰਦੇ ਆ, ਇੰਗਲਿਸ਼ ਦੇ ਵਿੱਚ ਆਪਣੇ ਕੋਲੇ ਪ੍ਰੀਫਿਕਸ ਤੇ ਸੁਫਿਕਸ ਹੁੰਦੇ ਨੇ, ਤਾਂ ਇੱਥੇ ਮੈਂ ਇੱਕ ਨੈਗੇਟਿਵ ਪ੍ਰੀਫਿਕਸ ਲਾ ਕੇ ਫੇਵਰੇਬਲ ਦਾ ਮੀਨਿੰਗ ਨੈਗੇਟਿਵ ਦੇ ਵਿੱਚ ਚੇਂਜ ਕਰਤਾ। ਅਨਫੇਵਰੇਬਲ ਕਲਾਈਮੇਟ ਪੈਟਰਨਸ, ਇਹੋ ਜਿਹੇ ਕੁਦਰਤੀ ਬਦਲਾਵ ਜਿਹੜੇ ਕੀ ਨੇ, ਅਨਫੇਵਰੇਬਲ ਨੇ, ਜਿਹੜੇ ਕਿ ਸਾਡੇ ਹਿੱਤ ਦੇ ਵਿੱਚ ਨਹੀਂ ਹੈਗੇ, ਸਾਡੇ ਲਈ ਉਹ ਕੀ ਨੇ, ਹਾਨੀਕਾਰਕ ਨੇ। ਸੋ ਅੱਗੇ ਮੈਂ ਫਿਰ ਕਿਵੇਂ ਐਕਸਪਲੇਨ ਕਰ ਰਿਹਾ ਵਾਂ। extreme weather changes such as unseasonal rains, ਜਿਹਦੀ ਮੈਂ ਗੱਲ ਕਰਕੇ ਆ ਤੁਹਾਡੇ ਨਾਲ, destroy crops which ultimately affect yield and become a reason for financial loss for the farmers। ਉਹੀ ਐਕਸਪਲੇਨੇਸ਼ਨ, ਉਹੀ ਆਈਡੀਆਜ਼ ਜਿਹੜੇ ਆਪਾਂ ਡਿਸਕਸ ਕੀਤੇ ਸੀਗੇ ਕਿ ਕਿਵੇਂ ਕਿਸਾਨ ਦੇ ਲਈ ਇੱਕ ਫਾਈਨੈਂਸ਼ੀਅਲ ਲਾਸ ਹੋ ਸਕਦਾ, ਉਹਦਾ ਬਿਜ਼ਨਸ ਪ੍ਰਭਾਵਿਤ ਹੋ ਸਕਦਾ। ਸੋ ਮੇਰਾ ਹੀ ਆਈਡੀਆ ਸੀ, ਤਾਂ ਉਹਦੀ ਐਕਸਪਲੇਨੇਸ਼ਨ ਮੈਂ ਇਦਾਂ ਦੇ ਰਿਹਾ ਕਿ ਐਕਸਟ੍ਰੀਮ ਵੈਦਰ ਚੇਂਜਸ, ਐਕਸਟ੍ਰੀਮ ਵੈਦਰ ਚੇਂਜਸ ਮਤਲਬ, ਐਕਸਟ੍ਰੀਮ ਮਤਲਬ ਹੱਦ ਤੋਂ ਜ਼ਿਆਦਾ, ਜ਼ਰੂਰਤ ਤੋਂ ਜ਼ਿਆਦਾ, ਕੁਦਰਤੀ ਬਹੁਤ ਛੇਤੀ ਬਦਲ ਰਹੀ ਆ, ਤਾਂ ਉਹਦੇ ਕਲਾਈਮੇਟ ਚੇਂਜਸ ਕੀ ਨੇ, ਕਿਵੇਂ ਮੀਂਹ ਪੈ ਰਿਹਾ, ਰੇਨਸ ਜਿਹੜੀਆਂ ਨੇ ਅਨਸੀਜ਼ਨਲ ਰੇਨਸ, ਤਾਂ ਉਹ ਕੀ ਕਰਦੀਆਂ ਨੇ, ਡਿਸਟਰੋਏ ਕ੍ਰੌਪਸ ਵਿਚ ਅਲਟੀਮੇਟਲੀ ਅਫੈਕਟ ਯੀਲਡ। ਯੀਲਡ ਕੀ ਹੁੰਦਾ, ਫਸਲਾਂ ਦਾ ਝਾੜ। ਤੁਸੀਂ ਅਕਸਰ ਇਹ ਸ਼ਬਦ ਸੁਣਿਆ ਹੋਊਗਾ, ਜਿਨ੍ਹਾਂ ਦਾ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ, ਜਿਹੜੇ ਮੇਰੇ ਵੀਰ ਜ਼ਿਮੀਂਦਾਰ ਨੇ ਜਾਂ ਜਿਨ੍ਹਾਂ ਦਾ ਕਿਤੇ ਨਾ ਕਿਤੇ ਸੰਬੰਧ ਰਿਹਾ ਐਗਰੀਕਲਚਰ ਦੇ ਨਾਲ, ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਫਸਲਾਂ ਦਾ ਜਦੋਂ ਝਾੜ ਘਟ ਜਾਂਦਾ ਤਾਂ ਉਹਨਾਂ ਦੀ ਕੁਆਂਟੀਟੀ ਘਟ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਕਮਾਈ ਦੇ ਵਿੱਚ ਵੀ ਸ਼ਾਰਟੇਜ ਆ ਜਾਂਦੀ ਹੈ, ਕਮਾਈ ਵੀ ਥੱਲੇ ਡਿੱਗ ਪੈਂਦੀ ਆ। ਸੋ ਯੀਲਡ ਹੋਣ ਦੇ ਨਾਲ, ਯੀਲਡ ਇਫੈਕਟ ਹੋਣ ਦੇ ਨਾਲ, ਇਫੈਕਟ ਇੱਥੇ ਵਰਬ ਬਣ ਚੁੱਕਿਆ, ਪ੍ਰਭਾਵ ਪੈਣ ਦੇ ਨਾਲ ਕੀ ਹੋ ਜਾਊਗਾ ਜੀ, ਬਿਕਮ ਅ ਰੀਜ਼ਨ, ਇੱਕ ਕਾਰਨ ਬਣ ਜਾਂਦਾ ਵਾ। ਕਾਹਦਾ, ਬਿਕਮ ਅ ਰੀਜ਼ਨ ਆਫ ਹੋਣਾ ਚਾਹੀਦਾ ਸੀਗਾ, ਇੱਥੇ ਇੱਕ ਗਲਤੀ ਹੈ ਛੋਟੀ ਜੀ, ਬਿਕਮ ਅ ਰੀਜ਼ਨ ਆਫ ਫਾਈਨੈਂਸ਼ੀਅਲ ਲਾਸ ਫॉर द फार्मर्स। ਤਾਂ ਫਾਰਮਰ ਕੀ ਹੈ, ਇੱਕ ਬਿਜ਼ਨਸਮੈਨ ਆ, ਤਾਂ ਉਹਦੇ ਲਈ ਇਹ ਫਾਈਨੈਂਸ਼ੀਅਲ ਲਾਸ ਹੋ ਸਕਦਾ ਜਦੋਂ ਬੇਮੌਸਮੀ ਬਾਰਿਸ਼ ਜਿਹੜੀ ਉਹ ਫਸਲ ਬਰਬਾਦ ਕਰ ਦਿੰਦੀ ਹੈ, ਜਿਹਦੇ ਨਾਲ ਝਾੜ ਘਟ ਜਾਂਦਾ। ਸੋ ਹੁਣ ਜੇ ਗੱਲ ਕਰੀਏ ਅਗਲੇ ਆਈਡੀਆ ਦੀ, ਇਨ ਦਾ ਕੇਸ ਆਫ ਅਦਰ ਬਿਜ਼ਨਸਿਸ, ਜਿਵੇਂ ਮੈਂ ਤੁਹਾਡੇ ਨਾਲ ਜ਼ੋਮੈਟੋ ਦੀ ਐਗਜ਼ਾਮਪਲ ਸ਼ੇਅਰ ਕੀਤੀ ਸੀ, ਤਾਂ ਉਹਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ, ਇਨ ਦਾ ਕੇਸ ਆਫ ਅਦਰ ਬਿਜ਼ਨਸਿਸ देयर आर several associated challenges too। ਤਾਂ ਉਹਦੇ ਨਾਲ ਵੀ ਜੁੜੇ ਵੀ ਬਹੁਤ ਸਾਰੇ ਜਿਹੜੇ ਚੈਲੰਜਸ ਹੋ ਸਕਦੇ ਆ, ਆਪਾਂ ਕਹਿ ਸਕਦੇ ਆ ਕਿ ਹੋਰ ਵੀ ਕਨਸੀਕੁਐਂਸਿਸ। ਚੈਲੰਜਸ ਦਾ ਮਤਲਬ, ਚੈਲੰਜ ਮਤਲਬ ਕੀ ਹੋ ਸਕਦਾ ਵਾ, ਕੋਈ ਕਠਿਨਾਈ, ਕੋਈ ਰੁਕਾਵਟ ਹੋ ਸਕਦੀ ਆ ਕਿਹਨਾਂ ਦੇ ਲਈ, ਉਹਨਾਂ ਬਿਜ਼ਨਸਿਸ ਦੇ ਨਾਲ, ਜਿਵੇਂ ਕਿ ਬਿਜ਼ਨਸ ਆਪਰੇਸ਼ਨਸ ਸੱਚ ਐਜ਼ ਦ ਸਪਲਾਈ ਚੇਨ। ਮੈਂ ਤੁਹਾਡੇ ਨਾਲ ਐਮਾਜ਼ੋਨ ਤੇ ਜ਼ੋਮੈਟੋ ਦੀ ਗੱਲ ਕੀਤੀ ਸੀ ਕਿ ਉਹ ਸਪਲਾਈ ਚੇਨ ਤੇ ਕੰਮ ਕਰਦੇ ਆ। ਐਮਾਜ਼ੋਨ ਘਰੇ ਬੈਠਿਆਂ ਨੂੰ ਤੁਹਾਨੂੰ ਪ੍ਰੋਡਕਟਸ ਡਿਲੀਵਰ ਕਰਦਾ, ਜ਼ੋਮੈਟੋ ਘਰ ਬੈਠਿਆਂ ਨੂੰ ਤੁਹਾਡਾ ਫੂਡ ਜਿਹੜਾ ਵਾ ਉਹ ਤੁਹਾਡੇ ਘਰੇ ਪਹੁੰਚਾ ਕੇ ਜਾਂਦਾ। ਉਹ ਕਿਵੇਂ ਇਫੈਕਟ ਹੋ ਸਕਦਾ, ਬਿਜ਼ਨਸ ਆਪਰੇਸ਼ਨ ਸੱਚ ਐਜ਼ ਦ ਸਪਲਾਈ ਚੇਨ ਆਫ online sellers such as Amazon or Zomato could be disrupted by extremely heavy rainfall and so on। ਤਾਂ ਇਹ ਇਦਾਂ ਐਗਜ਼ਾਮਪਲ ਨੂੰ ਤੁਸੀਂ ਜਸਟੀਫਾਈ ਕਰ ਸਕਦੇ ਸੀ, ਆਪਦੇ ਪੁਆਇੰਟ ਨੂੰ ਪ੍ਰੂਵ ਕਰ ਸਕਦੇ ਸੀ ਕਿ ਜੇ ਉੱਥੇ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਹੋਊਗਾ ਤਾਂ ਇਹ ਸਪਲਾਈ ਚੇਨ ਕਿਤੇ ਨਾ ਕਿਤੇ ਇਫੈਕਟ ਹੋਊਗੀ ਹੀ ਹੋਊਗੀ। ਐਮਾਜ਼ੋਨ ਨੂੰ ਦਿੱਕਤ ਆਊਗੀ ਤੁਹਾਡੇ ਘਰ ਤੱਕ ਪਹੁੰਚਣ ਦੇ ਵਿੱਚ, ਤੁਹਾਡੇ ਘਰ ਤੱਕ ਉਹ ਸਮਾਨ ਪਹੁੰਚਾਉਣ ਦੇ ਵਿੱਚ, ਠੀਕ ਹੈ ਜੀ। So hence it seems that climate change may negatively impact several businesses। ਫਿਰ ਅਖੀਰ ਤੇ ਮੈਂ ਇੱਕ ਕੰਕਲੂਡਿੰਗ ਸੈਂਟੈਂਸ ਦਿੱਤਾ ਕਿ ਕਲਾਈਮੇਟ ਚੇਂਜ ਕਿਵੇਂ
ਜਿਹੜੇ ਸੈਵਰਲ ਬਿਜ਼ਨੈਸਿਸ ਨੇ ਉਹਨਾਂ ਤੇ ਬੁਰਾ ਪ੍ਰਭਾਵ ਪਾ ਸਕਦਾ, ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਅਫੈਕਟ ਕਰ ਸਕਦਾ ਵਾ। ਸੋ ਆਪਾਂ ਐਗਜ਼ਾਮਪਲ ਚੱਕੀ ਫਾਰਮਰਸ ਦੀ, ਆਪਾਂ ਐਗਜ਼ਾਮਪਲ ਚੱਕੀ ਐਮਾਜ਼ਨ ਦੀ। ਦੇਖੋ ਇਹਦੇ ਲਈ ਤੁਹਾਡੇ ਕੋਲ ਕੋਈ ਰੌਕਟ ਸਾਇੰਸ ਨਹੀਂ ਹੋਣੀ ਚਾਹੀਦੀ, ਤੁਹਾਨੂੰ ਸਿਰਫ ਆਪਣੇ ਆਸ-ਪਾਸ ਜੋ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ, ਉਹਨਾਂ ਬਾਰੇ ਤੁਹਾਨੂੰ ਇਹ ਚੀਜ਼ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਚੀਜ਼ ਨੂੰ ਰਾਈਟਿੰਗ ਦੇ ਵਿੱਚ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ, ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖ ਸਕਦੇ ਹਾਂ। ਸੋ ਦੋਸਤੋ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਰਾਈਟਿੰਗ ਨੂੰ ਪੂਰੀ ਤਰ੍ਹਾਂ ਸਿੰਪਲ ਰੱਖਿਆ ਜਾਵੇ। ਡਿਸਰਪਟਡ ਦਾ ਮੀਨਿੰਗ ਤੁਸੀਂ ਸਰਚ ਕਰ ਸਕਦੇ, ਡਿਸਰਪਟਡ ਦਾ ਮੀਨਿੰਗ ਡਿਸਟਰਬ ਹੋਣਾ, ਉਸ ਚੀਜ਼ ਦੇ ਵਿੱਚ ਰੁਕਾਵਟ ਪੈਦਾ ਕਰਨੀ। ਡਿਸਰਪਟ ਦਾ ਮੀਨਿੰਗ ਤੁਸੀਂ ਕਿਸੇ ਚੀਜ਼ ਨੂੰ ਵੀ ਡਿਸਰਪਟ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇੱਕ ਰੁਕਾਵਟ ਪੈਦਾ ਕਰਦੇ ਹੋ। ਸੋ ਇੱਥੇ ਜਿਹੜਾ ਕਲਾਈਮੇਟ ਚੇਂਜ ਉਹ ਕਿੱਥੇ ਰੁਕਾਵਟ ਪੈਦਾ ਕਰ ਰਿਹਾ, ਜ਼ੋਮੈਟੋ ਦੇ ਸਪਲਾਈ ਚੇਨ ਦੇ ਵਿੱਚ, ਐਮਾਜ਼ਨ ਦੇ ਸਪਲਾਈ ਚੇਨ ਦੇ ਵਿੱਚ। ਆਸ ਕਰਦਾ ਇੱਥੋਂ ਤੱਕ ਦੀ ਜਿਹੜੀ ਐਕਸਪਲੇਨੇਸ਼ਨ ਤੁਹਾਨੂੰ ਸਮਝ ਲੱਗ ਰਹੀ ਹੋਊਗੀ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸੈਕੰਡ ਬਾਡੀ ਪੈਰਾਗ੍ਰਾਫ ਨੂੰ ਵੀ ਆਪਾਂ ਛੇਤੀ ਤੋਂ ਛੇਤੀ ਜਿਹੜਾ ਹੈਗਾ ਡਿਸਕਸ ਕਰੀਏ, ਠੀਕ ਹੈ ਜੀ। ਸੋ ਸੈਕੰਡ ਬਾਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਕੀ ਲਿਖ ਸਕਦੇ ਸੀ? ਫਸਟ ਬਾਡੀ ਪੈਰਾਗ੍ਰਾਫ ਆਈ ਹੋਪ ਕਿ ਕਲੀਅਰ ਹੋ ਚੁੱਕਿਆ ਹੋਊਗਾ ਤੁਹਾਨੂੰ। ਸੋ ਬੇਸਿਕਲੀ ਕਲਾਈਮੇਟ ਚੇਂਜ ਦੁਆਰਾ ਕਿਹੜੇ ਜਿਹੜੇ ਇਹੋ ਜਿਹੇ ਬਿਜ਼ਨੈਸਿਸ ਦੇ ਮੌਕੇ ਪੈਦਾ ਹੋ ਸਕਦੇ ਆ, ਇਹ ਕਿਤੇ ਨਾ ਕਿਤੇ ਇੱਕ ਚੈਲੰਜ ਬਣ ਜਾਊਗਾ ਕਿ ਕਿਵੇਂ ਆਪਾਂ ਇਹਨਾਂ ਦੇ ਲਈ ਆਈਡੀਆਜ਼ ਫਿਗਰ ਆਊਟ ਕਰ ਸਕਦੇ ਆ। ਸੋ ਆਸ ਕਰਦੇ ਆ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਟੌਪਿਕ ਆ ਉਹ ਸਮਝ ਲੱਗ ਚੁੱਕਿਆ ਹੋਊਗਾ। ਸੋ ਕੱਲ ਨੂੰ ਇਸ ਕੁਐਸਚਨ ਦਾ ਦੂਜਾ ਪਾਰਟ ਜਿਹੜਾ ਉਹ YouTube ਤੇ ਅਪਲੋਡ ਕੀਤਾ ਜਾਊਗਾ। ਸੋ ਮੈਂ ਫਿਰ ਆਈ ਮੇਕ ਅ ਹੰਬਲ ਰਿਕੁਐਸਟ, ਆਸ ਕਰਦੇ ਇੱਥੋਂ ਤੱਕ ਤੁਹਾਨੂੰ ਸਾਰਾ ਕੁਝ ਸਮਝ ਲੱਗ ਚੁੱਕਿਆ ਹੋਊਗਾ ਕਿ ਟਾਸਕ ਨੂੰ ਕਿਵੇਂ ਅਟੈਂਪਟ ਕਰ ਸਕਦੇ ਆ। ਇਹ ਚੀਜ਼ ਦੇ ਲਈ ਫਰਕ ਨਹੀਂ ਪੈਂਦਾ ਕਿ ਕਿਵੇਂ ਤੁਸੀਂ ਜਿਵੇਂ ਵੀ ਕੁਐਸਚਨ ਆ ਰਿਹਾ ਹੈਗਾ, ਦੋ ਟੌਪਿਕਸ ਨੂੰ ਮਰਜ ਕਰਕੇ ਬਣਾਇਆ ਜਾ ਰਿਹਾ, ਪਰ ਜੇ ਤੁਹਾਨੂੰ ਸਹੀ ਤਰੀਕਾ ਆਉਂਦਾ ਹੈਗਾ ਦੋਸਤੋ, ਸਹੀ ਤਰੀਕਾ ਆਉਂਦਾ ਕਿ ਤੁਸੀਂ ਕੁਐਸਚਨ ਨੂੰ ਕਿਵੇਂ ਅਟੈਂਪਟ ਕਰ ਸਕਦੇ ਹੋ, ਕੁਐਸਚਨ ਨੂੰ ਕਿਵੇਂ ਦੇਖ ਸਕਦੇ ਹੋ, ਤੁਹਾਡਾ ਨਜ਼ਰੀਆ ਕੀ ਆ ਕੁਐਸਚਨ ਨੂੰ ਦੇਖਣ ਦਾ, ਤਾਂ ਇਹ ਕੁਐਸਚਨ ਨੂੰ ਆਨਸਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਤੁਸੀਂ ਆਨਸਰ ਕਰ ਸਕਦੇ ਹੋ, ਤੁਸੀਂ ਕੇਪੇਬਲ ਹੋ। ਜਸਟ ਤੁਹਾਨੂੰ ਚਾਹੀਦਾ ਕੀ ਹੈ, ਤੁਹਾਨੂੰ ਰਾਈਟ ਗਾਈਡੈਂਸ ਚਾਹੀਦੀ ਹੈ। ਜੋ UL ਐਜੂਕੇਸ਼ਨ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਰਾਈਟ ਗਾਈਡੈਂਸ ਦਿੱਤੀ ਜਾਊਗੀ ਤਾਂ ਕਿ ਤੁਹਾਡੀ ਜਿਹੜੀ ਇਹ ਆਇਲਸ ਜਰਨੀ ਆ ਇਹਨੂੰ ਹੋਰ ਵੀ ਸੁਖਾਵਾਂ ਕੀਤਾ ਜਾਵੇ, ਹੋਰ ਵੀ ਇਹ ਸੁਖਾਵਾਂ ਮਾਹੌਲ ਪੈਦਾ ਕੀਤਾ ਜਾ ਸਕੇ। ਸੋ ਆਸ ਕਰਦਾ ਇੱਥੋਂ ਤੱਕ ਤੁਸੀਂ ਕੁਛ ਨਾ ਕੁਛ ਸਿੱਖਿਆ ਹੋਊਗਾ। ਕਾਫੀ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਅੱਗੇ ਵੀ ਕਰਦੇ ਰਵਾਂਗੇ ਜੇ ਤੁਸੀਂ ਸਾਥ ਦਿਓ। ਸੋ ਸਾਥ ਦੇਣ ਦੇ ਲਈ ਦੋਸਤੋ ਤੁਹਾਨੂੰ ਕੀ ਕਰਨਾ ਚਾਹੀਦਾ? ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਇੱਥੋਂ ਤੱਕ ਤੁਹਾਨੂੰ ਵੀਡੀਓ ਜਿਹੜੀ ਹੈ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ ਕਰੋ, YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਰੋਜ਼ ਆਪਾਂ ਜੁੜ ਸਕੀਏ, ਆਪਾਂ ਬੈਠ ਸਕੀਏ, ਦੇਖ ਸਕੀਏ ਕਿ ਕੁਐਸਚਨ ਨੂੰ ਕਿਵੇਂ ਅਟੈਂਪਟ ਕੀਤਾ ਜਾ ਸਕਦਾ ਤੇ ਆਇਲਸ ਦੇ ਕੀ ਪੈਟਰਨ ਚੱਲ ਰਹੇ ਨੇ, ਕਿਹੜੇ ਕੁਐਸਚਨ ਐਗਜ਼ਾਮ ਦੇ ਵਿੱਚ ਆ ਸਕਦੇ ਆ ਤੇ ਉਹਨਾਂ ਨੂੰ ਕਿਵੇਂ ਅਟੈਂਪਟ ਕੀਤਾ ਜਾ ਸਕਦਾ। ਸੋ ਮੈਂ ਮਨਜੋਤ ਸਿੰਘ ਤੁਹਾਡੇ ਤੋਂ ਖਿਮਾ ਦਾ ਜਾਚਕਾ ਜੀ। ਆਈਲ ਸੀ ਯੂ ਟੁਮਾਰੋ। ਸੋ ਕੱਲ ਨੂੰ ਇਸ ਕੁਐਸਚਨ ਦਾ ਦੂਜਾ ਪਾਰਟ ਆਪਾਂ ਡਿਸਕਸ ਕਰਾਂਗੇ ਤੇ ਇਸ ਕੁਐਸਚਨ ਨੂੰ ਫੇਰ ਕੰਪਲੀਟ ਕਰਾਂਗੇ ਕਿ ਅਸੀਂ ਕਿਵੇਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਸਕੀਏ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਆਲ ਦ ਵੇ।